पाउंदे, ना ही हुंदे हां TRP दी दौड़ विच शामिल। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ। ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ। ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਦਾ ਦੂਜਾ ਹਿੱਸਾ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਹਰ ਰੋਜ਼ ਦੀ ਤਰ੍ਹਾਂ ਸੁਸ਼ੀਲ ਦਸਾਂਝ। ਹੁਣ ਆਉਣ ਵਾਲਾ 1 ਘੰਟਾ ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਭਾਰਤ ਦੀਆਂ ਕੁਝ ਇੱਕ ਇੰਟਰਨੈਸ਼ਨਲ ਖਬਰਾਂ ਅਗਰ ਧਿਆਨ 'ਚ ਹੋਈਆਂ ਤੇ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰੀਏ ਦਸਾਂਝ ਸਾਹਿਬ, ਤੁਹਾਨੂੰ ਜੀ ਆਇਆਂ ਜੀ, ਵੈਲਕਮ। बहुत शुक्रिया जी, बहुत मेहरबानी हरजीत गिल जी ते टीवी पंजाबी दुनिया के सारे दर्शकों का भी चंडीगढ़ स्टूडियो तो स्वागत है जी। जी हरजीत जी। ਦਸਾਂਝ ਸਾਹਿਬ, ਇੱਕ ਖਬਰ ਸਭ ਤੋਂ ਪਹਿਲਾਂ ਕਰਨ ਵਾਲੀ ਆ। ਮਨੁੱਖੀ ਅਧਿਕਾਰ ਕਮਿਸ਼ਨ, ਜਿਹੜਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹੈ, ਉਹਨੇ 4 ਸਟੇਟਾਂ ਨੂੰ ਕਿਹਾ ਹੈ ਕਿ ਕਿਸਾਨ ਅੰਦੋਲਨ ਨਾਲ ਜਿਹੜੇ ਮਾੜੇ ਪ੍ਰਭਾਵ ਪੈ ਰਹੇ ਆ ਉਹਦੇ ਬਾਰੇ ਜਿਹੜੀ ਆ ਉਹ ਜਵਾਬ ਜਿਹੜਾ ਉਹ ਦੇਣ ਜੀ। ਇੱਕ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਆ ਕਿ ਉਹਦੇ ਇਹ ਦਾਇਰੇ 'ਚ ਆਉਂਦਾ ਆ ਜਾਂ ਇਹ ਸਰਕਾਰਾਂ ਆਪਣੇ ਜਿਹਨੂੰ ਭੋਪੂ ਹੁੰਦੇ ਆ ਉਹ ਵਜਾ ਲੈਂਦੀਆਂ ਜਦੋਂ ਜੀ ਕਰਦਾ ਆ? ਇਸ ਖਬਰ ਬਾਰੇ ਥੋੜੀ ਜਿਹੀ ਸਾਨੂੰ ਡਿਟੇਲ 'ਚ ਦੱਸੋ, ਕੀ ਖਬਰ ਆ ਇਹ, ਇਸ ਮੌਕੇ ਤੇ ਕਿਉਂ ਆਈ, ਇਹਦੇ ਪਿੱਛੇ ਕੀ ਕਾਰਨ ਨੇ ਤੇ ਇਹਦੇ ਕੀ ਅਸਰ ਹੋ ਸਕਦੇ ਆ? देखो, ਇੱਕੋ ਵੇਲੇ 2 ਗੱਲਾਂ ਇਕੱਠੀਆਂ ਹੋਈਆਂ ਨੇ। ਇੱਕ ਤਾਂ ਜਿਹੜੇ ਸੋਨੀਪਤ ਦੇ ਆਲੇ ਦੁਆਲੇ ਦੇ ਕੁਝ ਲੋਕ ਨੇ ਜਿਨ੍ਹਾਂ ਤੋਂ ਇੱਕ ਪਟੀਸ਼ਨ ਪਾਈ ਹੋਈ ਸੀ, ਉਹਨਾਂ ਵੱਲੋਂ ਅਦਾਲਤ ਨੇ ਜਿਹੜਾ ਕਿਹਾ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਉੱਥੋਂ ਸਿੰਘੂ ਬਾਰਡਰ ਤੋਂ ਆਵਾਜਾਈ ਜਿਹੜੀ ਹੈ ਉਹ ਬਹਾਲ ਕਰਾਵੇ, ਤੇ ਉਹਦੇ 'ਚ ਕਿਸਾਨ ਜਥੇਬੰਦੀਆਂ ਫੈਸਲਾ ਕਰਨਗੀਆਂ ਆਪਣੇ ਥਾਂ ਤੇ। ਪਰ ਇਨੀਸ਼ੀਅਲੀ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਨੇ ਕਿਹਾ ਕਿ ਜਿਹੜਾ ਰਸਤਾ ਆ ਉਹਦੇ 'ਚ ਰੁਕਾਵਟਾਂ ਸਾਡੀਆਂ ਨਹੀਂ ਹੈ, ਅਸੀਂ ਤਾਂ ਇੱਥੇ ਬੈਠੇ ਆ, ਰਸਤੇ ਨਾਲ ਦੇ ਖੁੱਲੇ ਹੋਏ ਆ। ਬੈਰੀਕੇਡਿੰਗ ਜਿਹੜੀ ਆ ਉਹ ਪੁਲਿਸ ਦੀ ਕੀਤੀ ਹੋਈ ਹੈ, ਚਾਹੇ ਹਰਿਆਣੇ ਦੀ ਪੁਲਿਸ ਹੈ ਚਾਹੇ ਦਿੱਲੀ ਦੀ ਪੁਲਿਸ ਹੈ। ਸੋ ਇੱਕ ਪਾਸੇ ਉਹ ਕੋਸ਼ਿਸ਼ ਹੋ ਰਹੀ ਹੈ ਕਿ ਜਿਹੜੇ ਬਾਰਡਰਸ ਦੇ ਨਾਲ ਦੇ ਇਲਾਕੇ ਨੇ ਉੱਥੋਂ ਦੇ ਲੋਕਾਂ ਨੂੰ ਕੁਝ ਨੂੰ ਅੱਗੇ ਲਾ ਕੇ ਇੱਦਾਂ ਦਾ ਪ੍ਰਭਾਵ ਬਣਾਇਆ ਜਾਵੇ ਵੀ ਲੋਕ ਬੜੇ ਔਖੇ ਹੈ, ਲੋਕ ਦੁਖੀ ਹੈ ਕਿ ਕਿਸਾਨਾਂ ਨੇ ਉੱਥੇ ਰਸਤੇ ਰੋਕੇ ਹੋਏ ਆ। ਜਦਕਿ ਰਿਐਲਿਟੀ ਇਹ ਹੈ ਕਿ ਕਿਸਾਨ ਜਦੋਂ ਦੇ ਉੱਥੇ ਬੈਠੇ ਆ ਉਹਨਾਂ ਨੇ ਨਾਲ ਦਾ ਰਸਤਾ ਖੁੱਲ੍ਹਾ ਛੱਡਿਆ ਹੋਇਆ ਸੀ, ਤੇ ਈਵਨ 28 ਜਨਵਰੀ ਤੱਕ 26 ਜਨਵਰੀ ਤੱਕ ਆਵਾਜਾਈ ਜਿਹੜੀ ਸੀਗੀ ਉਹ ਬੜੀ ਸਮੂਥਲੀ ਚੱਲ ਰਹੀ ਸੀ, ਲੋਕ ਪੈਦਲ ਵੀ ਆ ਜਾ ਰਹੇ ਸੀ, ਰਸਤਾ ਖੁੱਲ੍ਹਾ ਸੀ। ਪਰ 26 ਜਨਵਰੀ ਦੀ ਘਟਨਾ ਤੇ ਫਿਰ 28 ਜਨਵਰੀ ਦੀ ਘਟਨਾ ਤੋਂ ਬਾਅਦ ਬੈਰੀਕੇਡਿੰਗ ਇੰਨੀ ਜ਼ਿਆਦਾ ਸਖਤ ਕਰ ਦਿੱਤੀ ਗਈ ਵੀ ਉਹ ਸਾਰੇ ਰਸਤੇ ਪੁਲਿਸ ਪ੍ਰਸ਼ਾਸਨ ਨੇ ਰੋਕੇ ਹੋਏ ਆ। ਇੱਕ ਤਾਂ ਇਹ ਹੈ ਕਿ ਸਥਾਨਕ ਲੋਕਾਂ ਦੇ ਵਿੱਚ ਕੁਝ ਇੱਦਾਂ ਦਾ ਗੁੱਸਾ ਪੈਦਾ ਕਰਨ ਦੀ ਕੋਸ਼ਿਸ਼ ਜਿਹੜੀ ਆਪਣੇ ਬੰਦਿਆਂ ਰਾਹੀਂ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਅਦਾਲਤ ਦਾ ਸਹਾਰਾ ਵੀ ਲਿਆ ਜਾ ਰਿਹਾ। ਦੂਜੇ ਬੰਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਾਂ ਦੇ ਉੱਤੇ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਹੈ। 4 ਜਿਹੜੇ ਸੂਬੇ ਆ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਜਿਸ 'ਚ ਪੰਜਾਬ ਨਹੀਂ ਹੈ। ਉਹ 4 ਸੂਬਿਆਂ 'ਚ ਰਾਜਸਥਾਨ ਹੈ, ਉੱਤਰ ਪ੍ਰਦੇਸ਼ ਹੈ, ਦਿੱਲੀ ਹੈ, ਹਰਿਆਣਾ ਹੈ। ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਸਿਹਤ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕੋਈ ਪ੍ਰਬੰਧ ਕਰੋ ਵੀ ਇਹਦਾ ਅਸਰ ਬਹੁਤ ਬੁਰਾ ਪੈ ਰਿਹਾ ਕਿਸਾਨ ਅੰਦੋਲਨ ਕਰਕੇ, ਸਪੈਸ਼ਲੀ ਇੰਡਸਟਰੀ ਜਿਹੜੀ ਹੈ ਉਹਦੇ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ। ਆਵਾਜਾਈ ਜਿਹੜੀ ਆ ਉਹ ਬਹੁਤ ਬੁਰੀ ਤਰ੍ਹਾਂ ਡਿਸਟਰਬ ਹੋ ਗਈ ਹੈ। ਸੀਨੀਅਰ ਸਿਟੀਜ਼ਨ ਬੜੇ ਔਖੇ ਹੈ, ਸਪੈਸ਼ਲੀ ਜਿਹੜੀ ਇੰਡਸਟਰੀ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੀ ਸਮਾਲ ਇੰਡਸਟਰੀ ਹੈ ਜਾਂ ਕੁਝ ਜਿਹੜੀ ਦਰਮਿਆਨੀ ਇੰਡਸਟਰੀ ਹੈ ਜਾਂ ਵੱਡੀ ਇੰਡਸਟਰੀ ਵੀ ਹੈ, ਕੋਈ 9000 ਦੇ ਕਰੀਬ ਜਿਹੜੇ ਯੂਨਿਟਸ ਨੇ ਉਹਨਾਂ ਤੇ ਇਹਦਾ ਬਹੁਤ ਬੁਰਾ ਅਸਰ ਪਿਆ। ਤੇ ਇਸ ਕਰਕੇ ਤੁਸੀਂ ਇਹਨੂੰ ਦਰੁਸਤ ਕਰੋ, ਇਸ ਮਸਲੇ ਦਾ ਹੱਲ ਕਰੋ। ਹੁਣ ਇਸ ਮਸਲੇ ਦਾ ਹੱਲ ਕਰੋ ਕਿਸ ਵਿਧੀ ਨਾਲ ਕਰੋ, ਇਹ ਨਹੀਂ ਉਹਨਾਂ ਨੇ ਦੱਸਿਆ। ਇਹ ਨਹੀਂ ਦੱਸਿਆ ਕਿ ਕਿਸਾਨਾਂ ਦੀ ਗੱਲ ਸੁਣ ਕੇ ਤੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਉਹਨਾਂ ਤੇ ਵਿਚਾਰ ਕਰਕੇ ਇਸ ਮਸਲੇ ਦਾ ਹੱਲ ਕਰੋ।
ਇਹ ਕਿਹਾ ਕਿ ਇਹ ਜਿਹੜੀ ਇੱਥੇ ਰੋਕਾਂ ਲੱਗੀਆਂ ਹੋਈਆਂ ਜੋ ਧਰਨਾ ਕਿਸਾਨਾਂ ਦਾ ਚੱਲ ਰਿਹਾ ਉਹਦੇ ਕਰਕੇ ਆ ਬੁਰੇ ਪ੍ਰਭਾਵ ਪੈ ਰਹੇ, ਇਸ ਕਰਕੇ ਯਾਨੀ ਕਹਿਣ ਦਾ ਮਤਲਬ ਇਹ ਉਠਾਓ ਇੱਥੋਂ। ਤੇ ਇਹ ਬਹਾਨਾ ਫਿਰ ਸਰਕਾਰਾਂ ਨੂੰ ਤਾਂ ਲਾਜ਼ਮੀ ਤੌਰ ਤੇ ਮਿਲੇਗਾ ਵੀ ਦੇਖੋ ਕਿੰਨਾ ਬੁਰਾ ਪ੍ਰਭਾਵ ਪੈ ਰਿਹਾ, ਤੇ ਇਸ ਕਰਕੇ ਕੋਈ ਨਾ ਕੋਈ ਹੋਰ ਤਰੀਕਾ ਅਪਣਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਇੱਥੋਂ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਪਹਿਲਾਂ ਵੀ ਕੋਸ਼ਿਸ਼ ਹੋਈ ਹੈ, ਉਹ ਕੋਸ਼ਿਸ਼ਾਂ ਹੁਣ ਤੱਕ ਨਾਕਾਮ ਹੋਈਆਂ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਇਹ ਕੋਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਆ, ਉਹ ਨਾ ਇਹਦਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਹੈ, ਇਹ ਪਰ ਹੈ ਸਰਕਾਰੀ ਇੱਕ ਕਿਸਮ ਦੀ ਸਰਪ੍ਰਸਤੀ ਦੇ ਵਿੱਚ ਹੈ। ਇਸ ਕਰਕੇ ਸਰਕਾਰ ਦੀ ਮਰਜ਼ੀ ਦੇ ਮੁਤਾਬਕ ਇਹਨੇ ਕੁਝ ਨਾ ਕੁਝ ਕਰਨਾ ਹੁੰਦਾ, ਤੇ ਉਹੀ ਇਹਦੀ ਇੱਕ ਪ੍ਰੈਕਟਿਸ ਦੇ ਤੌਰ ਤੇ ਤੁਸੀਂ ਇਹਨੂੰ ਦੇਖ ਸਕਦੇ ਜੀ। ਵੈਸੇ ਜੇ ਆਪਾਂ ਦਸਾਂਝ ਸਾਹਿਬ ਵੇਖੀਏ, ਇਸ ਸੰਬੰਧ ਵਿੱਚ ਕਈ ਵਾਰ ਸਰਕਾਰ ਦੇ ਇਸ਼ਾਰੇ ਤੇ ਸੁਪਰੀਮ ਕੋਰਟ ਤੱਕ ਕੁਝ ਲੋਕਾਂ ਨੇ ਪਹੁੰਚ ਕੀਤੀ ਜੀ। ਵੇਖੋ ਜੀ ਰਸਤੇ ਬੰਦ ਆ, ਲੋਕ ਦੁਖੀ ਨੇ, ਇਹਨਾਂ ਨੂੰ ਉਠਾਇਆ ਜਾਵੇ ਇੱਥੋਂ। ਤੇ ਸੁਪਰੀਮ ਕੋਰਟ ਬਾਰ-ਬਾਰ ਕਹਿ ਚੁੱਕੀ ਆ ਕਿ ਭਾਰਤ ਦਾ ਸੰਵਿਧਾਨ ਇਜਾਜ਼ਤ ਦਿੰਦਾ ਹੈ ਅੰਦੋਲਨ ਕਰਨ ਦੀ। ਜੇ ਕੋਈ ਵਰਗ ਦੁਖੀ ਹੈ ਸਰਕਾਰੀ ਨੀਤੀਆਂ ਤਾਂ ਉਦੋਂ ਪੂਰਾ ਅਧਿਕਾਰ ਹੈ ਕਿ ਉਹ ਸ਼ਾਂਤੀ ਪੂਰਕ ਤਰੀਕੇ ਨਾਲ ਆਪਣਾ ਜਿਹੜਾ ਅੰਦੋਲਨ ਜਾਰੀ ਰੱਖੇ। ਤੇ ਸੁਪਰੀਮ ਕੋਰਟ ਨੇ ਬਾਰ-ਬਾਰ ਇਹ 'ਚ ਦਖਲ ਦੇਣ ਤੋਂ ਨਾ ਕੀਤੀ ਆ। ਤੇ ਕੀ ਇਹ ਸੁਪਰੀਮ ਕੋਰਟ ਤੋਂ ਵੱਡੀ ਅਥਾਰਟੀ ਹੈ ਕੋਈ ਕੌਮੀ ਅਧਿਕਾਰ ਕਮਿਸ਼ਨ, ਜਾਂ ਉਹਦੇ ਪ੍ਰੀਵਿਊ ਚ ਆਉਂਦੀ ਵੀ ਹੈ ਇਹ ਗੱਲ? ਵੈਸੇ ਜੇ ਸੁਪਰੀਮ ਕੋਰਟ ਇਹ ਕਹਿ ਰਹੀ ਆ ਕਿ ਉਹਨਾਂ ਨੂੰ ਅਧਿਕਾਰ ਆ, ਭਾਰਤ ਦਾ ਸੰਵਿਧਾਨ ਇਜਾਜ਼ਤ ਦਿੰਦਾ ਆ, ਤੇ ਮਨੁੱਖੀ ਅਧਿਕਾਰ ਕਮਿਸ਼ਨ ਵਰਗੀ ਸੰਸਥਾ ਵੱਲੋਂ ਇਸ ਤਰ੍ਹਾਂ ਦਾ ਕੋਈ ਗੱਲ ਕਰਨੀ ਜਿਹੜੀ ਆ, ਇਹ ਕੋਈ ਵਾਜਬ ਲੱਗਦੀ ਹੈ ਤੁਹਾਨੂੰ? ਵੈਸੇ ਇਹ ਕੋਈ ਵਾਜਬ ਵੀ ਨਹੀਂ ਹੈ। ਦੂਜੀ ਗੱਲ ਕਿ ਇਹ ਕੋਈ ਆਰਡਰ ਦੇ ਤੌਰ ਤੇ ਵੀ ਇਹਨੂੰ ਨਹੀਂ ਦੇਖਿਆ ਜਾ ਸਕਦਾ। ਇਹ ਤਾਂ ਸੁਰਖੀ ਬਣ ਗਈ ਆ, ਬਸ ਲਓ ਜੀ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ। ਮਤਲਬ ਸਰਕਾਰ ਦਾ ਕੋਈ ਵੀ ਇਹਦੇ ਲਈ ਐਡਾ ਜਵਾਬਦੇਹ ਨਹੀਂ ਹੈ, ਜਾਂ ਕਿਸਾਨ ਜਥੇਬੰਦੀਆਂ ਵੀ ਜਵਾਬਦੇਹ ਨਹੀਂ ਹੈ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਜੇ ਕੋਈ ਨੋਟਿਸ ਕਿਸਾਨ ਜਥੇਬੰਦੀਆਂ ਨੂੰ ਵੀ ਭੇਜਿਆ ਹੋਵੇ ਤਾਂ ਉਹਦਾ ਕੋਈ ਜਵਾਬ ਦੇਣ ਦੀ ਜ਼ਰੂਰਤ ਹੈ, ਕਿਉਂਕਿ ਅਥਾਰਟੀ ਜਿਹੜੀ ਆ ਉਹ ਉਸ ਲੈਵਲ ਦੀ ਨਹੀਂ ਹੈ। ਇਹ ਤਾਂ ਸਿਰਫ ਇੱਕ ਐਕਸਰਸਾਈਜ਼ ਹੈ ਸਰਕਾਰ ਦੇ ਕਹੇ ਤੇ ਉਹ ਸਾਰਾ ਕੁਝ ਹੈ ਕਿ ਦੇਖੋ ਦੁਨੀਆ 'ਚ ਗੱਲ ਜਾਵੇ ਵੀ ਹਾਂ ਜੀ ਕਿਸਾਨ ਅੰਦੋਲਨ ਕਰਕੇ ਸਾਡੀ ਇੰਡਸਟਰੀ ਤਬਾਹ ਹੋ ਰਹੀ ਹੈ ਜੀ, ਜਦਕਿ ਇਹ ਲੜਾਈ ਜਿਹੜੀ ਆ ਐਗਰੀਕਲਚਰ ਦੇ ਨਾਲ ਨਾਲ ਇੰਡਸਟਰੀ ਨੂੰ ਬਚਾਉਣ ਦੀ ਵੀ ਹੈ, ਸਪੈਸ਼ਲੀ ਜਿਹੜੀ ਸਮਾਲ ਇੰਡਸਟਰੀ ਤੇ ਦਰਮਿਆਨੀ ਇੰਡਸਟਰੀ ਹੈ। ਤੇ ਇਸ ਕਰਕੇ ਸੁਪਰੀਮ ਕੋਰਟ ਨੇ ਵੀ ਜਿਹੜਾ ਕਿਹਾ ਬਾਰ-ਬਾਰ, ਉਹਦੇ 'ਚ ਵੀ ਇਹੀ ਹੈ ਕਿ ਹਾਂ ਅਧਿਕਾਰ ਹੈ ਇਹਨਾਂ ਨੂੰ ਅੰਦੋਲਨ ਦਾ। ਪਰ ਇੱਕ ਦੋ ਵਾਰ ਇੱਦਾਂ ਦੀ ਗੱਲ ਵੀ ਆਈ ਹੈ ਕਿ ਜਿਹੜੀ ਹਾਈਵੇ ਹੈ, ਖਾਸ ਤੌਰ ਤੇ ਉੱਤੇ ਜਿਹੜਾ ਕੌਮੀ ਹਾਈਵੇ ਹੈ, ਉੱਥੇ ਬੈਠ ਕੇ ਲਗਾਤਾਰ ਬੈਠ ਕੇ ਜਿਹੜਾ ਇਸ ਤਰ੍ਹਾਂ ਦਾ ਅੰਦੋਲਨ ਜਿਹੜਾ ਆ ਉਹਦੇ ਨਾਲ ਬੁਰਾ ਅਸਰ ਪੈਂਦਾ ਹੈ। ਸੁਪਰੀਮ ਕੋਰਟ ਚੋਂ ਵੀ ਇੱਕ ਦੋ ਵਾਰ ਇੱਦਾਂ ਦੀਆਂ ਆਵਾਜ਼ਾਂ ਆਈਆਂ, ਪਰ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਇਸ ਮਸਲੇ ਦਾ ਹੱਲ ਕਰੋ। ਕੌਮੀ ਮਨੁੱਖੀ ਅਧਿਕਾਰ ਨੇ ਕਮਿਸ਼ਨ ਨੇ ਇਹ ਨਹੀਂ ਕਿਹਾ ਕਿ ਮਸਲੇ ਦਾ ਹੱਲ ਕਰੋ, ਉਹਨਾਂ ਨੇ ਇਸ਼ਾਰਾ ਇਹ ਕੀਤਾ ਕਿ ਇਹਨਾਂ ਨੂੰ ਉੱਥੋਂ ਉਠਾਓ। ਤੇ ਉਹ ਹੁਣ ਦੇਖੋ ਗ੍ਰਹਿ ਮੰਤਰਾਲਾ ਕੀ ਇਹਦੇ ਤੇ ਐਕਸ਼ਨ ਚਾਹੁੰਦਾ, ਕਿਵੇਂ ਆਉਂਦਾ ਕਿਵੇਂ ਨਹੀਂ ਆਉਂਦਾ, ਕੁਝ ਕਿਹਾ ਨਹੀਂ ਜਾ ਸਕਦਾ। ਪਰ ਇਹ ਕੋਈ ਹੁਕਮ ਨਹੀਂ ਹੈ ਵੀ ਜਿਹਨੂੰ ਲਾਗੂ ਕਰਨ ਦੀ ਕੋਈ ਜਵਾਬਦੇਹੀ ਕਿਸੇ ਕੋਲ। ਦਸਾਂਝ ਸਾਹਿਬ, ਇੱਕ ਬਿਆਨ ਕੱਲ ਦਾ ਪਰਸੋਂ ਦਾ ਕੈਪਟਨ ਸਾਹਿਬ ਦਾ ਬੜਾ ਚਰਚਾ ਵਿੱਚ ਸੀਗਾ, ਜਿਹਦੇ 'ਚ ਉਹਨਾਂ ਨੇ ਕਿਸਾਨਾਂ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਪੰਜਾਬ ਦੇ ਜਿਹੜੇ ਨਾਕੇ ਆ ਟੋਲ ਪਲਾਜ਼ਿਆਂ ਤੋਂ ਚੁੱਕ ਲਓ, ਸਾਡਾ ਬੜਾ ਨੁਕਸਾਨ ਹੋ ਰਿਹਾ, ਤੇ ਤੁਸੀਂ ਸਾਰੇ ਦੇ ਸਾਰੇ ਦਿੱਲੀ ਪਹੁੰਚੋ। ਇੱਕ ਤੇ ਉਹਨਾਂ ਇਹ ਗੱਲ ਕਹੀ ਸੀ, ਤੇ ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਸੀਗਾ ਕਿ ਅਸੀਂ ਜੇ ਕਿਸਾਨ ਅੰਦੋਲਨ ਦੀ ਵਿਰੋਧਤਾ ਕਰਦੇ ਹੁੰਦੇ ਤੇ ਤੁਸੀਂ ਦਿੱਲੀ ਪਹੁੰਚ ਨਹੀਂ ਸੀ ਸਕਦੇ, ਜਿਹਦਾ ਬਹੁਤ ਬੁਰਾ ਮਨਾਇਆ ਗਿਆ ਸੀਗਾ। ਕੱਲ ਵੀ ਆਪਾਂ ਥੋੜੀ ਜਿਹੀ ਇੱਥੇ ਗੱਲ ਕੀਤੀ ਸੀ। ਅੱਜ ਕੈਪਟਨ ਸਾਹਿਬ ਥੋੜੇ ਜਿਹੇ ਬਦਲ ਕੇ ਲੱਗਦੇ ਆ, ਕਹਿੰਦੇ ਆ ਕਿ ਜੀ ਮੇਰੇ ਬਿਆਨ ਨੂੰ ਸਿਆਸੀ ਰੰਗਤ ਦੇ ਦਿੱਤੀ, ਮੈਂ ਤੇ ਇਦਾਂ ਦਾ ਕੁਝ ਕਿਹਾ ਹੀ ਨਹੀਂ। ਨਹੀਂ, ਇਹ ਨਹੀਂ ਗੱਲ ਹੈਗੀ। ਇਹ ਠੀਕ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਜੋ ਕੁਝ ਕਿਹਾ ਉਹਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੀ ਤੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹਨੂੰ ਚੋਣਾਂ ਨਾਲ ਜੋੜ ਦਿੱਤਾ ਹੈ, ਸਿਆਸੀ ਰੰਗਤ ਦੇ ਦਿੱਤੀ ਹੈ। ਪਰ ਨਾਲ ਦੀ ਨਾਲ ਇਸੇ ਬਿਆਨ 'ਚ ਉਹਨਾਂ ਨੇ ਫਿਰ ਉਹ ਗੱਲ ਦੁਹਰਾਈ ਹੈ। ਉਹਨਾਂ ਨੇ ਫਿਰ ਉਹ ਗੱਲ ਕਹੀ ਹੈ ਵੀ ਮੇਰਾ ਕਹਿਣਾ ਇਹ ਸੀ ਵੀ ਇਹ ਜਿਹੜਾ ਅੰਦੋਲਨ ਹੈ, ਕਿਉਂਕਿ 3 ਖੇਤੀ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬਣਾਈ ਹੈ, ਤੇ ਫਿਰ ਇਹ ਅੰਦੋਲਨ ਉਧਰ ਨੂੰ ਸਿਰਤ ਹੀ ਹੋਣਾ ਚਾਹੀਦਾ ਹੈ। ਤੇ ਇਹ ਉਹਨਾਂ ਨੇ ਕਿਹਾ ਕਿ ਮੈਂ ਇਹ ਤਾਂ ਨਹੀਂ ਕਿਹਾ ਵੀ ਹਾਂ ਵੀ ਇਹ ਅੰਦੋਲਨ ਜਿਹੜਾ ਆ ਉਹ ਗਲਤ ਹੈ। ਉਹਨਾਂ ਨੇ ਕਿਹਾ ਮੈਂ ਇਸ ਅੰਦੋਲਨ ਦਾ ਸਮਰਥਨ ਕਰਦਾ, ਸਰਕਾਰ ਵੀ ਇਸ ਅੰਦੋਲਨ ਦਾ ਸਮਰਥਨ ਕਰਦੀ ਹੈ, ਕਾਂਗਰਸ ਪਾਰਟੀ ਵੀ ਸਮਰਥਨ ਕਰਦੀ ਹੈ, ਪਰ ਇਹ ਸਿੱਧਤ ਹੋਣਾ ਚਾਹੀਦਾ ਹੈ ਦਿੱਲੀ ਵੱਲ। ਇਹ ਗੱਲ ਤਾਂ ਫਿਰ ਉਹਨਾਂ ਨੇ ਦੁਹਰਾ ਦਿੱਤੀ ਹੈ, ਭਾਵੇਂ ਇਹ ਗੱਲ ਕਹੀ ਹੈ ਉਹਨਾਂ ਨੇ ਕਿ ਮੇਰਾ ਜਿਹੜਾ ਬਿਆਨ ਹੈ ਜਾਂ ਮੇਰੀ ਗੱਲ ਹੈ ਉਹਨੂੰ ਸਿਆਸੀ ਰੰਗਤ ਦੇ ਦਿੱਤੀ ਗਈ ਹੈ। ਅਸੀਂ ਕੱਲ ਵੀ ਕਿਹਾ ਸੀ ਕਿ ਅਸਲ ਦੇ ਵਿੱਚ ਜਦੋਂ ਕੋਈ ਬੰਦਾ ਭਾਸ਼ਣ ਕਰਦਾ ਤੇ ਭਾਸ਼ਣ ਕਰਦਿਆਂ ਬਹੁਤ ਸਾਰੀਆਂ ਗੱਲਾਂ ਕਹਿ ਜਾਂਦਾ,
ਤੇ ਇਹ ਹੋਈ ਹੈ ਕੈਪਟਨ ਅਮਰਿੰਦਰ ਤੋਂ। ਹੁਣ ਉਹਨਾਂ ਨੇ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਬੈਲੈਂਸ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਉਹਨਾਂ ਨੇ ਫਿਰ ਇਹ ਗੱਲ ਦੁਹਰਾ ਵੀ ਦਿੱਤੀ ਹੈ ਵੀ ਇਹ ਅੰਦੋਲਨ ਸਿੱਧਾ ਦਿੱਲੀ ਵੱਲ ਸੇਧਿਤ ਹੋਣਾ ਚਾਹੀਦਾ, ਪੰਜਾਬ ਦੇ ਵਿੱਚ ਇਹਨੂੰ ਕਰਨ ਦੀ ਕੀ ਜ਼ਰੂਰਤ ਹੈ। ਪਰ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਾਂ ਸੰਯੁਕਤ ਕਿਸਾਨ ਮੋਰਚੇ ਨੇ ਇਹਦਾ ਜਵਾਬ ਜਿਹੜਾ ਦਿੱਤਾ ਹੈ ਉਹ ਜ਼ਿਆਦਾ ਮਹੱਤਵਪੂਰਨ ਹੈ। ਉਹਨਾਂ ਨੇ ਇੱਕ ਲੌਜਿਕ ਵੀ ਇਹਦੇ ਤੇ ਦਿੱਤਾ ਵੀ ਕੈਪਟਨ ਅਮਰਿੰਦਰ ਇਸ ਗੱਲ ਦਾ ਜਵਾਬ ਦੇਣ ਵੀ ਜੇ ਗੰਨਾ ਕਾਸ਼ਤਕਾਰਾਂ ਦੀ ਲੜਾਈ ਨਾ ਲੜੀ ਜਾਂਦੀ ਪੰਜਾਬ ਦੇ ਵਿੱਚ ਤੇ 5 ਦਿਨ ਜਿਹੜਾ ਹਾਈਵੇ ਜਿਹੜਾ ਉੱਥੇ ਜਲੰਧਰ ਵਾਲਾ ਜਾਮ ਰੱਖਿਆ ਗਿਆ, ਰੇਲਵੇ ਜਾਮ ਰੱਖਿਆ ਗਿਆ, ਉਸ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਗੱਲਬਾਤ ਵਾਸਤੇ ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਤੇ ਉਸ ਤੋਂ ਬਾਅਦ ਹੀ ਉਹ ਮੰਗ ਮੰਨੀ ਗਈ। ਗੰਨੇ ਦੀ ਕੀਮਤ ਵਧਾਈ ਗਈ 50 ਰੁਪਏ ਤੇ ਬਕਾਇਆ ਦੇਣ ਦਾ ਜਿਹੜਾ ਫੈਸਲਾ ਕਰ ਲਿਆ ਗਿਆ 200 ਕਰੋੜ ਰੁਪਏ ਜਿਹੜਾ ਵੱਖ-ਵੱਖ ਮਿੱਲਾਂ ਵੱਲ ਬਕਾਇਆ। ਉਹ ਕਹਿੰਦੇ ਆ ਵੀ ਜੇ ਅਸੀਂ ਉਹ ਐਜੂਕੇਸ਼ਨ ਪੰਜਾਬ 'ਚ ਨਾ ਕਰਦੇ ਤਾਂ 4.5 ਸਾਲ ਤੋਂ ਤਾਂ ਚੁੱਪ ਹੀ ਬੈਠੇ ਸੀ ਨਾ ਕੈਪਟਨ ਅਮਰਿੰਦਰ ਸਿੰਘ, 1 ਰੁਪਈਆ ਵੀ ਨਹੀਂ ਸੀ ਕੀਮਤ ਵਧਾਈ ਤੇ ਅਸੀਂ ਐਜੂਕੇਸ਼ਨ 'ਚ ਪਏ ਤਾਂ ਹੀ ਮਜਬੂਰ ਹੋਈ ਹੈ ਨਾ ਸਰਕਾਰ। ਦੂਜੀ ਜਿਹੜੀ ਬਹੁਤ ਮਹੱਤਵਪੂਰਨ ਗੱਲ ਇਹ ਹੈ ਵੀ ਜਿਹੜਾ 113 ਥਾਵਾਂ ਤੇ ਕਹਿ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਧਰਨੇ ਕਿਸਾਨਾਂ ਨੇ ਪੰਜਾਬ 'ਚ ਲਾਏ ਹੋਏ ਆ, ਉਹਦੇ ਤੇ ਉਹ ਕਹਿੰਦੇ ਪੰਜਾਬ ਤੇ ਆਰਥਿਕ ਬੋਝ ਪੈ ਰਿਹਾ। ਪੰਜਾਬ ਦੇ ਲੋਕ ਤਾਂ ਖੁਸ਼ ਹੈ ਇਹਨਾਂ ਧਰਨਿਆਂ ਤੋਂ, ਕਿਉਂਕਿ ਪਿਛਲੇ 1 ਸਾਲ ਤੋਂ ਟੋਲ ਪਲਾਜ਼ਿਆਂ ਤੇ ਲੱਗੇ ਹੋਏ ਧਰਨਿਆਂ ਕਰਕੇ ਟੋਲ ਪਲਾਜ਼ੇ ਫ੍ਰੀ ਹੋਏ ਆ ਤੇ ਪੰਜਾਬ ਦੇ ਲੋਕ ਜਿਹਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣਾ, ਸਵੇਰੇ ਜਾਣਾ ਸ਼ਾਮ ਤੱਕ ਮੁੜਨਾ, ਜਿਹੜਾ 700-800 ਰੁਪਏ ਟੋਲ ਦਾ ਲੱਗਦਾ ਸੀ ਉਹ ਤੋਂ ਬਚਿਆ ਹੋਇਆ ਨਾ ਉਹ ਆਮ ਨਾਗਰਿਕ ਦਾ। ਤੇ ਕਿਹੜਾ ਨਾ ਉਹ ਪੰਜਾਬ ਸਰਕਾਰ ਦੇ ਖਿਲਾਫ ਹੈ ਟੋਲ ਪਲਾਜ਼ਾ ਤੇ ਧਰਨੇ, ਨਾ ਉਹ ਪੰਜਾਬ ਦੇ ਲੋਕਾਂ ਦੇ ਖਿਲਾਫ ਹੈ। ਪੰਜਾਬ ਦੇ ਲੋਕ ਤਾਂ ਇਸ ਗੱਲੋਂ ਖੁਸ਼ ਨੇ। ਜੇ ਨੁਕਸਾਨ ਹੋ ਰਿਹਾ ਤੇ ਪ੍ਰਾਈਵੇਟ ਕੰਪਨੀਆਂ ਦਾ ਹੋ ਰਿਹਾ। ਕੀ ਕੈਪਟਨ ਅਮਰਿੰਦਰ ਸਿੰਘ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਦੇਣਾ ਚਾਹੁੰਦੇ ਆ ਜਾਂ ਫਿਰ ਨਰਿੰਦਰ ਮੋਦੀ ਦੀ ਭੁਲਕੀ ਤੋਂ ਡਰੇ ਹੋਏ ਆ ਜਿਹੜਾ ਉਹਨਾਂ ਨੇ ਇਸ ਕਿਸਮ ਦਾ ਬਿਆਨ ਦਿੱਤਾ? ਕਿਉਂਕਿ ਸਰਕਾਰ ਦੇ ਪਿੱਛੇ 5-7 ਦਿਨ ਪਹਿਲਾਂ ਇੱਕ ਚਿੱਠੀ ਜਾਰੀ ਕੀਤੀ ਪੰਜਾਬ ਸਰਕਾਰ ਨੂੰ, ਦਿੱਲੀ ਦੀ ਸਰਕਾਰ ਨੇ, ਕੇਂਦਰ ਸਰਕਾਰ ਨੇ, ਵੀ ਟੋਲ ਪਲਾਜ਼ਾ ਤੋਂ ਧਰਨੇ ਉਠਵਾਓ ਜੀ। ਤੇ ਇਹਦਾ ਮਤਲਬ ਹੈ ਉਹਦੀ ਰੋਸ਼ਨੀ 'ਚ ਦੇਖਿਆ ਜਾ ਸਕਦਾ ਹੈ ਕਿ ਜਿਹੜਾ ਇਹਨਾਂ ਨੇ ਕਿਹਾ ਕਿ ਇਹ ਧਰਨੇ ਚੱਕ ਲਏ ਜਾਣ, ਕਿਉਂਕਿ ਉਹ ਪੰਜਾਬ ਸਰਕਾਰ ਦੇ ਖਿਲਾਫ ਤਾਂ ਧਰਨੇ ਹੈ ਨਹੀਂ। ਫਿਰ ਜਿਹੜੇ ਰਿਲਾਇੰਸ ਦੇ ਸਾਈਲੋ ਆ ਜਾਂ ਅਡਾਨੀਆਂ ਦੇ ਸਾਈਲੋ, ਉਹਨਾਂ ਦੇ ਮੋਹਰੇ ਜਿਹੜੇ ਧਰਨੇ ਲੱਗੇ ਹੋਏ ਆ, ਕੀ ਉਹ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਆ? ਜਿਹੜੀ ਖੁਸ਼ਕ ਬੰਦਰਗਾਹ ਲੁਧਿਆਣੇ ਜਿਹਦੇ ਵਾਲੀ ਚੁੱਕੀ ਗਈ ਹੈ, ਉਹ ਲਗਾਤਾਰ ਜਿਹੜਾ ਧਰਨਾ ਕਿਸਾਨਾਂ ਨੇ ਦਿੱਤਾ ਉਹ ਅਡਾਨੀ ਦੀ ਹੈ ਨਾ ਖੁਸ਼ਕ ਬੰਦਰਗਾਹ ਜਿਹੜੀ ਉੱਥੇ ਚੁੱਕੀ ਗਈ ਹੈ। ਉਹ ਸਰਕਾਰ ਪੰਜਾਬ ਗੌਰਮੈਂਟ ਦੀ ਤਾਂ ਹੈ ਨਹੀਂ। ਕੀ ਪੰਜਾਬ ਸਰਕਾਰ ਜਾਂ ਕੈਪਟਨ ਅਮਰਿੰਦਰ ਸਿੰਘ ਹੁਣ ਮਤਲਬ ਪ੍ਰਾਈਵੇਟ ਕੰਪਨੀਆਂ ਜਾਂ ਅਡਾਨੀਆਂ ਅੰਬਾਨੀਆਂ ਦੀ ਬੋਲੀ ਬੋਲਣ ਲੱਗ ਪਿਆ? ਇਸ ਗੱਲ ਦਾ ਜਵਾਬ ਮੰਗਿਆ ਕਿਸਾਨ ਜਥੇਬੰਦੀਆਂ ਨੇ, ਉਹ ਜਵਾਬ ਨਹੀਂ ਦਿੱਤਾ। ਇਹ ਜ਼ਰੂਰ ਕਹਿ ਦਿੱਤਾ ਕੈਪਟਨ ਅਮਰਿੰਦਰ ਨੇ ਜੀ ਮੇਰੇ ਬਿਆਨ ਨੂੰ ਸਿਆਸੀ ਰੰਗਤ ਦਿੱਤੀ ਗਈ ਹੈ, ਪਰ ਜੇ ਤੁਸੀਂ ਕੋਈ ਗੱਲ ਕਹੀ ਹੈ ਤਾਂ ਉਹਦੇ ਰਿਐਕਸ਼ਨ ਦੇ ਵਿੱਚ ਤਾਂ ਗੱਲ ਆਉਣੀ ਸੀ। ਦਸਾਂ ਸਾਹਿਬ, ਜਿਹੜੀ ਕਾਂਗਰਸ ਪਾਰਟੀ 'ਚ ਜਿੱਦਾਂ ਆਪਾਂ ਦੇਖਦੇ ਆ ਰਹੇ ਹਾਂ ਕਿ 2 ਪਾਵਰ ਸੈਂਟਰ ਵਾਲੀ ਗੱਲ ਜਿਹੜੀ ਚੱਲ ਰਹੀ ਆ, ਔਰ ਉਹ ਪਾਵਰ ਸੈਂਟਰ ਵੀ ਇੱਕ ਦੂਜੇ ਦੇ ਵਿਰੋਧੀ, ਨਾਰਥ ਪੋਲ ਤੇ ਸਾਊਥ ਪੋਲ ਵਾਲੀ ਕਹਾਣੀ ਬਣੀ ਪਈ ਆ, ਜਿੱਥੇ ਇੱਕ ਪਾਸੇ ਵਿੱਚ ਕੈਪਟਨ ਸਾਹਿਬ ਮੋਦੀ ਸਰਕਾਰ ਨੂੰ ਖੁਸ਼ ਕਰਨ ਲਈ ਕਹਿ ਲਓ ਜਾਂ ਉਹਨਾਂ ਦੀ ਮਿਲੀ ਭੁਗਤ ਕਹਿ ਲਓ ਜਾਂ ਆਪਣੀ ਅਗਲੀ ਪਲਾਨਿੰਗ ਜਿਹੜੀ ਆ ਵੀ ਜੇ ਕੁਝ ਹੋ ਗਿਆ ਤੇ ਮੈਂ ਕਿੱਥੇ ਜਾਣਾ, ਉਹਨੂੰ ਮੁੱਖ ਰੱਖਦਿਆਂ ਹੋਇਆ ਇੱਕ ਵਿਚਕਾਰਲੀ ਜੀ ਨੀਤੀ ਬਣਾਉਂਦੇ ਆ। ਉਦੋਂ ਉਲਟ ਨਵਜੋਤ ਸਿੱਧੂ ਕੁਝ ਹੋਰ ਤਰ੍ਹਾਂ ਦੇ ਬਿਆਨ ਛੱਡ ਦਿੰਦੇ ਆ। ਨਵਜੋਤ ਸਿੱਧੂ ਦਾ ਅੱਜ ਬਿਆਨ ਆਇਆ ਜਿਹੜੀ ਫਰਦ ਨੂੰ ਲੈ ਕੇ ਕਿਸਾਨਾਂ ਨੇ ਤੌਖਲੇ ਸੀਗੇ, ਜਿਹੜੇ ਉਸ ਦਿਨ ਮੀਟਿੰਗ 'ਚ ਬਿਠਾਏ ਸੀਗੇ ਕਿ ਅਸੀਂ ਫਰਦਾਂ ਦਿਖਾ ਕੇ ਤੁਹਾਡੇ ਕੋਲੋਂ ਚੈੱਕ ਨਹੀਂ ਲੈ ਸਕਦੇ ਆਪਣੀਆਂ ਏਜੰਟਸਾਂ ਦੇ, ਤੇ ਉਹਦੇ ਬਾਰੇ ਨਵਜੋਤ ਸਿੱਧੂ ਨੇ ਜਿਹੜਾ ਇਹਨੂੰ ਕਿਹਾ ਕਿ ਇਹ ਬਿਲਕੁਲ ਗਲਤ ਹੈ ਤੇ ਕੇਂਦਰ ਸਰਕਾਰ ਨੂੰ ਕਾਫੀ ਘੇਰਿਆ। ਪਰ ਕੈਪਟਨ ਸਾਹਿਬ ਜਿਹੜੇ ਅਸਲ 'ਚ ਪਾਵਰ ਦਾ ਮਤਲਬ ਸੈਂਟਰ ਨੇ, ਜਿਨ੍ਹਾਂ ਨੇ ਐਗਜ਼ੈਕਟਿਵ ਪਾਵਰ ਜਿਹੜੀਆਂ ਉਹਨਾਂ ਕੋਲ ਨੇ, ਜਿਨ੍ਹਾਂ ਨੇ ਕੁਝ ਕਰਨਾ ਹੁੰਦਾ, ਉਹ ਉੱਤੇ ਕੁਝ ਗੱਲ ਨਹੀਂ ਬਹੁਤੀ ਕਰ ਰਹੇ। ਇਹ ਕੀ ਕਾਰਨ? ਉਹ ਸੈਂਟਰ ਗਵਰਨਮੈਂਟ ਦੀ ਮਰਜ਼ੀ ਮੁਤਾਬਕ ਹੀ ਕਹਿੰਦੇ ਹਾਂਜੀ ਇਹ ਤੇ ਕਰਨਾ ਹੀ ਪਏਗਾ, ਇਹ ਤਾਂ ਫਿਰ ਕਾਨੂੰਨੀ ਆ ਜੀ, ਇਦਾਂ ਦੀ ਗੱਲ ਕਰਦੇ ਆ। ਨਵਜੋਤ ਸਿੱਧੂ ਨੇ ਇੱਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਨੂੰ ਵੀ ਚਿੱਠੀ ਲਿਖੀ ਸੀ। ਕੈਪਟਨ ਅਮਰਿੰਦਰ ਨੂੰ ਚਿੱਠੀ ਲਿਖ ਕੇ ਜਿਹੜੀ ਕਿਸਾਨ ਜਥੇਬੰਦੀਆਂ ਦੇ ਨਾਲ ਆਗੂਆਂ ਨਾਲ ਜਿਹੜੀ ਚੰਡੀਗੜ੍ਹ 'ਚ ਮੀਟਿੰਗ ਹੋਈ, ਉਹਦੇ 'ਚ ਜਿਹੜੀਆਂ ਗੱਲਾਂ ਤੇ ਸਹਿਮਤੀ ਪ੍ਰਗਟ ਕਰਕੇ ਆਏ ਸੀ ਨਵਜੋਤ ਸਿੱਧੂ, ਪ੍ਰਗਟ ਸਿੰਘ ਤੇ ਕੁਲਜੀਤ ਨਾਗਰਾ, ਉਹਦੀ ਰੌਸ਼ਨੀ ਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਵੀ ਚਿੱਠੀ ਲਿਖੀ ਸੀ, ਜਿਹਦੇ 'ਚ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ, ਜਿਹਦਾ ਹਾਲੇ ਕੋਈ ਜਵਾਬ ਜਿਹੜਾ ਆ ਕੈਪਟਨ ਅਮਰਿੰਦਰ ਨੇ ਨਹੀਂ ਦਿੱਤਾ। ਈਵਨ ਜਿਹੜਾ ਪਹਿਲਾਂ ਵੀ ਤਾਲਮੇਲ ਕਮੇਟੀ ਵੀ ਬਣੀ ਹੈ, ਉਹਦੀ ਇੱਕੋ ਮੀਟਿੰਗ ਕਾਲ ਹੋਈ ਸੀ। ਉਹ ਮੀਟਿੰਗ ਇਸ ਕਰਕੇ ਨਹੀਂ ਹੋ ਸਕੀ ਕਿ ਖੁਦ ਨਵਜੋਤ ਸਿੰਘ ਸਿੱਧੂ ਦਿੱਲੀ ਗਏ ਹੋਏ ਸੀ ਤੇ ਇਹ ਕਹਿ ਕੇ ਉਹ ਮੀਟਿੰਗ ਜਿਹੜੀ ਨਹੀਂ ਕੀਤੀ ਗਈ ਵੀ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਜਿਹੜੇ ਇੱਥੇ ਮੌਜੂਦ ਨਹੀਂ ਹੈ।
ਤੇ ਉਸ ਤੋਂ ਬਾਅਦ ਵੀ ਕੋਈ ਮੀਟਿੰਗ ਕਾਲ ਨਹੀਂ ਹੋਈ। ਤੇ ਈਵਨ ਜਿਹੜੀ ਨਵਜੋਤ ਸਿੰਘ ਸਿੱਧੂ ਪਹਿਲਾਂ ਮੰਗ ਉਠਾਉਂਦੇ ਰਹੇ ਆ ਵੀ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਲੰਮਾ ਸੈਸ਼ਨ ਚਾਹੀਦਾ, 5-7 ਦਿਨਾਂ ਦਾ ਚਾਹੀਦਾ, ਜਿਹਦੇ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਹਾਂ ਇੱਕ ਦਿਨ ਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਪ੍ਰਕਾਸ਼ ਪੁਰਬ ਨੂੰ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਸੀਂ ਕਰ ਲਿਆ, ਤੇ ਬਾਕੀ ਜਿਹੜਾ ਹੈ ਉਹ ਬੜੀ ਛੇਤੀ ਜਿਹੜਾ 5-4 ਦਿਨ ਦਾ ਅਸੀਂ ਕਰਾਂਗੇ। ਉਹਦੇ ਤੇ ਵੀ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਚੱਲ ਰਹੀ। ਨਾ ਹੁਣ ਨਵਜੋਤ ਸਿੰਘ ਸਿੱਧੂ ਗੱਲ ਉਠਾ ਰਿਹਾ ਹੈ, ਨਾ ਵਿਰੋਧੀ ਪਾਰਟੀਆਂ ਵਾਲੇ ਉਠਾ ਰਹੇ ਆ ਕਿ ਇੱਕ ਸੈਸ਼ਨ ਚਾਹੀਦਾ ਆ, ਤੇ ਨਾ ਹੀ ਕੈਪਟਨ ਅਮਰਿੰਦਰ ਨੇ ਇੱਥੇ ਕੋਈ ਗੱਲ ਕੀਤੀ ਹੈ, ਤੇ ਨਾ ਹੀ ਜਿਹੜੀ ਚਿੱਠੀ ਲਿਖੀ ਨਵਜੋਤ ਸਿੱਧੂ ਨੇ ਕਿਸਾਨ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਨੂੰ, ਉਹਦੇ ਤੇ ਕੋਈ ਗੱਲ ਹੋਈ ਹੈ। ਹੁਣ ਜਿਹੜੀ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ, ਉਹ ਟਵੀਟ ਰਾਹੀਂ ਕੀਤੀ ਹੈ। 2 ਟਵੀਟ ਉਹਨਾਂ ਨੇ ਕੀਤੇ ਆ। ਪਹਿਲਾ ਇੱਕ ਟਵੀਟ ਉਹਨਾਂ ਨੇ ਕੀਤਾ ਵੀ ਜਿਹੜੀ ਐਗਰੀਕਲਚਰ ਹੈ ਜਾਂ ਸਾਡੀ ਜਿਹੜੀ ਖੇਤੀ ਹੈ, ਉਹ ਖੇਤੀ 1/3 ਖੇਤੀ ਜਿਹੜੀ ਉਹ ਪੱਠੇ ਤੇ ਹੁੰਦੀ ਹੈ। ਤੇ ਜਿੱਦਾਂ ਆਪਾਂ ਇੱਥੇ ਪਹਿਲੇ ਗੱਲ ਕਰਦੇ ਰਹੇ ਹਾਂ ਕਿ 40% ਦੇ ਕਰੀਬ ਜਿਹੜੀ ਸਾਡੀ ਇੱਥੇ ਖੇਤੀ ਹੈ ਉਹ ਲੀਜ਼ ਤੇ ਜਾਂ ਠੇਕੇ ਤੇ ਜਿਹੜੀ ਹੁੰਦੀ ਹੈ, ਤੇ ਬਹੁਤੇ ਜ਼ਮੀਨ ਦੇ ਮਾਲਕ ਜਿਹੜੀ ਠੇਕੇ ਤੇ ਖੇਤੀ ਹੁੰਦੀ ਆ ਉਹ ਇੱਥੇ ਨਹੀਂ ਰਹਿੰਦੇ, ਉਹ ਵਿਦੇਸ਼ਾਂ ਦੇ ਵਿੱਚ ਹੈਗੇ ਆ। ਇਸ ਕਰਕੇ ਫਰਦ ਵਾਲਾ ਮਾਮਲਾ ਦੂਜੇ ਟਵੀਟ 'ਚ ਉਹਨਾਂ ਨੇ ਇਹੀ ਕਿਹਾ ਕਿ ਫਰਦ ਜਿਹੜੀ ਹੈ ਉਹਦਾ ਕੋਈ ਮਤਲਬ ਨਹੀਂ ਹੈ। ਕੇਂਦਰ ਸਰਕਾਰ ਨੂੰ ਘੇਰਨ ਦੀ ਗੱਲ ਇਹ ਸੀ ਤੇ ਸੀ ਕਿ ਕੇਂਦਰ ਸਰਕਾਰ ਇਹ ਸ਼ਰਤ ਹਟਾਵੇ ਵੀ ਜਿਹੜਾ ਅਸਲੀ ਮਾਲਕ ਕਿਤੇ ਹੋਰ ਬੈਠਾ ਤੇ ਠੇਕੇ ਤੇ ਖੇਤੀ ਕਰਨ ਵਾਲਾ ਕਿਵੇਂ ਫਿਰ ਆਪਣੇ ਪੈਸੇ ਲੈ ਸਕਦਾ, ਉਹਦੇ ਅਕਾਊਂਟ 'ਚ ਕਿਵੇਂ ਪੈਸੇ ਹੋਣਗੇ। ਇਹ ਮੰਗਾਂ ਉਹਨਾਂ ਨੇ ਕੀਤੀਆਂ ਜਿਹੜੀਆਂ ਆਪਣੇ ਟਵੀਟ ਰਾਹੀਂ ਜਾਂ ਪਹਿਲਾਂ ਜਿਹੜੀ ਚਿੱਠੀ ਲਿਖੀ ਕੈਪਟਨ ਅਮਰਿੰਦਰ ਰਾਹੀਂ। ਪਰ ਕੈਪਟਨ ਅਮਰਿੰਦਰ ਵੱਲੋਂ ਇਹਦੇ 'ਚ ਕਿਸੇ ਕਿਸਮ ਦਾ ਕੋਈ ਪ੍ਰਤੀਕਰਮ ਨਹੀਂ ਹੈ, ਨਾ ਹੀ ਕੋਈ ਇਸ ਗੱਲ ਨੂੰ ਬੋਲਿਆ ਜਾ ਰਿਹਾ ਹੈ। ਤੇ ਇਸ ਕਰਕੇ ਸਥਿਤੀ ਇਹ ਜ਼ਰੂਰ ਬਣ ਰਹੀ ਹੈ ਕਿ ਕਈ ਵਾਰੀ ਇਹ ਲੱਗਦਾ ਆ ਸਾਫ਼ ਤੌਰ ਦੇ ਉੱਤੇ ਵੀ ਕੈਪਟਨ ਅਮਰਿੰਦਰ ਦਾ ਜਿਹੜਾ ਕੰਮ ਜਿਵੇਂ ਉਹ ਕਰ ਰਹੇ ਨੇ ਜਾਂ ਜਿਵੇਂ ਚੱਲ ਰਹੇ ਨੇ, ਉਹ ਕਿਤੇ ਨਾ ਕਿਤੇ ਜਾ ਕੇ ਕੇਂਦਰ ਦੀ ਸਰਕਾਰ ਦੇ ਪੱਖ ਵਿੱਚ ਕਈ ਗੱਲਾਂ ਚੱਲ ਜਾਂਦੀਆਂ ਜਦੋਂ ਇਹਦੇ 'ਚ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਬੋਲਦੇ ਨਹੀਂ ਹੈ ਜਾਂ ਐਕਸ਼ਨ 'ਚ ਨਹੀਂ ਆਉਂਦੇ ਹੈ। ਇਹ ਚਿੱਠੀ ਜਿਹੜੀ ਜਾਂ ਟਵੀਟ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਕੀਤੇ ਆ ਪੰਜਾਬ ਸਰਕਾਰ ਵੱਲੋਂ, ਇਹ ਅਸਲ 'ਚ ਚਿੱਠੀ ਲਿਖੀ ਜਾਣੀ ਚਾਹੀਦੀ ਸੀ ਕੇਂਦਰ ਦੀ ਸਰਕਾਰ ਨੂੰ ਵੀ ਇਸ ਮਸਲੇ ਦੇ ਉੱਤੇ ਵਿਚਾਰ ਕੀਤਾ ਜਾਏ ਤੇ ਇਹਨੂੰ ਫਰਦ ਦੀ ਜਿਹੜੀ ਸ਼ਰਤ ਹੈ ਇਹਨੂੰ ਬਾਹਰ ਕਰ ਦਿੱਤਾ ਜਾਏ। ਚਾਹੀਦਾ ਤਾਂ ਇਹੀ ਹੈ ਕਿ ਪੰਜਾਬ ਸਰਕਾਰ ਇਹ ਮਸਲਾ ਕੇਂਦਰ ਸਰਕਾਰ ਦੇ ਕੋਲ ਉਠਾਵੇ, ਪਰ ਪੰਜਾਬ ਸਰਕਾਰ ਇਹ ਮਸਲਾ ਉਠਾਉਣ ਦੀ ਥਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਇਹ ਮਸਲਾ ਉਠਾਉਣ ਦੀ ਥਾਂ ਤੇ ਉਹ ਐਜ਼ ਏ ਅਗਲੇ ਚੀਫ ਮਿਨਿਸਟਰ ਬਣਨ ਦੀ ਜਿਹੜੀ ਕੰਪੇਨ ਹੈ ਉਹ ਲਗਭਗ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਤੇ ਇਸ ਕਰਕੇ ਆਮ ਕਿਸਾਨ ਹੈ ਜਿਹੜਾ, ਆਮ ਜਨ ਹੈ ਜਿਹੜਾ, ਜਾਂ ਜਿਹੜੇ ਵੀ ਲੋਕ ਥੋੜੇ ਚਿੰਤਾ ਕਰਦੇ ਨੇ ਸਾਰੇ ਮਸਲਿਆਂ ਦੇ ਉੱਤੇ, ਉਹਨਾਂ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਹੜੀ ਚਾਲ ਚੱਲ ਰਹੇ ਨੇ, ਉਹ ਉਹਨਾਂ ਨੂੰ ਲਗਭਗ ਸਾਫ਼ ਸਮਝ ਆਉਣ ਲੱਗਾ ਹੈ। ਜੀ ਅੱਛਾ ਦਸਾਂਝ ਸਾਹਿਬ, ਵੈਸੇ ਕੇਂਦਰ ਦੀ ਸਰਕਾਰ ਜਿਹੜੀ ਇਸ ਗੱਲ ਤੇ ਬਹੁਤੀ ਬਜਿੱਦ ਕਿਉਂ ਆ, ਜਦੋਂ ਕਿ ਹਕੀਕਤ ਇਹ ਆ ਕਿ ਇਹ ਫਰਦ ਜਿਹੜੀ ਆ ਕਿਸਾਨ ਪੂਰੀ ਆਪਣੀ ਜਿਹੜੀ ਖੇਤੀ ਕਰਦੇ ਨੇ ਉਹਦੀ ਉਹ ਪੇਸ਼ ਕਰ ਹੀ ਨਹੀਂ ਸਕਦੇ, ਟੈਕਨੀਕਲੀ ਮਤਲਬ ਪੋਸੀਬਲ ਹੀ ਨਹੀਂਗਾ। ਔਰ ਦੂਜੀ ਗੱਲ ਆ ਪੰਜਾਬ ਦੇ ਵਿੱਚ ਜਿਹੜੀ ਆ ਜਮਾਬੰਦੀ ਤੇ 5 ਸਾਲ ਬਾਅਦ ਹੋ ਜਾਂਦੀ ਆ। ਜਿਹੜੇ ਖੇਤੀ ਨਾਲ ਸੰਬੰਧਿਤ ਲੋਕ ਨੇ ਉਹ ਜਾਣਦੇ ਨੇ ਕਿ ਪਰਿਵਾਰਾਂ ਦੇ ਵਿੱਚ ਤਕਸੀਮ ਨਹੀਂ ਹੋਈ ਜ਼ਮੀਨ, ਦਾਦੇ ਤੱਕ 3 ਪੀੜ੍ਹੀਆਂ ਦੇ ਨਾਂ ਤੇ ਅਜੇ ਉਦਾਂ ਹੀ ਚੱਲੀ ਆ ਰਹੀ ਆ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਕਿ ਜ਼ਮੀਨਾਂ ਦੀ ਵੰਡ ਇਦਾਂ ਹੈ ਕਿ ਪਰਿਵਾਰ ਕੋਈ ਛੱਡ ਕੇ ਬੰਬੇ ਚਲ ਗਿਆ, ਕੋਈ ਕਿਤੇ ਚਲ ਗਿਆ, ਤੇ ਨਾ ਉਹਨਾਂ ਦੇ ਪੁੱਤ ਪੋਤਰਿਆਂ ਦੇ ਚੱਲੇ ਆ ਰਹੇ ਆ, ਤੇ ਉਹਦੇ ਹਿੱਸੇ ਜਿਹੜੇ ਲਿਖੇ ਹੁੰਦੇ ਆ ਪਟਵਾਰੀਆਂ ਨੇ ਉਹਦੀ ਭਾਸ਼ਾ ਵੀ ਨਹੀਂ ਸਮਝ ਆਉਂਦੀ। ਉੱਤੇ ਲਿਖਿਆ ਹੁੰਦਾ 3 ਕਨਾਲਾਂ ਹਿੱਸਾ 1/20, 1/15, 1/14, ਉਹ ਬੜਾ ਕੁਝ ਅਜੀਬ ਜਿਹਾ ਲਿਖਿਆ ਹੁੰਦਾ, ਉਹ 'ਚ ਕੋਈ ਪਤਾ ਇਹ ਨਹੀਂ ਕਹਿ ਸਕਦਾ ਕਿ ਮੇਰੇ ਹਿੱਸੇ ਦੀ ਜ਼ਮੀਨ ਕਿੰਨੀ ਆ। ਫਿਰ ਉਹ ਫਰਦ ਕਿਸ ਤਰ੍ਹਾਂ ਲੋਕ ਦੇਣਗੇ? ਜਿਹੜੀਆਂ ਪ੍ਰੈਕਟੀਕਲ ਪ੍ਰੋਬਲਮ ਨੇ ਇਹਨੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ ਸਰਕਾਰਾਂ? ਤੇ ਜੇ ਮੰਨ ਲਓ ਕਿ ਸਰਕਾਰ ਇਸ ਗੱਲ ਤੇ ਬਜਿੱਦ ਰਹਿੰਦੀ ਆ, ਇਹਦਾ ਮਤਲਬ ਇਹ ਹੋਏਗਾ ਫਿਰ ਅੱਧੀ ਫਸਲ ਉਹਨਾਂ ਦੀ ਚੁੱਕੀ ਨਹੀਂ ਜਾਊਗੀ ਕਿਉਂਕਿ ਉਹਨਾਂ ਕੋਲ ਫਰਦਾਂ ਨਹੀਂ ਹੈਗੀਆਂ। ਦੇਖੋ ਇਹਦੇ 'ਚ ਇੱਕ ਬੜੀ ਬਾਰੀਕ ਜਿਹੀ ਗੱਲ ਹੈ। ਤੁਸੀਂ ਉਹ ਜਿਹੜੇ ਤੱਥ ਨੇ ਕੁਝ ਵੀ ਜ਼ਮੀਨਾਂ ਦੇ ਮਾਮਲੇ 'ਚ ਕਿੱਦਾਂ ਦੀ ਸਥਿਤੀ ਹੈ ਉਹ ਪੇਸ਼ ਕੀਤੇ ਨੇ, ਮੈਂ ਉਹ ਗੱਲ ਦੁਹਰਾਉਂਦਾ ਨਹੀਂ। ਪਰ ਇਹ ਆ ਵੀ ਬਹੁਤੇ ਥਾਵਾਂ ਤੇ ਜ਼ਮੀਨਾਂ ਦੇ ਜਿਹੜੇ ਰਿਕਾਰਡ ਹੀ ਨਹੀਂ ਹੈ ਉਸ ਰੂਪ ਦੇ ਵਿੱਚ ਜਿੱਦਾਂ ਚਾਹੀਦੇ ਆ, ਜੇ ਤੁਸੀਂ ਫਰਦ ਦੇ ਕੇ ਜਿਹੜੀ ਆਪਣੀ ਪੇਮੈਂਟ ਲੈਣੀ। ਹੁਣ ਇਹ ਜਿਹੜਾ ਦੂਜੀ ਗੱਲ ਤੁਸੀਂ ਉਠਾ ਰਹੇ ਹੋ ਬੜੀ ਇੰਪੋਰਟੈਂਟ ਇਹ ਹੈ ਵੀ ਜੇ ਹੁਣ ਬਾਈ ਦੀ ਵੇ ਮੰਨ ਲਓ ਤੁਹਾਡੇ ਨਾਂ ਤੇ ਜ਼ਮੀਨ ਹੈਗੀ ਆ ਤੇ ਮੈਂ ਉੱਥੇ ਖੇਤੀ ਕਰਦਾ ਠੇਕੇ ਤੋਂ ਲੈ ਕੇ, ਤੇ ਮੈਂ ਫਸਲ ਲੈ ਕੇ ਜਾਂਦਾ ਤੇ ਉਹ ਫਰਦ ਮੰਗਦੇ, ਮੇਰੇ ਕੋਲ ਫਰਦ ਹੈ ਨਹੀਂ ਤੇ ਮੇਰੀ ਤਾਂ ਫਸਲ ਚੁੱਕੀ ਨਹੀਂ ਗਈ,
ਠੀਕ ਹੈ ਨਾ ਜੀ। ਪੈਸਾ ਮੈਨੂੰ ਕਿਤੋਂ ਮਿਲਣਾ ਨਹੀਂ, ਮੈਂ 1 ਸਾਲ ਔਖਾ ਸੌਖਾ ਹੋ ਕੇ ਸ਼ਾਇਦ ਕੱਢ ਦੇਵਾਂ, ਤੇ ਜਿਹੜਾ ਮੈਂ ਤੁਹਾਨੂੰ ਤਾਂ ਠੇਕਾ ਦੇਣਾ ਹੀ ਹੈ ਨਾ, ਅਲਟੀਮੇਟਲੀ ਜਿੰਨਾ ਵੀ ਠੇਕਾ ਤੈਅ ਹੋਇਆ ਉਹ ਤਾਂ ਦੇਣਾ ਹੀ ਹੈ ਨਾ। ਜੀ ਮੈਂ 1 ਸਾਲ ਔਖਾ ਸੌਖਾ ਕੱਢ ਦੂੰਗਾ, ਦੂਜੇ ਦਿਨ ਮੈਂ ਛੱਡ ਕੇ ਭੱਜ ਜਾਊਂਗਾ। ਨਾ ਤੁਸੀਂ ਉੱਥੇ ਹਾਜ਼ਰ ਹੋ, ਨਾ ਜਿਹੜਾ ਠੇਕੇ ਤੇ ਖੇਤੀ ਕਰ ਰਿਹਾ ਉਹ ਰਿਹਾ ਉੱਥੇ, ਤੇ ਜ਼ਮੀਨ ਫਿਰ ਤੁਸੀਂ ਕੀ ਕਰੋਗੇ ਉਸ ਜ਼ਮੀਨ ਦਾ? ਤੁਹਾਨੂੰ ਲੱਗੂਗਾ ਵੀ ਹੁਣ ਮੈਂ ਕੀ ਕਰਾਂ, ਨਾ ਤੇ ਇਹਨੂੰ ਕੋਈ ਵਾਹ ਸਕਦਾ ਕਿਉਂਕਿ ਪੈਸੇ ਨਹੀਂ ਮਿਲਦੇ। ਠੀਕ ਆ, ਕੌਡੀਆਂ ਦੇ ਭਾਅ ਦੇ ਦਿਓ ਜਿਹਨੂੰ ਦੇਣੀ ਹੈ। ਤੇ ਉਹ ਜਿਹੜੀ ਇੱਕ ਪੂਰੀ ਸਾਜ਼ਿਸ਼ ਹੈ ਵੀ ਜ਼ਮੀਨਾਂ ਚੋਂ ਕਿਸਾਨ ਨੂੰ ਬਾਹਰ ਕਰਨਾ ਹੈ। ਖੇਤੀ ਜਿਹੜੀ ਹੈ ਉਹ ਚੌਪਟ ਧੰਦੇ ਦੇ ਤੌਰ ਤੇ ਪੇਸ਼ ਕਰਨੀ ਹੈ, ਤੇ ਜਿਹੜਾ ਕਿਸਾਨ ਖੇਤ ਦੇ ਵਿੱਚ ਖੜਾ ਇਸ ਵੇਲੇ ਦਿਖਾਈ ਦੇ ਰਿਹਾ ਉਹ ਖੇਤ ਚੋਂ ਬਾਹਰ ਕਰਦਾ ਹੈ। ਇਹ ਪੂਰੀ ਦੀ ਪੂਰੀ ਇੱਕ ਯੋਜਨਾ ਦਾ ਹਿੱਸਾ ਆ ਵੀ ਆਉਂਦੇ 10 ਸਾਲਾਂ ਤੱਕ ਜਿਹੜਾ ਫਾਰਮਰ ਹੈ ਉਹਨੂੰ ਖੇਤ ਚੋਂ ਬਾਹਰ ਕੱਢ ਕੇ ਜਿਹੜਾ ਆ ਸ਼ਹਿਰਾਂ 'ਚ ਪਹੁੰਚਾਉਣਾ ਹੈ। ਸ਼ਹਿਰਾਂ 'ਚ ਕੀ ਕਰਨਾ ਉਹਨੇ? ਜਿਹੜਾ ਕਿਸਾਨ ਖੇਤੀ ਕਰਦਾ ਉਹ ਹੱਟੀ ਤਾਂ ਪਾ ਨਹੀਂ ਸਕਦਾ। ਸ਼ਹਿਰਾਂ 'ਚ ਫਿਰ ਉਹ ਸਧਾਰਨ ਮਜ਼ਦੂਰ ਬਣੇਗਾ, ਜਾਂ ਫਿਰ ਆਪਣੇ ਹੀ ਖੇਤਾਂ ਦੇ ਵਿੱਚ ਜਿਹੜੀ ਕੰਟਰੈਕਟ ਫਾਰਮਿੰਗ ਦੇ ਨਾਂ ਦੇ ਉੱਤੇ ਹਜ਼ਾਰ ਏਕੜ ਜਿਹੜੇ ਲੈਣੇ ਆ, ਉੱਥੇ ਆਪਣੇ ਹੀ ਖੇਤਾਂ ਦੇ ਜਿਹੜਾ ਉਹ ਕਦੇ ਮਾਲਕ ਹੁੰਦਾ ਸੀ ਉੱਥੇ ਮਜ਼ਦੂਰੀ ਕਰੂਗਾ। ਇਹੀ ਕੁਝ ਹੋਇਆ ਨਾ ਬਾਕੀ ਮੁਲਕਾਂ ਦੇ ਵਿੱਚ ਵੀ ਜਿੱਥੇ ਸਾਰਾ ਕੁਝ ਪਹਿਲਾਂ ਕੀਤਾ ਗਿਆ। ਸੋ ਇਹ ਜਿਹੜਾ ਫਰਦ ਵਾਲਾ ਮਾਮਲਾ ਵੀ ਹੈ, ਇਹ ਵੀ ਅਸਲ 'ਚ ਉਸ ਪਾਸੇ ਵੱਲ ਨੂੰ ਸੇ ਦਿੱਤਾ ਵੀ ਕਿਸਾਨ ਨੂੰ ਔਖਾ ਹੀ ਇੰਨਾ ਕਰ ਦਿਓ ਵੀ ਉਹਨੂੰ ਜਦ ਕੁਝ ਮਿਲਦਾ ਹੀ ਨਹੀਂ ਉਹ ਛੱਡ ਕੇ ਭੱਜ ਜਾਵੇ। ਸੋ ਇਹ ਸ਼ਿਕੰਜਾ ਇੱਕ ਕਿਸਮ ਦਾ ਕੱਸਿਆ ਜਾ ਰਿਹਾ ਕਿਸਾਨ ਨੂੰ, ਜਾਂ ਜਿਹੜਾ ਵੀ ਉੱਥੇ ਖੇਤੀ ਕਰ ਰਿਹਾ ਉਹਨੂੰ ਖੇਤ ਚੋਂ ਬਾਹਰ ਕਰਨ ਦੀ ਸਾਜ਼ਿਸ਼ ਦਾ ਹਿੱਸਾ ਇਹਨੂੰ ਮੰਨਿਆ ਜਾਣਾ ਚਾਹੀਦਾ। ਥੋੜੀ ਜੀ ਗੱਲ ਅੱਜ ਫੇਰ ਆਪਾਂ ਕੇਜਰੀਵਾਲ ਰਾਂ ਦੀ ਪਾਰਟੀ ਦੀ ਵੀ ਕਰ ਲਈਏ। ਕੇਜਰੀਵਾਲ ਜੀ ਜਿਸ ਤਰੀਕੇ ਨਾਲ ਵਿਚਰ ਰਹੇ ਆ ਪੰਜਾਬ ਦੇ ਵਾਸਤੇ ਤੇ ਹੈ ਹੀ ਹੈ, ਪਰ ਨਾਲ ਦੀ ਨਾਲ ਜਿਸ ਤਰੀਕੇ ਨਾਲ ਉਹ ਪਾਰਟੀ ਚਲਾ ਰਹੇ ਉੱਤੇ ਬੜੇ ਸਵਾਲ ਖੜੇ ਹੋ ਰਹੇ ਆ। ਆਸ਼ੂਤੋਸ਼ ਰਾਂ ਨੇ ਕਾਫੀ ਸਵਾਲ ਉਠਾਏ ਜੀ, ਪਾਰਟੀ ਦੇ ਕਦੀ ਉਹ ਪੱਤਰਕਾਰੀ ਛੱਡ ਕੇ ਫੁੱਲ ਟਾਈਮ ਪਾਰਟੀ 'ਚ ਆਏ ਸੀ, ਪਾਰਟੀ ਦੇ ਪ੍ਰਵਕਤਾ ਵਜੋਂ ਵੀ ਕੰਮ ਕਰਦੇ ਰਹੇ, ਤੇ ਹੁਣ ਉਹ ਕਹਿ ਰਹੇ ਨੇ ਕਿ ਜਿੱਦਾਂ ਕਾਂਗਰਸ ਪਾਰਟੀ ਨਹਿਰੂ ਪਰਿਵਾਰ, ਗਾਂਧੀ ਪਰਿਵਾਰ ਦੇ ਆਲੇ ਦੁਆਲੇ ਘੁੰਮੀ ਜਾਂਦੀ ਆ, ਸਮਾਜਵਾਦੀ ਪਾਰਟੀ ਮੁਲਾਇਮ ਸਿੰਘ ਦੇ ਪਰਿਵਾਰ ਤੋਂ ਬਾਹਰ ਨਹੀਂ ਨਿਕਲਦੀ, ਤੇ ਬਹੁਜਨ ਸਮਾਜਵਾਦੀ ਪਾਰਟੀ ਤੇ ਕਬਜ਼ਾ ਕਰਕੇ ਬੈਠੀ ਮਾਇਆਵਤੀ, ਉਹਦੇ ਤੋਂ ਵੀ ਭੈੜਾ ਹਾਲ ਕੇਜਰੀਵਾਲ ਰਾਂ ਕਰਤਾ। ਜਿੰਨੀਆਂ ਗੱਲਾਂ ਲੈ ਕੇ ਆਏ ਸੀ ਉਹ ਤੇ ਇੱਕ ਤੇ ਵੀ ਅਮਲ ਨਹੀਂ ਕੀਤਾ। 8 ਸਾਲ ਤੋਂ ਉਹ ਆਪਣੇ ਆਪ ਹੀ ਲੀਡਰ ਬਣ ਜਾਂਦੇ ਆ ਤੇ ਆਪਣਾ ਉਹਦਾ ਗਾਂਹ ਵਧਾਈ ਜਾਂਦੇ ਆ, ਤੇ ਕੋਈ ਡੈਮੋਕ੍ਰੇਸੀ ਪਾਰਟੀ 'ਚ ਨਹੀਂ ਆ, ਕੋਈ ਲੋਕਪਾਲ ਨਹੀਂ ਆ। ਜਿਹੜੇ ਮੁੱਦੇ ਲੈ ਕੇ ਆਏ ਸੀ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਕਿਤੇ ਡਸਟਬਿਨ 'ਚ ਉਹਨਾਂ ਸੁੱਟ ਦਿੱਤੇ ਆ। ਤੇ ਕੀ ਤੁਹਾਨੂੰ ਲੱਗਦਾ ਹੈ ਕਿ ਕੇਜਰੀਵਾਲ ਜੀ ਆਖਰਕਾਰ ਆਪਣੀ ਪਾਰਟੀ ਦਾ ਆਪ ਹੀ ਕਿਉਂ ਨੁਕਸਾਨ ਕਰ ਰਹੇ ਆ ਲਗਾਤਾਰ, ਜਦੋਂ ਉਹ ਬੜੇ ਸੀਨੀਅਰ ਪੌਦੇ ਤੇ ਰਹੇ ਨੇ, ਅਫਸਰ ਰਹੇ ਨੇ, ਉਹ ਲੋਕਾਂ ਨੂੰ ਸਮਝਦੇ ਹੋਣਗੇ। ਉਹ ਪਾਰਟੀ ਹੁਣ ਜੇ ਬਣਾਈ ਆ ਤੇ ਉਹਨਾਂ ਨੇ ਕੁਝ ਉਹਦੇ ਪਿੱਛੇ ਸਟਰਗਲ ਵੀ ਆ, ਮੰਨਣੀ ਚਾਹੀਦੀ ਇਹ ਗੱਲ, ਪਰ ਕੀ ਹੋ ਗਿਆ ਕਿ ਉਹਨਾਂ ਨੂੰ ਸਾਰਾ ਕੁਝ ਹੀ ਭੁੱਲ ਗਿਆ ਇੱਥੇ ਆ ਕੇ, ਤੇ ਉਹ ਸਾਰੇ ਜਿਹੜੀਆਂ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਸੀ ਕਿ ਪਾਰਟੀ ਦੇ ਅੰਦਰ ਡੈਮੋਕ੍ਰੇਸੀ ਹੋਏਗੀ, ਇਹ ਹੋਏਗਾ, ਤੇ ਜਿਸ ਤਰੀਕੇ ਨਾਲ ਵਰਕਰ ਨੇ ਉਹ ਨਿਰਾਸ਼ ਤੇ ਹਤਾਸ਼ ਹੋ ਰਹੇ ਆ। ਤੁਸੀਂ ਸੋਸ਼ਲ ਮੀਡੀਆ ਚੈੱਕ ਕਰ ਲਓ ਪਿਛਲੇ 3-4 ਦਿਨਾਂ ਦਾ, ਤੇ ਲੋਕ ਆਮ ਆਦਮੀ ਪਾਰਟੀ ਤੋਂ ਕਿੰਨੇ ਦੁਖੀ ਨੇ। ਐ ਲੱਗਦਾ ਕਿ ਉਹਨੇ ਸ਼ਾਇਦ ਅਕਾਲੀਆਂ ਤੋਂ ਤੇ ਕਾਂਗਰਸੀਆਂ ਤੋਂ ਵੀ ਨਹੀਂ ਹੋਣੇ ਜਿੰਨਾ ਕ੍ਰਿਟਿਸਿਜ਼ਮ ਉਹਨਾਂ ਦਾ ਹੋ ਰਿਹਾ। ਤੇ ਜਿੱਦਾਂ ਉਹ ਸੀਟਾਂ ਵੰਡ ਰਹੇ ਨੇ ਅਕਾਲੀਆਂ ਤੋਂ, ਅੱਜ ਕੱਲ ਉਹਨਾਂ ਐਲਾਨ ਕਰਤਾ ਕਿ ਸੇਵਾ ਸਿੰਘ ਸੇਖਵਾਂ ਦੇ ਬੇਟੇ ਨੂੰ ਅਸੀਂ ਦੇਵਾਂਗੇ, ਤੇ ਕੀ ਉਸ ਪਰਿਵਾਰ ਦੀ ਕੰਟਰੀਬਿਊਸ਼ਨ ਹੈ ਜੀ ਆਮ ਆਦਮੀ ਪਾਰਟੀ ਵਾਸਤੇ? 4 ਦਿਨ ਪਹਿਲਾਂ ਹੀ ਇੱਕ ਉਹਨਾਂ ਦਾ ਉਪਦੇਸ਼ ਆਇਆ ਸੀਗਾ ਕਿ ਲਗਨ ਨਾਲ ਕੰਮ ਕਰਦੇ ਰਹੋ, ਪਾਰਟੀ ਤੁਹਾਡੇ ਘਰ ਪਹੁੰਚ ਕੇ ਤੁਹਾਨੂੰ ਉਹਦਾ ਖਜ਼ਾਨਾ ਦੇਗੀ, ਤੁਹਾਨੂੰ ਉਹਦੇ ਦੀ ਟਿਕਟਾਂ ਆਪ ਪਹੁੰਚ ਕੇ ਦੇਗੀ। ਤੇ ਕੀ ਸੇਵਾ ਸਿੰਘ ਸੇਖਵਾਂ ਦੇ ਪਰਿਵਾਰ ਦਾ ਕਿੰਨਾ ਕੁ ਵੱਡਾ ਯੋਗਦਾਨ ਹੈ ਜਿਹੜਾ ਉਹਨਾਂ ਨੇ ਉਹ ਇੱਕ ਲੜਕੇ ਨੂੰ ਉਹਦੇ ਨੂੰ ਸੀਟ ਦੇ ਦਿੱਤੀ ਆ? ਮੈਨੂੰ ਤਾਂ ਲੱਗਦਾ ਉਹ ਦੂਜਿਆਂ ਤੋਂ ਵੀ ਮਤਲਬ ਅੱਗੇ ਲੰਘ ਚੱਲੇ ਆ ਇਹਨਾਂ ਗੱਲਾਂ 'ਚ। ਦੇਖੋ ਇਹ ਸਾਰੀਆਂ ਗੱਲਾਂ ਜਿਹੜੀਆਂ ਆਸ਼ੂਤੋਸ਼ ਉਹਨਾਂ ਨੇ ਉਠਾਈਆਂ, ਲਗਭਗ ਇਹ ਗੱਲਾਂ ਅਸੀਂ ਕਰਦੇ ਵੀ ਰਹੇ ਹਾਂ ਵੀ ਜਦੋਂ ਆਮ ਆਦਮੀ ਪਾਰਟੀ ਦੋਸ਼ ਲਾਉਂਦੀ ਰਹੀ ਹੈ ਕਾਂਗਰਸ ਤੇ ਜਾਂ ਵੱਖ-ਵੱਖ ਖੇਤਰੀ ਪਾਰਟੀਆਂ ਤੇ ਵੀ ਲਓ ਜੀ ਇਹਨਾਂ ਦੀ ਹਾਈਕਮਾਨ ਜਿਹੜੀ ਹੈ, ਇਹਨਾਂ ਦੀ ਹਾਈਕਮਾਨ ਟੱਬਰ ਤੇ ਕੇਂਦਰਿਤ ਹੈ। ਜੇ ਕਾਂਗਰਸ ਦਾ ਤਾਂ ਉਹਦੀ ਹਾਈਕਮਾਨ ਗਾਂਧੀ ਪਰਿਵਾਰ ਹੈ, ਜੇ ਸ਼੍ਰੋਮਣੀ ਅਕਾਲੀ ਦਲ ਹੈ ਤਾਂ ਬਾਦਲ ਪਰਿਵਾਰ ਹੈ। ਇੱਦਾਂ ਹੀ ਜਿਹੜੇ ਬਾਕੀ ਵੱਖ ਖੇਤਰੀ ਪਾਰਟੀਆਂ ਦੇ ਲੋਕ ਨੇ, ਈਵਨ ਮੈਂ ਇਹ ਵੀ ਕਹਿ ਰਿਹਾ ਸੀ ਕੱਲ ਪਰਸੋਂ ਵੀ ਭਾਰਤੀ ਜਨਤਾ ਪਾਰਟੀ ਨੂੰ ਏਦਾਂ ਸਮਝਿਆ ਜਾਂਦਾ ਸੀ ਵੀ ਨਹੀਂ ਇੱਥੇ ਇੰਟਰਨਲ ਕਿਤੇ ਨਾ ਕਿਤੇ ਡੈਮੋਕ੍ਰੇਸੀ ਹੈ, ਪਰ ਇੰਟਰਨਲ ਡੈਮੋਕ੍ਰੇਸੀ ਨੂੰ ਭਾਰਤੀ ਜਨਤਾ ਪਾਰਟੀ 'ਚ ਵੀ ਨਹੀਂ ਦਿਖਾਈ ਦੇ ਰਹੀ। ਜਦੋਂ ਤੋਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਕਾਬਜ਼ ਹੈ ਭਾਰਤੀ ਜਨਤਾ ਪਾਰਟੀ ਦੀ, ਤਾਂ ਉਹਨਾਂ ਦੀ ਹਾਈਕਮਾਨ ਵੀ ਮੋਦੀ ਅਮਿਤ ਸ਼ਾਹ ਹੀ ਰਹਿ ਗਿਆ।
ਤੇ ਲਗਭਗ ਉਸੇ ਕਿਸਮ ਦਾ ਹੋ ਗਿਆ। ਸਾਰੇ ਕਰੈਕਟਰ ਜਿਹੜੇ ਆ ਉਹ ਇਸ ਕਿਸਮ ਦੇ ਸਿਆਸੀ ਪਾਰਟੀਆਂ ਦਾ ਦੇ ਕਿਰਦਾਰ ਜਿਹੜੇ ਹੋ ਗਏ ਆ। ਤੇ ਆਮ ਆਦਮੀ ਪਾਰਟੀ ਜਿਹੜਾ ਸਮਝਿਆ ਜਾਂਦਾ ਸੀ ਵੀ ਸ਼ਾਇਦ ਅਪਵਾਦ ਹੈ, ਉਹ ਹੁਣ ਜਿਸ ਤਰ੍ਹਾਂ ਦੀ ਪ੍ਰੈਕਟਿਸ ਚੱਲ ਰਹੀ ਹੈ ਆਮ ਆਦਮੀ ਪਾਰਟੀ 'ਚ, ਉਹਦੇ 'ਚ ਵੀ ਇਹੀ ਪ੍ਰਮਾਣਿਤ ਹੋ ਗਿਆ। ਸੋ ਸਾਰਾ ਕੁਝ ਉਹੀ ਹੋਏਗਾ, ਉਹ ਕੁਝ ਚੱਲੇਗਾ ਤੇ ਉਹ ਕੁਝ ਚੱਲ ਰਿਹਾ ਹੈ। ਤੇ ਇਸੇ ਕਰਕੇ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਅੰਤਰ ਦਿਖਾਈ ਦੇ ਰਿਹਾ। 4 ਦਿਨ ਪਹਿਲਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਖੁਦ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਕਿ ਕੋਈ ਵੀ ਵਰਕਰ ਜਾਂ ਲੀਡਰ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਟਿਕਟ ਦੀ ਕੋਈ ਅਹੁਦੇਦਾਰੀ ਦੀ ਝਾਕ ਨਾ ਰੱਖੇ। ਜਿਨ੍ਹਾਂ ਨੇ ਲਗਨ ਦਾ ਕੰਮ ਕਰਨਾ ਹੈ ਤੇ ਉਹ ਦਿਖਾਈ ਦਿੰਦੇ ਹੁੰਦੇ ਆ ਤੇ ਪਾਰਟੀ ਆਪ ਹੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਉਹ ਜ਼ਿੰਮੇਵਾਰੀ ਦੇਏਗੀ। ਇਹ ਗੱਲਾਂ 2 ਦਿਨ ਪਹਿਲਾਂ ਉਹਨਾਂ ਨੇ ਕੀਤੀਆਂ, ਤੀਜੇ ਦਿਨ ਉਹਨਾਂ ਨੇ ਆਪ ਉਹ ਸਾਰੀਆਂ ਚੀਜ਼ਾਂ ਬਦਲ ਲਈਆਂ ਆਪ ਹੀ। 2 ਸਾਲ ਦਾ ਜਿਹੜੀ ਟਰਮ ਹੁੰਦੀ ਸੀ ਉਹਨੂੰ 5 ਸਾਲ ਕਰ ਲਿਆ ਤੇ 2 ਵਾਰ ਹੀ ਤੁਸੀਂ ਨੈਸ਼ਨਲ ਕਨਵੀਨਰ ਦੇ ਤੌਰ ਤੇ ਰਹਿ ਸਕਦੇ ਹੋ। ਉਹ ਵੀ ਸੰਵਿਧਾਨ ਦੇ ਵਿੱਚ ਤਬਦੀਲੀ ਕਰਕੇ ਉਹ ਵੀ ਤੀਜੀ ਟਰਮ 'ਚ ਵੀ ਉਹ ਕੌਮੀ ਕਨਵੀਨਰ ਬਣ ਗਏ ਆਪ ਹੀ। ਕੀ ਫਰਕ ਰਹਿ ਗਿਆ ਬਾਕੀਆਂ ਨਾਲੋਂ? ਫਿਰ ਜਿਹੜਾ ਆਇਆ ਆਉਂਦਿਆਂ ਸਾਰੇ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਸ਼੍ਰੋਮਣੀ ਅਕਾਲੀ ਦਲ ਨੇ ਕੀ ਕੀਤਾ ਵੀ ਜਗਬੀਰ ਬਰਾੜ ਜਿਹੜੇ ਜਿੱਦਣ ਆਏ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਤੋਂ ਬਿਨਾਂ ਕਿਸੇ ਨੂੰ ਟਿਕਟ ਨਹੀਂ ਦੇਣੀ ਕਾਂਗਰਸ ਨੇ, ਕਿਉਂਕਿ ਪ੍ਰਗਟ ਸਿੰਘ ਨੂੰ ਬਣਾ ਲਿਆ ਆਪਣਾ ਲੈਫਟੈਨੈਂਟ ਨਵਜੋਤ ਸਿੰਘ ਸਿੱਧੂ ਨੇ ਐਜ਼ ਏ ਜਨਰਲ ਸੈਕਟਰੀ ਜਦੋਂ ਲਾਇਆ ਉਹਨਾਂ ਨੂੰ ਕਾਂਗਰਸ ਪਾਰਟੀ 'ਚ। ਤੇ ਉਸੇ ਦਿਨ ਜਗਬੀਰ ਬਰਾੜ ਚਲੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। 1 ਘੰਟੇ ਬਾਅਦ ਹੀ ਸੁਖਬੀਰ ਬਾਦਲ ਨੇ ਐਲਾਨ ਕਰ ਦਿੱਤਾ ਵੀ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਬਰਾੜ ਹੈ। ਤੇ ਫਿਰ ਜੇ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਸੇਵਾ ਸਿੰਘ ਸੇਖਵਾਂ ਦੇ ਮੁੰਡੇ ਨੂੰ ਟਿਕਟ ਦੇਗੀ ਜਾਂ ਦੇ ਰਹੀ ਹੈ, ਤਾਂ ਫਿਰ ਕੀ ਫਰਕ ਰਹਿ ਗਿਆ ਅਕਾਲੀ ਦਲ ਨਾਲੋਂ ਆਮ ਆਦਮੀ ਪਾਰਟੀ ਦੇ ਵਿੱਚ? ਸੋ ਇਸੇ ਕਰਕੇ ਜਿਹੜਾ ਬਹੁਤ ਵੱਡੇ ਪੱਧਰ ਤੇ ਨਿਗਾਰ ਆਇਆ ਜਾਂ ਜਿਹੜੀ ਕਹਿ ਲਓ ਵੀ ਆਮ ਆਦਮੀ ਪਾਰਟੀ ਖੁਰੀ ਹੈ, ਤੇ ਉਹਦੇ ਕਾਰਨ ਇਹੀ ਹੈ ਕਿਉਂਕਿ ਲੋਕਾਂ ਨੇ ਉਮੀਦ ਬੜੀ ਪਾਲ ਲਈ ਸੀ। ਹੁਣ ਮਤਲਬ ਤੁਸੀਂ ਦੇਖੋ ਫੰਡਿੰਗ ਦੀ ਅਪੀਲ ਕੀਤੀ ਆ ਕੱਲ੍ਹ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ। ਤੇ ਕਿਉਂਕਿ ਪਿਛਲੀ ਵਾਰ ਜੋ ਕੁਝ ਹੋਇਆ 2014 ਤੋਂ 2017 ਤੱਕ ਜਿੰਨੇ ਵੱਡੇ ਪੱਧਰ ਤੇ ਫੰਡਿੰਗ ਹੋਈ ਹੈ, ਮਤਲਬ ਕੋਈ ਹਿਸਾਬ ਕਿਤਾਬ ਨਹੀਂ ਹੈ। ਪਤਾ ਨਹੀਂ ਕਿੰਨੇ ਕੁ ਪੈਸੇ ਹੋਏ ਨੇ ਇਕੱਠੇ, ਤੇ ਖਾਸ ਤੌਰ ਤੇ ਐਨਰਾਈਜ਼ ਵੱਲੋਂ ਜਿਹੜੇ ਪੈਸੇ ਬੜਾ ਮੁਨੀ ਭੇਜੇ ਗਏ। ਤੇ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਹੈ ਕਿ ਹੁਣ ਜਿਹੜੀ ਅਪੀਲ ਕੀਤੀ ਹੈ ਹੁਣ ਵੀ ਸ਼ਾਇਦ ਉੱਦਾਂ ਹੋ ਜਾਊਗਾ। ਇਹ ਪੋਸੀਬਿਲਿਟੀ ਨਹੀਂ ਹੈ। ਤੁਹਾਨੂੰ ਯਾਦ ਨਾ ਪਿਛਲੀ ਵਾਰੀ ਕੀ ਕੀਤਾ ਇਹਨਾਂ, ਮਤਲਬ ਹੈਰਾਨੀ ਹੁੰਦੀ ਸੀ ਵੀ ਜਿਹੜੇ VIP ਕਲਚਰ ਜਿਹੜਾ ਕਹਿੰਦੇ ਸੀ ਅਸੀਂ ਰਹਿਣ ਨਹੀਂ ਦੇਣਾ ਕਿਤੇ ਵੀ, ਅਸੀਂ ਸਿਆਸਤ ਬਦਲਣ ਆਏ ਆ। ਪਿਛਲੀ ਵਾਰੀ ਅਰਵਿੰਦ ਕੇਜਰੀਵਾਲ ਦੇ ਨਾਲ ਡਿਨਰ ਦੇ ਨਾਂ ਦੇ ਉੱਤੇ ਵੀ ਆਓ ਮੇਰੇ ਨਾਲ ਖਾਣਾ ਖਾਓ ਦੇ ਨਾਂ ਦੇ ਉੱਤੇ $500 ਜਾਂ $5,000 10,000 ਦੀ ਪਲੇਟ ਦਾ ਰੇਟ ਰੱਖਿਆ ਗਿਆ ਬਹੁਤ ਸਾਰੇ ਥਾਵਾਂ ਤੇ। ਅਰਵਿੰਦ ਕੇਜਰੀਵਾਲ ਆ ਰਹੇ ਆ, ਉਹ ਵੀ ਉਹਨਾਂ ਖਾਣਾ ਜਿਹਨੇ ਖਾਣਾ 10,000 ਦੀ ਪਲੇਟ ਹੈ ਜਾਂ 20,000 ਦੀ ਪਲੇਟ ਹੈ। VIP VVIP ਜਿਹੜੇ ਕਹਿੰਦੇ ਸੀ VIP ਕਲਚਰ ਖਤਮ ਕਰਨਾ, ਉਹਨਾਂ ਨੇ VVIP ਕਲਚਰ ਪੈਦਾ ਕੀਤਾ। ਉਹਦਾ ਨਤੀਜਾ ਨਿਕਲਿਆ ਕਿ ਸਰਕਾਰ ਬਣਾਉਂਦੇ 20 ਸੀਟਾਂ ਤੇ ਡਿੱਗੇ ਤੇ 20 ਸੀਟਾਂ ਦੇ ਵਿੱਚੋਂ 8 ਜਣੇ ਬਾਗੀ ਹੋ ਗਏ। ਤੇ ਜਿਹੜੇ ਬਾਗੀ ਹੋ ਗਏ ਉਹ ਪਤਾ ਨਹੀਂ ਕੌਣ ਕਿੱਥੇ ਆ। ਕੱਲ ਕੰਵਰ ਸੰਧੂ ਹੋਣੀ ਵੀ ਇੱਕ ਵੀਡੀਓ ਜਿਹੜੀ ਉਹਨਾਂ ਦੀ ਮੈਂ ਦੇਖ ਰਿਹਾ ਸੀ, ਉਹ ਪਾ ਕੇ ਕਹਿ ਰਹੇ ਸੀ ਆਮ ਆਦਮੀ ਪਾਰਟੀ ਬਾਰੇ ਕਈ ਗੱਲਾਂ ਕਰ ਰਹੇ ਸੀ, ਨਾਲ ਕਹੀ ਜਾਂਦੇ ਸੀ ਮੈਂ ਹਾਲੇ ਵੀ ਆਮ ਆਦਮੀ ਪਾਰਟੀ 'ਚ ਆ, ਮੈਨੂੰ ਕੋਈ ਲਿਖਤੀ ਤੌਰ ਤੇ ਉੱਥੇ ਤੱਕ ਕੱਢਿਆ ਨਹੀਂ ਤੇ ਸਿਰਫ ਉੱਦਾਂ ਗੱਲ ਕੀਤੀ ਸੀ, ਪਰ ਮੈਨੂੰ ਇਗਨੋਰ ਕੀਤਾ ਹੋਇਆ 3 ਸਾਲ ਤੋਂ। ਮੈਂ ਕੀ ਕਰਦਾ ਕੀ ਨਹੀਂ ਕਰਦਾ, ਉਹ ਕਹਿੰਦੇ ਮੈਂ ਆਪਣੇ ਪਲਾਨ ਤੇ ਦੱਸੂਗਾ। ਹੁਣ ਪਤਾ ਨਹੀਂ ਉਹਨਾਂ ਦਾ ਵੀ ਕਿਹੜਾ ਪਲਾਨ ਹੋਣਾ। ਬਾਕੀ ਸਾਥੀ ਤਾਂ ਕੋਈ ਕਾਂਗਰਸ ਚਲ ਗਿਆ, ਕਿਤੇ ਚਲ ਗਿਆ, ਤੇ ਜਿਹੜੇ ਬਾਕੀ ਰਹਿ ਗਏ ਉਹ ਹੁਣ ਆਪੋ ਵਿੱਚ ਹੀ ਲੜੀ ਜਾਂਦੇ ਆ। ਹਰੇਕ ਬੰਦਾ ਆਪਣੇ ਆਪ ਨੂੰ CM ਦਾ ਕੈਂਡੀਡੇਟ ਸਮਝੀ ਜਾਂਦਾ। ਭਗਵੰਤ ਮਾਨ ਆਪਣੇ ਲੈਵਲ ਤੇ ਆਪਣੇ ਆਪ ਨੂੰ PM ਪਰ CM ਕਹਿ ਰਹੇ ਆ, ਤੇ ਅਰਵਿੰਦ ਕੇਜਰੀਵਾਲ ਦੀ ਕੋਈ ਹੋਰ ਹੀ ਖੇਡ ਦਿਖਾਈ ਦੇ ਰਹੀ ਹੈ। ਪਤਾ ਨਹੀਂ ਖੁਦ ਵਾਪਸ ਆਉਣਾ ਚਾਹੁੰਦੇ ਪੰਜਾਬ ਦੇ ਵਿੱਚ ਆ ਕੇ ਆਪਣੇ ਆਪ ਨੂੰ CM ਦਾ ਕੈਂਡੀਡੇਟ ਅਨਾਉਂਸ ਕਰਨਾ ਚਾਹੁੰਦੇ ਆ, ਕੀ ਆ ਕੀ ਨਹੀਂ। ਇਹ ਜਿਹੜੀ ਬੁਰੀ ਹਾਲਤ ਅਸੀਂ ਦੇਖ ਰਹੇ ਹਾਂ, ਇਹ ਇਸੇ ਕਰਕੇ ਜਿਹੜੇ ਬੇਸਿਕ ਸਵਾਲ ਅਸੀਂ ਉਠਾਉਂਦੇ ਰਹੇ ਅੱਜ ਤੋਂ 5-7 ਸਾਲ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਕੋਈ ਤਾਜ਼ੀ ਜ਼ਮੀਨ ਨਹੀਂ ਹੈ। ਉਹ ਇੱਧਰੋਂ ਉੱਧਰੋਂ ਜਿਹੜੇ ਘਸੇ ਪਿੱਟੇ ਜਿਹੜੇ ਲੋਕ ਹੈ ਉਹਨਾਂ ਦੀ ਦਮ ਦੇ ਉੱਤੇ ਜਿਹੜਾ ਆ ਉਹ ਸ਼ਾਇਦ ਕਰਨਾ ਚਾਹੁੰਦੇ ਸੀ, ਤੇ ਨਾ ਉਹਨਾਂ ਦੀ ਕੋਈ ਸਿਆਸੀ ਵਿਚਾਰਧਾਰਾ ਆ, ਨਾ ਉਹਨਾਂ ਦੀ ਕੋਈ ਉਸ ਜੇ ਹੋਵੇ ਸਿਆਸੀ ਵਿਚਾਰਧਾਰਾ ਤੇ ਉਹਦੇ ਉੱਤੇ ਕੋਈ ਪ੍ਰਤੀਬੱਧਤਾ ਆ। ਤੇ ਇਸ ਕਰਕੇ ਉਹ ਸਾਰਾ ਕੁਝ ਵਾਪਰਿਆ ਤੇ ਹੁਣ ਉਹਦੇ ਨਤੀਜੇ ਸਾਡੇ ਸਾਹਮਣੇ ਆ। ਇਸੇ ਕਰਕੇ ਮੇਰਾ ਦਾਅਵਾ ਆ ਵੀ ਆਮ ਆਦਮੀ ਪਾਰਟੀ ਜਿਹੜੀ ਪਿਛਲੀ ਪਰਫਾਰਮੈਂਸ ਹੈ ਆਪਣੀ, ਉਹਨੂੰ ਵੀ ਦੁਹਰਾਉਣ ਦੇ ਨੇੜੇ ਤੇੜੇ ਵੀ ਨਹੀਂ ਆ ਪੰਜਾਬ ਦੇ ਵਿੱਚ।
ਪਰ ਦਸਾਂ ਸਾਹਿਬ ਸਭ ਤੋਂ ਵੱਡਾ ਜਿਹੜਾ ਦੋਸ਼ ਲੱਗਦਾ ਹੈ ਕੇਜਰੀਵਾਲ ਰਾਂ ਤੇ ਉਹ ਇਹ ਆ ਕਿ ਜਿੰਨੇ ਵੀ ਲੋਕ ਉਸ ਵੇਲੇ ਲਹਿਰ ਨਾਲ ਜੁੜੇ ਸੀਗੇ, ਜਿਨ੍ਹਾਂ 'ਚ ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕ ਵੀ ਨੇ, ਜਿਨ੍ਹਾਂ ਦਾ ਤੁਸੀਂ ਕੰਵਰ ਸੰਧੂਰਾਂ ਦਾ ਨਾਂ ਲਿਆ, ਜੇ ਪੰਜਾਬ ਦੇ ਕੋਈ ਲੋਕਾਂ ਨੂੰ ਗਿਣ ਲਈਏ, ਧਰਮਵੀਰ ਗਾਂਧੀ ਰੀ, ਕੰਵਰ ਸੰਧੂਰੀ, ਜੋ ਵੀ ਹਰ ਬੰਦੇ ਦੀਆਂ ਵੀਕਨੈਸ ਹੋ ਸਕਦੀਆਂ ਨੇ, ਲੋਕੀ ਉਹਨਾਂ ਨੂੰ ਬਹੁਤ ਕ੍ਰਿਟਿਸਾਈਜ਼ ਕਰਦੇ ਨੇ, ਪਰ ਇਹਦੇ ਬਾਵਜੂਦ ਐਜ ਏ ਜਰਨਲਿਸਟ ਉਹਨਾਂ ਦਾ ਅੱਛਾ ਵਕਾਰ ਸੀਗਾ, ਅੱਛੇ ਬੰਦਿਆਂ 'ਚੋਂ ਗਿਣੇ ਜਾਂਦੇ ਸੀਗੇ। ਤੇ ਪਰ ਜੇ ਕਿਸੇ ਦੀ ਪ੍ਰਭਤਾ ਦਾ ਕੋਈ ਫਾਇਦਾ ਉਠਾਉਣਾ ਹੀ ਨਹੀਂ, ਪਿਛਲੀ ਵਾਰ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਪੰਜਾਬ ਦਾ ਮੈਨੀਫੈਸਟੋ ਬਣਾਉਣ ਦੀਆਂ, ਕਾਫੀ ਉਹਨਾਂ ਨੇ ਕੰਮ ਕੀਤਾ ਸੀਗਾ, ਲੋਕਾਂ 'ਚ ਜਾ ਕੇ ਲੋਕਾਂ ਦੀਆਂ ਗੱਲਾਂ ਸੁਣੀਆਂ ਸੀਗੀਆਂ, ਉਹ 'ਚ ਬਣਾ ਕੇ ਵੀ ਦਿੱਤਾ, ਤੇ ਅਮਲ ਕਰਨਾ ਤੇ ਪਾਰਟੀ ਨੇ ਕਰਨਾ ਹੁੰਦਾ ਨਾ ਜੀ। ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਚੰਗੇ ਵਿਅਕਤੀ ਆਏ ਤੇ ਉਹ ਬਾਹਰ ਨਿਕਲ ਗਏ। 3-4 ਬੰਦਿਆਂ ਦਾ ਵੱਡਿਆਂ ਦਾ ਨਾਂ ਲੈ ਜਾਂਦਾ, ਧਰਮਵੀਰ ਗਾਂਧੀ ਦਾ ਜਾਂ ਕੰਵਰ ਸੰਧੂਰਾਂ ਦਾ ਜਾਂ ਖਹਿਰਾ ਸਾਹਿਬ ਦਾ, ਹੋਰ ਵੀ ਬਹੁਤ ਸਾਰੇ ਲੋਕ ਆਏ ਸੀ, ਸੁਮੇਲ ਸਿੰਘ ਜੀ ਸੀਗੇ, ਪ੍ਰੋਫੈਸਰ ਮਨਜੀਤ ਸਿੰਘ ਸੀਗੇ, ਬਹੁਤ ਸਾਰੇ ਲੋਕ ਜਿਹੜੇ ਮਤਲਬ ਅੱਛੀ ਪੰਜਾਬ ਲਈ ਸੋਚ ਲੈ ਕੇ ਤੁਰੇ ਹੋਏ, ਜਿਵੇਂ ਅੱਜ ਕੱਲ੍ਹ ਪਿਆਰੇ ਲਾਲ ਗਰਗ ਤੇ ਦੂਜੇ ਲੋਕ ਲਗਾਤਾਰ ਕੰਮ ਕਰਦੇ, ਇਹੋ ਜਿਹੀ ਸੋਚ ਵਾਲੇ ਲੋਕ ਵੀ ਉਹਦੇ ਨਾਲ ਜੁੜੇ ਸੀਗੇ। ਪਰ ਇੱਕ ਇੱਕ ਕਰਕੇ ਸਭ ਨੂੰ ਜਿੱਦਾਂ ਦਰਕਨਾਰ ਕੀਤਾ, ਖੂੰਜੇ ਲਾਇਆ, ਮਤਲਬ ਉਹਨਾਂ ਦੀ ਜਿਹੜੀ ਪੋਲਿਟਿਕਸ ਉਹ ਕਿਸੇ ਸਮਝ ਤੋਂ ਪਰੇ ਆ। ਪਤਾ ਨਹੀਂ ਲੱਗ ਰਿਹਾ ਕਿ ਉਹ ਅਸਲ 'ਚ ਪੋਲਿਟਿਕਸ ਕਰ ਰਹੇ ਆ ਜਾਂ ਕੀ ਕਰ ਰਹੇ ਹੋ। ਦੇਖੋ, ਜਿਸ ਤਰ੍ਹਾਂ ਦੀ ਵੇਵ ਸੀ, ਤੁਹਾਨੂੰ ਪਤਾ ਹੈ ਕਿ ਜਨਮ ਕਿਵੇਂ ਹੋਇਆ ਆਮ ਆਦਮੀ ਪਾਰਟੀ ਦਾ, ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਇਹ ਪਾਰਟੀ ਨਿਕਲੀ ਹੈ। ਤੇ ਕੋਈ ਸਿਆਸੀ ਤੌਰ ਦੇ ਉੱਤੇ ਕੋਈ ਅਨੁਭਵਤਾ ਨਹੀਂ ਸੀ, ਪਰ ਪਾਪੂਲਰ ਜੇ ਕੁਝ ਸਲੋਗਨ ਕਰਨ ਦੇ ਵਿੱਚ ਮੁਹਾਰਤ ਰਹੀ ਅਰਵਿੰਦ ਕੇਜਰੀਵਾਲ ਨੂੰ। ਤੇ ਜਿਹੜੇ ਲੋਕ ਆਏ ਵੀ ਤੇ ਫਿਰ ਉਹ ਅੰਨਾ ਹਜ਼ਾਰੇ ਅੰਦੋਲਨ ਤੋਂ ਨਿਕਲ ਕੇ ਨਾਲ ਆਏ, ਤੇ ਉਹਦੇ ਨਾਲ ਜਦੋਂ ਤੁਰੇ ਸਾਰੇ ਲੋਕ ਜਿਹੜੇ ਆ, ਤਾਂ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਕੋਈ ਦੂਰਦ੍ਰਿਸ਼ਟੀ ਵਾਲਾ ਕੋਈ ਸਿਆਸੀ ਨਜ਼ਰੀਆ ਉਹਨਾਂ ਦੇ ਸਾਹਮਣੇ ਨਹੀਂ ਸੀ। ਤੇ ਸਿਰਫ ਇੱਕ ਆਦਰਸ਼ ਸੀ ਵੀ ਹਾਂ ਅਸੀਂ ਐਂਟੀ ਕਰਪਸ਼ਨ ਜਿਹੜੀ ਮੁਹਿੰਮ ਚਲਾਈ ਹੈ, ਤੇ ਉਹਦੇ ਆਸਰੇ ਇੱਕ ਜਿਹੜੀ ਖੜੀ ਕੀਤੀ ਹੈ ਸਿਆਸੀ ਤੌਰ ਦੇ ਉੱਤੇ, ਤੇ ਜਿਹੜਾ ਨਤੀਜਾ ਬੜਾ ਪੋਜ਼ਿਟਿਵ ਵੀ ਦਿੱਲੀ 'ਚ ਜਿਹੜਾ ਨਿਕਲਿਆ। ਤੇ ਉਹਨਾਂ ਨੂੰ ਇਹ ਲੱਗਾ ਵੀ ਜੇ ਦਿੱਲੀ ਦੇ ਵਿੱਚ ਐਡਾ ਵੱਡਾ ਤਬਦੀਲੀ ਅਸੀਂ ਲਿਆ ਸਕਦੇ ਹਾਂ ਤੇ ਅਸੀਂ ਬਾਕੀ ਥਾਵਾਂ ਤੇ ਵੀ ਲਿਆ ਸਕਦੇ ਹਾਂ। ਉਹ ਸ਼ਾਇਦ ਜਿਹੜਾ ਜ਼ਿਆਦਾ ਆਕਰਸ਼ਕ ਹੋ ਕੇ ਜਿਹੜੇ ਸਟੈਪ ਚੁੱਕੇ ਸੀ, ਜਿਹਦੇ ਕਰਕੇ 2014 ਦੇ ਵਿੱਚ 400 ਦੇ ਕਰੀਬ ਕੈਂਡੀਡੇਟ ਖੜੇ ਕਰ ਦਿੱਤੇ ਲੋਕ ਸਭਾ ਦੇ ਵਿੱਚ, ਤੇ ਬੜੀ ਛੇਤੀ ਭਰਮ ਇਹ ਪਾਲ ਲਿਆ ਵੀ ਅਸੀਂ ਸਾਰਾ ਕੁਝ ਬਦਲ ਜਾਵਾਂਗੇ। ਤੇ ਉਹ 400 ਚੋਂ 4 ਜਿੱਤੇ, ਉਹ ਵੀ 4 ਪੰਜਾਬ ਤੋਂ ਜਿੱਤੇ, ਬਾਕੀ ਸਾਨੂੰ ਮਤਲਬ ਹੁਣ ਤੱਕ 514 ਲੋਕ ਸਭਾ ਦੇ ਕੈਂਡੀਡੇਟ ਖੜੇ ਕਰ ਚੁੱਕੇ ਨੇ ਅਰਵਿੰਦ ਕੇਜਰੀਵਾਲ ਦੇਸ਼ ਭਰ ਦੇ ਵਿੱਚ। ਤੇ 5 ਵਾਰੀ ਜਿੱਤੇ ਨੇ, ਮਤਲਬ 4 ਵਾਰੀ ਪਹਿਲਾਂ ਜਿੱਤੇ, 5ਵੀਂ ਵਾਰੀ ਫਿਰ ਭਗਵੰਤ ਮਾਨ ਨੇ ਜਿੱਤਿਆ, ਹੋਰ ਤਾਂ ਕੋਈ ਨਹੀਂ ਜਿੱਤਿਆ। ਸੋ ਸ਼ਾਇਦ ਇੱਕ ਜਿਹੜਾ ਭਰਮ ਸੀ ਉਹ ਟੁੱਟਦਾ ਗਿਆ, ਪਰ ਹਾਲੇ ਵੀ ਸ਼ਾਇਦ ਉਸ ਭਰਮ ਦੇ ਵਿੱਚ ਜਿਉ ਰਹੇ ਨੇ, ਕਿਉਂਕਿ ਕੁਝ ਚੰਗੀਆਂ ਖਬਰਾਂ ਵਿੱਚ ਆ ਜਾਂਦੀਆਂ ਆਮ ਆਦਮੀ ਪਾਰਟੀ ਲਈ। ਮਿਸਾਲ ਦੇ ਤੌਰ ਤੇ ਗੁਜਰਾਤ ਤੋਂ ਚੰਗੀ ਖਬਰ ਆ ਗਈ, ਲੋਕਲ ਬਾਡੀ ਚੋਣਾਂ ਦੇ ਵਿੱਚ ਕੁਝ ਸੀਟਾਂ ਉੱਥੋਂ ਜਿੱਤ ਲਈਆਂ, ਤੇ ਇਹ ਖਬਰਾਂ ਉੱਥੇ ਆਉਣ ਲੱਗ ਪਈਆਂ ਕਿ ਪ੍ਰਭਾਵ ਜਿਹੜਾ ਹੈ ਜੀ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਲਗਾਤਾਰ ਵੱਧ ਰਿਹਾ। ਇੱਕ ਸਰਵੇ ਆ ਗਿਆ, ਉਹ ਸ਼ਾਇਦ ਸਰਵੇ ਵੀ ਜਾਣਬੁੱਝ ਕੇ ਉਹ ਪੇਸ਼ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ ਭੁਲੇਖੇ 'ਚ ਰੱਖਣ ਲਈ। ਉਹ ਸਰਵੇ ਪੰਜਾਬ ਬਾਰੇ ਆ ਗਿਆ, ਮਤਲਬ ABP ਦਾ ਸਰਵੇ ਹੈ, ਤੇ ਉਹਦੇ 'ਚ ਦਰਸਾ ਦਿੱਤਾ ਗਿਆ ਕਿ ਮੋਸਟ ਪਾਪੂਲਰ ਜੇ ਕੋਈ ਪੰਜਾਬ ਦੇ ਵਿੱਚ ਇਸ ਵੇਲੇ CM ਦਾ ਚਿਹਰਾ ਹੈ ਤਾਂ ਉਹ ਜੀ ਅਰਵਿੰਦ ਕੇਜਰੀਵਾਲ ਹੈ। ਜਦਕਿ ਸਭ ਤੋਂ ਜ਼ਿਆਦਾ ਪਾਪੂਲੈਰਿਟੀ ਜਿਸ ਬੰਦੇ ਨੂੰ ਉਹਨਾਂ ਦਿਨਾਂ 'ਚ ਮਿਲ ਰਹੀ ਸੀ ਜਦੋਂ ਇਹ ਸਰਵੇ ਆਇਆ, ਤਾਂ ਉਹ ਸੀਗਾ ਨਵਜੋਤ ਸਿੰਘ ਸਿੱਧੂ ਨੂੰ 6ਵੇਂ ਨੰਬਰ ਤੇ ਧੱਕਤਾ ਇਸ ਸਰਵੇ ਨੇ, ਤੇ ਅਰਵਿੰਦ ਕੇਜਰੀਵਾਲ ਨੂੰ ਪਹਿਲੇ ਨੰਬਰ ਤੇ। ਤੇ ਨਾਲ ਇਹ ਵੀ ਦਾਅਵਾ ਕਰ ਦਿੱਤਾ ਕਿ ਸਰਕਾਰ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣ ਰਹੀ ਹੈ। ਸ਼ਾਇਦ ਇਹਨਾਂ ਲੋਕਾਂ ਨੂੰ ਭੁਲੇਖੇ 'ਚ ਰੱਖਣ ਦੀ ਵੀ ਪਿੱਛੇ ਕੋਈ ਨਾ ਕੋਈ ਏਦਾਂ ਦੀ ਕਸਰਤ ਚੱਲ ਰਹੀ ਹੈ, ਐਕਸਰਸਾਈਜ਼ ਚੱਲ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਭਰਮ 'ਚ ਬੰਦੇ ਨੂੰ ਪਾ ਦਿੰਦੀਆਂ। ਜਦੋਂ ਤੁਹਾਡੀ ਪੋਲੀਟੀਕਲ ਆਈਡੀਓਲੋਜੀ ਨਾ ਤੁਹਾਡੇ ਪੱਲੇ ਹੋਵੇ, ਤੇ ਫਿਰ ਤੁਸੀਂ ਭਰਮ ਭੁਲੇਖਿਆਂ 'ਚ ਜਿਉਂਦੇ ਹੋ, ਤੇ ਉਸੇ ਭਰਮ ਭੁਲੇਖੇ 'ਚ ਅਰਵਿੰਦ ਕੇਜਰੀਵਾਲ ਜਿਉਂਦੇ। ਤੇ ਦੂਜੀ ਗੱਲ, ਜਿਹੜਾ ਆਪਣੇ ਤੋਂ ਸਿਆਣੇ ਬੰਦੇ ਨੂੰ ਲਾਗੇ ਆਉਣ ਨਹੀਂ ਦਿੱਤਾ, ਇਹ ਹਉਮੈ ਹੁੰਦੀ ਹੈ, ਮੈਂ ਹੁੰਦੀ ਹੈ ਕਿ ਮੈਂ ਹੀ ਮੈਂ ਆ, ਮੇਰੇ ਆਲੇ ਦੁਆਲੇ ਕੋਈ ਏਦਾਂ ਦਾ ਬੰਦਾ ਨਾ ਹੋਵੇ ਜਿਹੜਾ ਮੇਰੇ ਤੋਂ ਸਿਆਣਾ ਹੋਵੇ, ਫਿਰ ਮੇਰੀ ਕਿੱਦਾਂ ਚੱਲੂ। ਇਸੇ ਕਰਕੇ ਚਾਹੇ ਉਹ ਪ੍ਰਸ਼ਾਂਤ ਭੂਸ਼ਣ ਹੈ, ਚਾਹੇ ਆਸ਼ੂਤੋਸ਼ ਹੈ, ਚਾਹੇ ਜੋਗਿੰਦਰ ਯਾਦਵ ਹੈ, ਕੁਮਾਰ ਵਿਸ਼ਵਾਸ ਹੈ, ਉਹ ਸਾਰਿਆਂ ਦਾ ਛਾਂਗਾ ਵੱਜਿਆ। ਇਸੇ ਕਰਕੇ ਪੰਜਾਬ ਦੇ ਵਿੱਚ ਵੀ ਲਗਭਗ ਉਸੇ ਤਰ੍ਹਾਂ ਦੀ ਐਕਸਰਸਾਈਜ਼ ਭਗਵੰਤ ਮਾਨ ਨੇ ਕੀਤੀ ਹੈ। ਭਗਵੰਤ ਮਾਨ ਵੀ ਨਹੀਂ ਸੀ ਚਾਹੁੰਦਾ ਕਿ ਮੇਰੇ ਤੋਂ ਸਿਆਣਾ ਬੰਦਾ ਆਮ ਆਦਮੀ ਪਾਰਟੀ 'ਚ ਪੰਜਾਬ 'ਚ ਹੋਵੇ। ਇਸੇ ਕਰਕੇ ਜਿਹੜੇ ਵੀ ਆਏ ਉਹਨਾਂ ਨੂੰ ਹੌਲੀ ਹੌਲੀ ਜਿਹੜਾ ਬਾਹਰ ਕਰ ਦਿੱਤਾ ਗਿਆ, ਤੇ ਹੁਣ ਆਪ ਉਸੇ ਸੰਕਟ 'ਚੋਂ ਗੁਜ਼ਰ ਰਹੇ ਨੇ ਭਗਵੰਤ ਮਾਨ।
ਅੱਛਾ ਦਸਾਂ ਸਾਹਿਬ, ਇੱਕ ਹੋਰ ਵਰਤਾਰਾ ਨਹੀਂ ਅਜੀਬ ਜਿਹਾ ਲੱਗਦਾ ਤੁਹਾਨੂੰ? ਜਿਹੜੇ ਲੋਕਾਂ ਦੇ ਅਸੀਂ ਨਾਂ ਗਿਣ ਰਹੇ ਹਾਂ ਉਹ ਲੋਕਾਂ ਦੀ ਨਜ਼ਰ ਵਿੱਚ ਅਜੇ ਵੀ ਰਿਸਪੈਕਟਫੁਲ ਵਿਅਕਤੀ ਨੇ, ਮਤਲਬ ਉਹਨਾਂ ਲੋਕਾਂ ਨੂੰ ਇੰਨਾ ਲੋਕੀ ਮਤਲਬ ਸਮਝਦੇ ਨੇ ਕਿ ਉਹ ਲੋਕ ਗਏ ਜ਼ਰੂਰ ਆਮ ਆਦਮੀ ਪਾਰਟੀ ਸੀਗੇ ਕਿ ਚੰਗੇ ਭਵਿੱਖ ਦੀ ਆਸ ਨੂੰ ਲੈ ਕੇ, ਪਰ ਉੱਥੇ ਕੇਜਰੀਵਾਲ ਰਾਮ ਨੂੰ ਚੱਲਣ ਨਹੀਂ ਦਿੱਤਾ। ਚਾਹੇ ਪ੍ਰਸ਼ਾਂਤ ਭੂਸ਼ਣ ਦੀ ਗੱਲ ਕਰ ਲਈਏ, ਦਿੱਲੀ ਵਾਲਿਆਂ ਦੀ ਵੀ ਕਰ ਲਓ, ਪੰਜਾਬ ਵਾਲਿਆਂ ਦੀ ਵੀ ਕਰ ਲਓ, ਇਹ ਜਿਹੜੇ ਲੋਕ ਇੱਕ ਇੱਕ ਕਰਕੇ ਜਿਨ੍ਹਾਂ ਨੂੰ ਛਾਂਗੇ ਸ਼ਬਦ ਤੁਸੀਂ ਕਹਿ ਰਹੇ ਵੀ ਛਾਂਗ ਦਿੱਤਾ ਗਿਆ, ਇਹ ਛਾਂਗੇ ਹੋਏ ਵਿਅਕਤੀ ਵੀ ਜਥੇਬੰਦਕ ਤੌਰ ਤੇ ਕਦੀ ਇਕੱਠੇ ਨਹੀਂ ਹੋਏ ਬਾਅਦ ਚ ਵੀ ਭਾਈ ਇਹ ਜਾਇਤੀਆਂ ਹੋ ਰਹੀਆਂ, ਚਲੋ ਪਾਰਟੀ 'ਚ ਨਹੀਂ, ਪਾਰਟੀ ਤੋਂ ਬਾਹਰ ਆ ਕੇ ਇੱਕ ਗਰੁੱਪ ਦੇ ਤੌਰ ਤੇ ਵਿਚਰ ਕੇ ਜਿਹੜੀਆਂ ਵੀਕਨੈਸ ਨੇ ਉਹਨਾਂ ਨੂੰ ਉਜਾਗਰ ਕਰ ਸਕਦੇ ਸੀ ਜਾਂ ਬਦਲਵਾਂ ਕੋਈ ਪ੍ਰਬੰਧ ਕਰ ਸਕਦੇ ਸੀ। ਜੇ ਉਹਨਾਂ ਦੇ ਵਿੱਚ ਇੱਛਾ ਸ਼ਕਤੀ ਸੀ ਕਿ ਅਸੀਂ ਕੋਈ ਬਦਲਾਅ ਕਰਨ ਦੀ ਖਾਤਰ ਗਏ ਸੀ ਤੇ ਕੀ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਇੱਛਾ ਸ਼ਕਤੀ ਵੀ ਨਾਲ ਬਾਹਰ ਹੋ ਗਈ? ਉਹਨਾਂ ਲੋਕਾਂ ਦੀ ਇੱਛਾ ਸ਼ਕਤੀ ਕਿਉਂ ਮਰੀ? ਉਹ ਲੋਕ ਇਕੱਠੇ ਹੋ ਕੇ ਜੇ ਵਾਕਿਆ ਹੀ ਉਹਨਾਂ ਨਾਲ ਇਸ ਤਰ੍ਹਾਂ ਹੋਇਆ ਜਿੱਦਾਂ ਆਪਾਂ ਸੋਚਦੇ ਹਾਂ ਸਾਰੇ, ਤੇ ਉਹਨਾਂ ਨੇ ਕੱਲੇ ਕੱਲੇ ਦੀ ਤਾਂ ਆਵਾਜ਼ ਨਹੀਂ ਸੁਣੀ ਜਾਂਦੀ। ਜੇ ਉਹ ਛਾਂਗੇ ਹੋਏ ਵਿਅਕਤੀ ਸਾਰੇ ਇਕੱਠੇ ਹੋ ਜਾਣ, ਜੇ ਮੰਨ ਲਓ ਉੱਪਰ ਤੋਂ ਥੱਲੇ ਤੱਕ ਹੋਣ, ਤੇ ਉਹ ਇੱਕ ਸ਼ਕਤੀ ਨਹੀਂ ਬਣ ਜਾਂਦੇ? ਕੇਜਰੀਵਾਲ ਜੀ ਉਹਦੇ ਸਾਹਮਣੇ ਖੜ ਜਾਣਗੇ? ਉਹਦੇ ਦੋ ਕਾਰਨ, ਇਹਦਾ ਕੋਈ ਇੱਕ ਵੱਡਾ ਕਾਰਨ ਇਹ ਹੁੰਦਾ ਕਿ ਪਹਿਲੀ ਗੱਲ ਤਾਂ ਉਹ ਬੰਦੇ ਸਿਆਸਤਦਾਨ ਸੀਗੇ ਹੀ ਨਹੀਂ। ਉਹ ਬੰਦੇ ਸਿਆਸਤਦਾਨ ਤੇ ਸਰ ਕੇਜਰੀਵਾਲ ਵੀ ਨਹੀਂ ਸੀ ਨਾ, 4 ਸਾਲ ਪਹਿਲਾਂ ਤਾਂ ਉਹ ਵੀ ਨਹੀਂ ਸੀ ਸਿਆਸਤਦਾਨ। ਉਹਨੂੰ ਤਾਂ ਸੱਤਾ ਮਿਲ ਗਈ ਨਾ, ਉਹਨੂੰ ਤਾਂ ਵੇਵ ਦੇ ਵਿੱਚ ਸੱਤਾ ਮਿਲ ਗਈ ਨਾ, ਇਸ ਕਰਕੇ ਉਹਦੇ ਕੋਲ ਪਲੇਟਫਾਰਮ ਆ ਗਿਆ ਨਾ। ਬਾਕੀ ਲੋਕ ਜਿਹੜੇ ਆ ਉਹ ਤੋਂ ਸਿਆਸਤਦਾਨ ਨਾ ਹੋਣ ਕਰ, ਜਿਹੜੇ ਸਿਆਸਤਦਾਨ ਦੀ ਦੱਸਦਾ ਤੁਹਾਨੂੰ, ਸਿਆਸਤਦਾਨ ਤੇ ਜਿਹੜਾ ਇਸ ਤਰ੍ਹਾਂ ਦਾ ਬੰਦਾ ਹੁੰਦਾ ਜਿਹੜਾ ਵੱਖ-ਵੱਖ ਸੈਕਟਰ ਦੇ ਵਿੱਚ ਐਕਟਿਵ ਹੁੰਦਾ ਤੇ ਅਚਾਨਕ ਪੋਲਿਟਿਕਸ ਆ ਜਾਂਦਾ, ਤੇ ਪੋਲਿਟਿਕਸ 'ਚ ਜਦੋਂ ਬਾਈ ਚਾਂਸ ਆਉਂਦਾ ਤੇ ਫਿਰ ਜਦੋਂ ਛਾਂਗਿਆ ਜਾਂਦਾ ਤੇ ਫਿਰ ਉਹ ਪੋਲਿਟਿਕਸ ਤੋਂ ਬਾਹਰ ਹੀ ਰਹਿੰਦਾ। ਜਦਕਿ ਜਿਹੜਾ ਪੋਲੀਟੀਸ਼ੀਅਨ ਹੁੰਦਾ ਉਹਨੂੰ ਛਾਂਗ ਵੀ ਦਿੱਤਾ ਜਾਵੇ ਤਾਂ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿਆਸਤ 'ਚ ਬਣਿਆ ਰਹਿੰਦਾ। ਉਹਦੀ ਸਭ ਤੋਂ ਵੱਡੀ ਮਿਸਾਲ ਪੰਜਾਬ ਦੇ ਵਿੱਚ ਸੁਖਪਾਲ ਖਹਿਰਾ ਹੈ। ਤੇ ਤੁਸੀਂ ਦੇਖੋ ਕੰਵਰ ਸੰਧੂ ਸਿਆਸਤਦਾਨ ਨਹੀਂ ਸੀਗੇ, ਇਸ ਕਰਕੇ ਹਾਲ ਫਿਲਹਾਲ ਉਹ ਜਿੱਥੇ ਹੈਗੇ ਉੱਥੇ ਹੀ ਆ। 3 ਸਾਲ ਤੋਂ ਕਹਿੰਦੇ ਮੈਂ ਉੱਥੇ ਖੜਾ। ਹੋ ਸਕਦਾ ਕੱਲ ਨੂੰ ਕਿਸੇ ਕੋਸ਼ਿਸ਼ ਦੇ ਤੌਰ ਦੇ ਉੱਤੇ ਜਿਹੜੀ ਕੱਲ ਦੀ ਵੀਡੀਓ ਕੰਵਰ ਸੰਧੂ ਦੀ, ਮੈਂ ਥੋੜਾ ਬਹੁਤ ਉਹਨੂੰ ਏਦਾਂ ਰੀਡ ਕਰ ਰਿਹਾ ਸੀ ਮੈਂ ਵੀ ਸ਼ਾਇਦ ਜਿੱਦਾਂ ਉਹਨੇ ਸੁਖਪਾਲ ਦਾ ਜ਼ਿਕਰ ਕੀਤਾ ਬਾਰ-ਬਾਰ ਵੀ ਸੁਖਪਾਲ ਨਾਲ ਬਹੁਤ ਮਾੜੀ ਹੋਈ, ਸੁਖਪਾਲ ਖਹਿਰੇ ਨਾਲ ਬਹੁਤ ਮਾੜੀ ਹੋਈ, ਤੇ ਸ਼ਾਇਦ ਸੁਖਪਾਲ ਖਹਿਰੇ ਨਾਲ ਉਹਦੀ ਕੋਈ ਨਾ ਕੋਈ ਗੱਲਬਾਤ ਫਿਰ ਤੋਂ ਹੋਈ ਆ। ਸ਼ਾਇਦ ਕਿਤੇ ਕਾਂਗਰਸ ਦਾ ਹੱਥ ਫੜਨ ਦੀ ਕੋਸ਼ਿਸ਼ ਨਾ ਹੋਣ ਕੰਵਰ ਸੰਧੂ, ਏਦਾਂ ਦਾ ਲੱਗਦਾ ਮੈਨੂੰ ਵਿੱਚ। ਪਰ ਫਿਰ ਵੀ ਮੈਂ ਜੇ ਆਪਾਂ ਉਹਦਾ ਤੁਲਨਾ ਤਾਂ ਕਿਸੇ ਦੀ ਕੀਤੀ ਨਹੀਂ ਜਾ ਸਕਦੀ, ਪਰ ਫਿਰ ਵੀ ਤੁਸੀਂ ਦੇਖੋ 3 ਸਾਲ ਚੁੱਪ ਰਹਿ ਕੇ ਕੰਵਰ ਸੰਧੂ ਹੋਰਾਂ ਨੇ ਇੱਕ ਦੇ ਚੈਨਲ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਤੇ ਪਰ ਉਹ ਕਿਸੇ ਪੋਲੀਟੀਕਲ ਪਾਰਟੀ 'ਚ ਨਹੀਂ ਗਏ, ਜਿੱਥੇ ਖੜੇ ਆ। ਤੇ ਇਹ ਪੀੜਾ ਵੀ ਉਹਨਾਂ ਦੇ ਅੰਦਰ ਦੀ ਝਲਕਦੀ ਸੀ ਕੱਲ ਜਿਹੜੀ ਵੀਡੀਓ ਮੈਂ ਸੁਣੀ ਹੈ। ਜਦਕਿ ਸੁਖਪਾਲ ਖਹਿਰਾ ਉਹ ਕਈ ਥਾਵਾਂ ਤੋਂ ਹੁੰਦੇ ਮੁੜ ਕੇ ਫਿਰ ਕਾਂਗਰਸ ਚੱਲ ਗਏ। ਇਹ ਸਿਆਸਤਦਾਨ ਤੇ ਵੱਖ-ਵੱਖ ਸੈਕਟਰ 'ਚ ਕੰਮ ਕਰਨ ਵਾਲਾ ਜਿਹੜਾ ਕੋਈ ਥੋੜਾ ਬਹੁਤ ਚੇਤਨ ਬੰਦਾ, ਉਹਦੇ 'ਚ ਫਰਕ ਹੁੰਦਾ। ਇਸੇ ਕਰਕੇ ਆਸ਼ੂਤੋਸ਼ ਵਾਪਸ ਆਪਣੀ ਪੱਤਰਕਾਰੀ 'ਚ ਲਗਭਗ ਚਲੇ ਗਏ ਨੇ। ਸਿਰਫ ਜੋਗਿੰਦਰ ਯਾਦਵ ਐਕਟਿਵ ਦਿਖਾਈ ਦੇ ਰਹੇ ਨੇ ਜਿਹੜੇ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਨੇ। ਕੁਮਾਰ ਵਿਸ਼ਵਾਸ ਆਪਣੀ ਕਵਿਤਾ ਪੜ੍ਹਨ ਲੱਗ ਗਏ ਨੇ, ਠੀਕ ਹੈ ਨਾ ਜੀ। ਤੇ ਉਹਦੇ ਕੋਲ ਉਹਦਾ ਆਪਣਾ ਉਹਦੇ 'ਚ ਕਾਫੀ ਪ੍ਰੋਫੈਸ਼ਨਲੀ ਕਾਫੀ ਕੰਮ ਹੈ ਉਹਦਾ। ਤੇ ਪ੍ਰਸ਼ਾਂਤ ਭੂਸ਼ਣ ਉਹ ਆਪਣੀ ਵਕਾਲਤ ਚਲੇ ਗਏ। ਇਹਨਾਂ ਨੇ ਰਲ ਮਿਲ ਕੇ ਕੋਈ ਸਿਆਸੀ ਸੰਗਠਨ ਨਹੀਂ ਬਣਾਇਆ। ਤੇ ਜੇ ਉਹ ਸਿਆਸਤਦਾਨ ਹੁੰਦੇ, ਸ਼ੁੱਧ ਸਿਆਸਤਦਾਨ, ਤੇ ਸ਼ਾਇਦ ਉਸ ਕੁਝ ਨਾ ਕੁਝ ਬਣਿਆ ਹੁੰਦਾ। ਸੋ ਇਹ ਸਥਿਤੀਆਂ ਨੇ, ਇਹਨਾਂ ਸਥਿਤੀਆਂ ਦੇ ਵਿੱਚ ਜਿਹੜਾ ਸ਼ੁੱਧ ਸਿਆਸਤਦਾਨ ਹੁੰਦਾ ਉਹ ਹੋਰ ਤਰ੍ਹਾਂ ਦੇ ਐਕਟ ਕਰਦਾ ਹੈ, ਉਹ ਆਪਣਾ ਕਰੀਅਰ ਦੇਖਦਾ ਹੈ। ਜਿਹੜਾ ਏਦਾਂ ਬਾਈ ਚਾਂਸ ਆਇਆ ਹੁੰਦਾ ਉਹਨੂੰ ਰਸਤਾ ਹੀ ਨਹੀਂ ਲੱਭਦਾ ਵਿਚਾਰੇ ਨੂੰ, ਫਿਰ ਜਿੱਥੇ ਹੁੰਦੇ ਉੱਥੇ ਵਾਪਸ ਨਹੀਂ। ਪਰ ਦਸਾਂ ਸਾਹਿਬ ਮੇਰਾ ਸਵਾਲ, ਸ਼ਾਇਦ ਤੁਸੀਂ ਐਕਸਪਲੇਨ ਤੇ ਕਰਤਾ ਸਾਰੀ ਗੱਲ, ਪਰ ਮੇਰਾ ਸਵਾਲ ਜਿਹੜਾ ਬੇਸਿਕ ਸਵਾਲ ਸੀ ਮੈਨੂੰ ਉਹਦਾ ਜਵਾਬ ਨਹੀਂ ਮੈਨੂੰ ਲੱਭਾ। ਉਹ ਇਦਾਂ ਹੈ ਕਿ ਇਹ ਲੋਕ ਜਿਹੜੇ ਸੀਗੇ ਇਹ ਆਏ ਤੇ ਕਿਸੇ ਨਾ ਕਿਸੇ ਤਾਂ ਤਰੀਕੇ ਇਸ ਕਰਕੇ ਸੀ ਕਿ ਅਸੀਂ ਬਿਹਤਰ ਭਵਿੱਖ ਸਿਰਜਣਾ ਆ ਭਾਰਤ ਦਾ, ਜਾਂ ਪੰਜਾਬ ਦੇ ਲੋਕ ਪੰਜਾਬ ਦੇ ਬਿਹਤਰ ਭਵਿੱਖ ਵਾਸਤੇ ਆਏ। ਤੇ ਉਹਨਾਂ ਦੀ ਉਹ ਚਿਣਗ ਕਿਉਂ ਮਰ ਗਈ? ਉਹਨਾਂ ਨੇ ਚਲੋ ਮੰਨ ਲਓ ਵੀ ਉਹ ਪੋਲੀਟੀਸ਼ੀਅਨਸ ਨਹੀਂ ਸੀ, ਨਾ ਰਹਿੰਦੇ ਪੋਲਿਟਿਕਸ 'ਚ, ਕੋਈ ਫੋਰਮ ਐਸਾ ਬਣਦਾ। ਵੇਖੋ ਆਪਣੇ 에ਅਰ ਚੀਫ ਮਾਰਸ਼ਲ ਅਰਜਨ ਸਿੰਘ ਹੀਰੀ ਸੀ, ਕੁਲਦੀਪ ਨਈਅਰ ਹੀਰੀ ਸੀ, ਲੋਕ ਉਹ ਜਿੱਥੇ ਬੜੇ ਵੱਡੇ ਉਹਨਾਂ ਦੇ ਨਾਂ ਸੀ, ਨਾਲ ਦੀ ਨਾਲ ਉਹ ਪੰਜਾਬੀ ਫੋਰਮ ਵਗੈਰਾ ਬਣਾ ਕੇ ਕੁਛ ਨਾ ਕੁਛ ਐਕਟਿਵ ਰਹੇ ਨੇ ਲੋਕ। ਉਹਨਾਂ ਦੀ ਗੱਲ ਸੁਣੀ ਜਾਂਦੀ ਸੀ, ਮਤਲਬ ਦਿੱਲੀ ਦੇ ਹਲਕਿਆਂ 'ਚ ਵੀ ਜਦੋਂ ਗੱਲ ਕਰਦੇ ਸੀ ਉਹ ਵੱਡੇ ਲੋਕ। ਤੇ ਜੇ ਪ੍ਰਸ਼ਾਂਤ ਭੂਸ਼ਣ ਹੀਰੀ, ਜੋਗਿੰਦਰ ਯਾਦਵ ਹੀਰੀ ਜਾਂ ਹੋਰ ਜਿਹੜੇ ਇਹ ਨਾਂ ਨੇ, ਵੱਡੇ ਚਿਹਰੇ ਨੇ, ਲੋਕ ਉਹਨਾਂ ਦੀ ਰਿਸਪੈਕਟ ਕਰਦੇ ਨੇ, ਉਹ ਪੋਲਿਟਿਕਸ ਤੋਂ ਕਿਨਾਰਾ ਵੀ ਕਰ ਜਾਂਦੇ। ਇੱਕ ਅਸੀਂ ਸਾਂਝੀ ਫੋਰਮ ਕੋਈ ਬਣਾ ਲੈਂਦੇ ਕਿ ਭਾਈ ਅਸੀਂ ਤੇ ਐਸ ਕੰਮ ਲਈ ਆਏ ਆ ਤੇ ਲੋਕ ਇਦਾਂ ਦੇ ਨੇ
ਸਿਆਸਤ ਇੱਕ ਗੇਮ ਇਦਾਂ ਦੀ ਆ, ਪਰ ਅਸੀਂ ਅਜੇ ਵੀ ਕੁਝ ਕਰਨਾ ਚਾਹੁੰਦੇ ਆਪਣੇ ਇਹਨਾਂ ਪਲੇਟਫਾਰਮਾਂ ਤੋਂ। ਉਹਨਾਂ ਨੇ ਉਹੋ ਜਿਹਾ ਕਦਮ ਨਹੀਂ ਕੋਈ ਚੁੱਕਿਆ। ਉਹਨਾਂ ਦੀ ਉਹ ਚਿੰਨ੍ਹ ਜਿਹੜੀ ਸੀ ਕੁਝ ਚੰਗਾ ਕਰਨ ਦੀ, ਉਹ ਕਿਉਂ ਨਾਲ ਹੀ ਦਮ ਤੋੜ ਗਈ? ਕੁਝ ਲੋਕ ਹੁੰਦੇ ਆ ਜਿਹੜੇ ਵੇਵਸ ਦੇ ਨਾਲ ਹੀ ਕੰਮ ਕਰਦੇ ਆ, ਕਿਉਂਕਿ ਉਹਨਾਂ ਦੇ ਆਪਣੇ ਕੋਲ ਉਹਨਾਂ ਦੀ ਕਾਰਜਕੁਸ਼ਲਤਾ ਉਸ ਲੈਵਲ ਦੀ ਨਹੀਂ ਹੁੰਦੀ। ਇਹ ਹਰ ਵਿਅਕਤੀ ਦਾ ਆਪੋ ਆਪਣਾ ਕਹਿ ਲਓ ਆਪਣੀ ਸ਼ਖਸੀਅਤ ਹੈ, ਆਪੋ ਆਪਣਾ ਸੁਭਾਅ ਹੁੰਦਾ ਹੈ। ਜੋਗਿੰਦਰ ਯਾਦਵ ਕਿਉਂਕਿ ਸ਼ੁਰੂ ਤੋਂ ਕਿਸੇ ਨਾ ਕਿਸੇ ਰੂਪ 'ਚ ਐਕਟਿਵ ਰਹੇ ਨੇ। ਉਹ ਤਾਂ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਤੋਂ ਐਕਟਿਵ ਸੀਗੇ ਨਾ, ਜਰਨਲਿਸਟ ਦੇ ਤੌਰ ਤੇ ਉੱਤੇ ਵੀ, ਚੋਣ ਐਕਸਪਰਟ ਦੇ ਨਾਂ ਦੇ ਉੱਤੇ ਵੀ ਜੋਗਿੰਦਰ ਯਾਦਵ ਆਪਣਾ ਕੰਮ ਕਰਦੇ ਰਹੇ। ਇਸੇ ਕਰਕੇ ਉਹ ਹਾਲੇ ਵੀ ਬਣੇ ਹੋਏ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਹੜੇ ਬਾਕੀ ਲੋਕ ਸੀ ਉਹ ਉਸ ਰੂਪ ਦੇ ਵਿੱਚ ਏਦਾਂ ਐਕਟਿਵ ਨਹੀਂ ਸੀ। ਉਹ ਠੀਕ ਹੈ, ਕੋਈ ਕੁਝ ਪ੍ਰਸ਼ਾਂਤ ਭੂਸ਼ਣ ਹੋਰੀ ਵਕਾਲਤ ਕਰਦਿਆਂ ਹੋਇਆ ਬਹੁਤ ਸਾਰੇ ਮਸਲਿਆਂ ਦੇ ਉੱਤੇ ਜਿਹੜੇ ਕੋਈ ਏਦਾਂ ਦੇ ਕੇਸਿਸ ਹੁੰਦੇ ਸੀ ਉਹਨਾਂ ਨੂੰ ਹੱਥ 'ਚ ਲੈਂਦੇ ਰਹੇ ਆ। ਜਿਹੜਾ ਉਹਨਾਂ ਕੋਲ ਆਰਟ ਹੈ, ਜਿਹੜਾ ਉਹਨਾਂ ਕੋਲ ਕਲਾ ਹੈ, ਉਹ ਤਾਂ ਕਰਦੇ ਰਹੇ ਆ ਉਹ, ਪਰ ਉਹਨਾਂ ਨੂੰ ਜ਼ਮੀਨੀ ਪੱਧਰ ਦੀ ਸਿਆਸਤ ਦਾ ਕੋਈ ਕਿਸੇ ਕਿਸਮ ਦਾ ਕੋਈ ਤਜਰਬਾ ਨਾ ਹੋਣ ਕਰਕੇ, ਤੇ ਇਸ ਕਰਕੇ ਉਹ ਸ਼ਾਇਦ ਉਹ ਨਹੀਂ ਕਰ ਸਕੇ। ਕੋਸ਼ਿਸ਼ ਵੀ ਕੀਤੀ ਹੋਏਗੀ, ਇਹਨੇ ਨਹੀਂ ਕੀਤੀ ਹੋਏਗੀ, ਪਰ ਹਰ ਵਿਅਕਤੀ ਦਾ ਬਿਲਕੁਲ ਵੱਖਰਾ ਵੱਖਰਾ ਨਜ਼ਰੀਆ ਵੀ ਹੁੰਦਾ। ਤੇ ਮੇਰਾ ਮੰਨਣਾ ਉਹੀ ਹੈ ਵੀ ਸਿਆਸਤ ਦੇ ਵਿੱਚ ਜਿਹੜੇ ਗੂੜੇ ਹੋਏ ਲੋਕ ਹੁੰਦੇ ਆ, ਗੁੜੇ ਹੋਏ ਲੋਕ ਜਿਹੜੇ ਹੁੰਦੇ ਆ, ਉਹ ਹੋਰ ਤਰ੍ਹਾਂ ਰਿਐਕਟ ਕਰਦੇ ਆ। ਜਿਹੜੇ ਇਸ ਤਰ੍ਹਾਂ ਆਉਂਦੇ ਆ ਉਹ ਹੋਰ ਤਰ੍ਹਾਂ ਰਿਐਕਟ ਕਰਦੇ ਆ। ਕੋਸ਼ਿਸ਼ ਰਹਿੰਦੀ ਆ ਉਹਨਾਂ ਦੀ, ਬੜੇ ਹਾਲੇ ਵੀ ਕਿਤੇ ਨਾ ਕਿਤੇ ਚਰਚਾ 'ਚ ਤਾਂ ਰਹਿੰਦੇ ਆ। ਜਿੱਦਾਂ ਹੁਣ ਆਸ਼ੂਤੋਸ਼ ਦਾ ਤੁਸੀਂ ਜ਼ਿਕਰ ਕੀਤਾ, ਕਿਸੇ ਚੈਨਲ ਤੇ ਗੱਲ ਕਰਦੇ ਉਹਨੇ ਉਹਨਾਂ ਦੀਆਂ ਗੱਲਾਂ ਕਹੀਆਂ ਤਾਂ ਆਪਣੇ ਸਾਹਮਣੇ ਆਈਆਂ। ਇਹ ਨਹੀਂ ਕਿ ਚਿਣਗ ਤਾਂ ਹੁੰਦੀ ਆ, ਉਮਰ ਵੀ ਇੱਕ ਹੁੰਦੀ ਹੈ, ਤੇ ਕੁਝ ਐਂਬੀਸ਼ੀਅਸ ਵੀ ਹੁੰਦੇ ਆ ਲੋਕਾਂ ਦੇ, ਜਿਹੜੇ ਕਈ ਵਾਰੀ ਹੁੰਦਾ ਵੀ ਉਹ ਪੂਰੇ ਨਹੀਂ ਹੁੰਦੇ। ਪਹਿਲੀ ਵਾਰ ਕੋਸ਼ਿਸ਼ ਕਰਦੇ ਆ, ਵੇਵ ਹੁੰਦੀ ਹੈ, ਪਰ ਉਹਦੇ ਬਾਵਜੂਦ ਵੀ ਉਹ ਜਿਹੜੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਫਿਰ ਕਈ ਬੰਦੇ ਨਿਰਉਤਸ਼ਾਹ ਹੋ ਕੇ ਬੈਠ ਉੱਠ ਜਾਂਦੇ ਆ। ਇਕੱਲੇ ਲੋਕ ਵੀ ਨਾਲ ਨਹੀਂ ਹੁੰਦੇ ਉਹਨਾਂ ਦੇ, ਉਹ ਇਕੱਲੇ ਵਿਅਕਤੀ ਹੈ। ਇਹ ਮਤਲਬ ਜਿਹੜਾ ਸਿਆਸਤਦਾਨ ਹੁੰਦਾ ਉਹਦਾ ਫਿਰ ਵੀ ਇੱਕ ਘੇਰਾ ਹੁੰਦਾ, ਝੂਠਾ ਸੱਚਾ ਹੀ ਸਹੀ, ਉਹਦੇ ਆਲੇ ਦੁਆਲੇ ਕੋਈ ਨਾ ਕੋਈ 10-20 ਲੋਕ ਹੁੰਦੇ ਆ। ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ, ਇਹ ਇੱਕ ਵਿਅਕਤੀ ਹੁੰਦੇ ਆ। ਇਹ ਵਿਅਕਤੀਆਂ ਦੇ ਨਾਲ ਕੋਈ ਇੱਦਾਂ ਦੇ ਵਿਅਕਤੀਆਂ ਨਾਲ ਕੋਈ ਬਹੁਤ ਜ਼ਿਆਦਾ ਜਮਾਤ ਨਹੀਂ ਹੁੰਦੀ। ਇਸ ਕਰਕੇ ਇਹਨਾਂ ਨੂੰ ਉਤਸ਼ਾਹ ਵੀ ਨਹੀਂ ਮਿਲਦਾ। ਕੋਈ ਕਹਿੰਦਾ ਵੀ ਨਹੀਂ ਆ ਕੇ ਕਿ ਚਲੋ ਆਓ ਆਪਾਂ ਆਹ ਫਲਾਨੀ ਕੰਮ ਕਰ ਲਈਏ। ਜਿਹੜੇ ਸਿਆਸਤਦਾਨ ਹੁੰਦੇ ਉਹਨਾਂ ਤਾਂ ਰੋਜ਼ ਕਹਿਣ ਲੱਗ ਪੈਂਦੇ ਆ ਵੀ ਇੱਥੋਂ ਨਹੀਂ ਬਣਿਆ ਤੇ ਚਲੋ ਜੀ ਆਪਾਂ ਹੁਣ ਉੱਧਰ ਨੂੰ ਚੱਲਦੇ ਆ, ਆਪਾਂ ਕੁਝ ਕਰ ਲਈਏ, ਨਾ ਤਾਂ ਆਪਣੀ ਪਾਰਟੀ ਬਣਾ ਲਈਏ। ਇਹ ਇਕੱਲੇ ਵਿਅਕਤੀ ਹੈ, ਇਕੱਲੇ ਵਿਅਕਤੀ ਨੂੰ ਉਹ ਮੌਕੇ ਨਹੀਂ ਮਿਲਦੇ ਜਿਹੜੇ ਸਿਆਸਤਦਾਨ। ਪਰ ਹੈਰਾਨੀ ਮੈਨੂੰ ਤੇ ਇਸ ਗੱਲ ਦੀ ਹੈ ਕਿ ਸੋਸ਼ਲ ਜਸਟਿਸ ਦੇ ਨਾਂ ਤੇ ਲੋਕ ਇਕੱਠੇ ਹੋਏ, ਤੇ ਜਦੋਂ ਆਪਣੇ ਸਾਥੀਆਂ ਨਾਲ ਹੀ ਜਸਟਿਸ ਨਹੀਂ ਸੀ ਹੋ ਰਿਹਾ ਉਦੋਂ ਇਹ ਲੋਕ ਚੁੱਪ ਰਹੇ ਤੇ ਇਕੱਲੇ ਨੂੰ ਉਹ ਕਿਨਾਰੇ ਕਰਦੇ ਗਏ। ਜਦੋਂ ਆਪਣੇ ਤੇ ਗੱਲ ਆਉਂਦੀ ਆ ਤੇ ਬੋਲਦੇ ਆ। ਇਹੋ ਹੀ ਵਤੀਰਾ ਭਗਵੰਤ ਮਾਨ ਦਾ ਰਿਹਾ ਕਿ ਦੂਜਿਆਂ ਲਈ ਖਾਤਰ ਉਹਨਾਂ ਨੇ ਉਹ ਕੁਝ ਕੀਤਾ, ਤੇ ਅੱਜ ਜਦੋਂ ਆਪਣੇ ਤੇ ਬਣਦੀ ਆ ਤੇ ਫਿਰ ਚੀਕਾ ਮਾਰਦੇ ਆ। ਇਹੋ ਕੁਝ ਹੀ ਬਾਕੀਆਂ ਨਾਲ ਹੁੰਦਾ ਰਿਹਾ। ਜਦੋਂ ਆਸ਼ੂਤੋਸ਼ ਜੀ ਬੈਠੇ ਸੀ ਤੇ ਜਦੋਂ ਗਏ ਨੇ ਪ੍ਰਸ਼ਾਂਤ ਭੂਸ਼ਣ ਜੀ, ਜੋਗਿੰਦਰ ਯਾਦਵ ਜੀ, ਹੋਰ ਵੱਡੇ ਲੋਕ ਛੱਡ ਕੇ ਗਏ ਆ, ਉਦੋਂ ਇਹ ਲੋਕ ਵੀ ਚੁੱਪ ਹੀ ਰਹੇ ਸੀਗੇ ਜੀ। ਤੇ ਬੜਕੇ ਜਦੋਂ ਇਹਨਾਂ ਤੇ ਬੀਤੀ ਤੇ ਹੁਣ ਫਿਰ ਇਹਨਾਂ ਦੀ ਵੀ ਕੋਈ ਸੁਣਵਾਈ ਨਹੀਂ। ਯਾਨੀ ਕਿ ਕਾਹਦਾ ਸੋਸ਼ਲ ਜਸਟਿਸ ਆ? ਜੇ ਇਹ ਆਪ ਆਪਣੇ ਸਾਥੀਆਂ ਨਾਲ ਹੀ ਜਸਟਿਸ ਨਹੀਂ ਲੜਦੇ ਤੇ ਬਾਕੀ ਲੋਕਾਂ ਲਈ ਕਿੱਥੋਂ ਲੜਨਗੇ? ਜਿਹੜੀ ਗੱਲ ਮੈਂ ਕੱਲ ਕਹਿ ਰਿਹਾ ਸੀ ਕਿ ਜੇ ਇਹਨਾਂ ਦੇ ਆਪਣੇ ਮਸਲੇ ਟੇਬਲ ਤੇ ਬਹਿ ਕੇ ਹੱਲ ਨਹੀਂ ਹੁੰਦੇ ਤੇ ਬਾਕੀ ਲੋਕਾਂ ਦੇ ਮਸਲੇ ਜਿਹੜੀ ਤਵੱਕੋ ਰੱਖਦੇ ਹੋ ਇਹਨਾਂ ਕਿੱਥੋਂ ਹੱਲ ਕਰਨੇ ਆ? ਮੈਨੂੰ ਤਾਂ ਲੱਗਦਾ ਹੈ ਸਾਰਾ ਮਤਲਬ ਖੇਲ ਜਿਹਾ ਹੀ ਬਣਿਆ। ਉਹ ਜਿਹੜੀ ਗੱਲ ਬਾਰ-ਬਾਰ ਆਉਂਦੀ ਖੇਲਾ ਹੋਵੇ, ਪਤਾ ਨਹੀਂ ਕੀ ਅੱਜ ਕੱਲ ਨਵਾਂ ਕੱਢਿਆ ਜੇ ਇੱਕ ਸ਼ਬਦ ਜਿਹਾ, ਉਹੋ ਜਿਹਾ ਹੀ ਹੋ ਰਿਹਾ ਲੱਗਦਾ ਸਾਡੇ ਸਾਰਿਆਂ ਨਾਲ। ਬਿਲਕੁਲ ਠੀਕ ਹੈ ਗੱਲ ਤੁਹਾਡੀ। ਅਸਲ 'ਚ ਇਹਦਾ ਨਾ ਜੀ ਬੇਸਿਕ ਕਾਰਨ ਜਿਹੜਾ ਮੈਂ ਸਮਝਿਆ, ਉਹ ਜਿਹੜੀ ਗੱਲ ਮੈਂ ਬਾਰ-ਬਾਰ ਦੁਹਰਾਉਂਦਾ ਰਹਿੰਦਾ, ਉਹ ਬੇਸਿਕ ਕਾਰਨ ਹੈ ਕਿ ਤੁਹਾਡੀ ਕਿਸੇ ਕਿਸਮ ਦੀ ਕੋਈ ਆਈਡੀਓਲੋਜੀ, ਜਿਹੜੀ ਇੱਕ ਆਈਡੀਓਲੋਜੀ ਕੋਈ ਹੋਵੇ, ਭਾਵੇਂ ਉਹ ਜਦੋਂ ਭਾਰਤੀ ਜਨਤਾ ਪਾਰਟੀ ਦੀ ਇੱਕ ਆਈਡੀਓਲੋਜੀ ਰਹੀ ਹੈ ਜਿਹੜੀ ਹੁਣ ਖਿਲਰ ਗਿਆ ਸਾਰਾ, ਉਹਦੀ ਇੱਕ ਵਿਚਾਰਧਾਰਾ ਤਾਂ ਰਹੀ ਹੈ ਨਾ, ਉਹਦੇ ਤੇ ਪਹਿਰਾ ਦਿੰਦੇ ਰਹੇ ਲੋਕ, ਹਾਲੇ ਵੀ ਕੋਸ਼ਿਸ਼ ਰਹਿੰਦੀ ਉਹਨਾਂ ਦੀ, ਪਰ ਹੁਣ ਉਹਨਾਂ ਤੇ ਵੀ ਕਬਜ਼ਾ ਇਸ ਕਿਸਮ ਦਾ ਹੋ ਗਿਆ। ਆਈਡੀਓਲੋਜੀ ਜਿਹੜੀ ਆ ਉੱਥੇ ਵੀ ਪਿੱਛੇ ਰਹਿ ਗਈ ਹੈ। ਕੋਈ ਵਿਚਾਰਧਾਰਾ ਤਾਂ ਕੋਈ ਹੋਵੇ ਨਾ, ਇਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਸੀ। ਇਹ ਲੋਕ ਤਾਂ ਇੱਕ ਮਤਲਬ ਜਸਟ ਫਾਰ ਚੇਂਜ ਇੱਕ ਵੇਵ ਚੱਲੋ ਲੱਗਾ ਵੀ ਲਓ ਜੀ ਚੱਲ ਪਿਆ ਕੰਮ ਤੇ ਆਪਣਾ ਕੰਮ ਸੁੱਤਾ ਜਾਣਾ। ਤੇ ਇਸੇ ਕਰਕੇ ਫਿਰ ਇਦਾਂ ਦੀਆਂ ਸਥਿਤੀਆਂ ਜਿਹੜੀਆਂ ਉਹਦੇ 'ਚ ਮੁਕਾਬਲਾ ਨਹੀਂ ਕਰ ਪਾਉਂਦੇ। ਫਿਰ ਨਾ ਇਹ ਆਪਾਂ ਆਪਣੇ ਕਰੀਅਰ ਬਾਰੇ ਸੋਚਦੇ ਰਹਿੰਦੇ ਨੇ। ਹਾਂ ਵੀ ਜੇ ਪ੍ਰਸ਼ਾਂਤ ਭੂਸ਼ਣ ਨੂੰ ਬਾਹਰ ਕਰ ਦਿੱਤਾ ਤੇ ਮੈਂ ਇਹਦੇ ਤੋਂ ਕੀ ਲੈਣਾ, ਮੈਂ ਤਾਂ ਹੈ ਨਾ। ਤੇ ਪਰ ਜਦੋਂ ਫਿਰ ਆਪਣੀਆਂ ਸਥਿਤੀਆਂ ਬਣਦੀਆਂ ਤੇ ਜਿਹੜਾ ਤੁਸੀਂ ਲਫ਼ਜ਼ ਵਰਤਿਆ, ਫਿਰ ਕੁਝ ਚੀਕਾਂ ਮਾਰਨ ਲੱਗਦੇ ਆ। ਜੇ ਰਲ ਕੇ ਇੱਕ ਆਈਡੀਆ ਦੇ ਉੱਤੇ ਇਹਨਾਂ ਦਾ ਮੇਲ ਹੁੰਦਾ ਤਾਂ ਸ਼ਾਇਦ ਫਿਰ ਇਹ ਇਕੱਠੇ ਕੋਈ ਨਾ ਕੋਈ ਐਕਸ਼ਨ 'ਚ ਆ ਸਕਦੇ ਸੀ। ਕਿਉਂਕਿ ਜਿੱਦਾਂ ਹੁਣ ਪ੍ਰਸ਼ਾਂਤ ਭੂਸ਼ਣ ਦੇ ਮਾਮਲੇ ਦੇ ਵਿੱਚ ਕਸ਼ਮੀਰ ਦੇ ਇਸ਼ੂ ਦੇ ਉੱਤੇ
ਉਹਦੇ ਦੁਆਲੇ ਸਾਰੀਆਂ ਪ੍ਰਸਥਿਤੀਆਂ ਬਣਾ ਦਿੱਤੀਆਂ ਗਈਆਂ, ਉਹਦੇ ਖਿਲਾਫ ਸਾਰਾ ਕੁਝ ਜਿਹੜਾ ਆ ਮਾਹੌਲ ਤਿਆਰ ਕਰ ਦਿੱਤਾ ਗਿਆ। ਜੇ ਹੁਣ ਕਸ਼ਮੀਰ ਦੇ ਇਸ਼ੂ ਦੇ ਉੱਤੇ ਜਿਹੜੇ ਬਾਕੀ ਲੋਕ ਆ ਉਹਨਾਂ ਦੀ ਵਿਚਾਰਧਾਰਾ ਵੀ ਲਗਭਗ ਪ੍ਰਸ਼ਾਂਤ ਭੂਸ਼ਣ ਵਰਗੀ ਹੁੰਦੀ ਤੇ ਸ਼ਾਇਦ ਉਹਨਾਂ ਦੇ ਨਾਲ 5-7 ਬੰਦੇ ਹੁੰਦੇ, ਉਹ ਨਹੀਂ ਹੋਏ। ਹੁਣ ਕੁਮਾਰ ਵਿਸ਼ਵਾਸ ਕਿੱਦਾਂ ਇਸ ਮਸਲੇ ਦੇ ਉੱਤੇ ਚਲੇ ਜਾਂਦਾ ਪ੍ਰਸ਼ਾਂਤ ਭੂਸ਼ਣ ਦੇ ਨਾਲ, ਕਿਉਂਕਿ ਕੁਮਾਰ ਵਿਸ਼ਵਾਸ ਜਿਹੜਾ ਆ ਸ਼ੁੱਧ ਰਾਸ਼ਟਰਵਾਦੀ ਵਿਅਕਤੀ ਹੈਗਾ, ਤੇ ਇਹਦੇ ਬਾਕੀ ਲੋਕ ਆਪਣੇ ਆਪਣੇ ਢੰਗ ਨਾਲ ਉਹ ਸੋਚਦੇ ਨੇ, ਤੇ ਇੱਕ ਵਿਚਾਰਧਾਰਾ ਨਾ ਹੋਣ ਕਰਕੇ ਹੀ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਟੁੱਟ ਭੱਜ ਦੀਆਂ ਖਬਰਾਂ ਲਗਾਤਾਰ ਵੱਧਦੀਆਂ ਇੱਥੇ ਤੱਕ ਪਹੁੰਚ ਗਈਆਂ ਵੀ ਹੁਣ ਕੋਈ ਮਤਲਬ ਆਪਾਂ ਨਾਂ ਨਹੀਂ ਗਿਣ ਸਕਦੇ ਬਹੁਤੇ ਵੀ ਹਾਂ ਆਮ ਆਦਮੀ ਪਾਰਟੀ 'ਚ ਕਿਹੜੇ ਲੋਕ ਨੇ। 2-4 ਨਾਵਾਂ ਤੋਂ ਬਾਅਦ ਤੁਹਾਡੀ ਸੂਚੀ ਜਿਹੜੀ ਹੈ ਉੱਤੇ ਫੁੱਲ ਸਟਾਪ ਲੱਗ ਜਾਂਦਾ ਹੈ ਜੀ। ਆਪਣੇ ਖੇਤਰ ਦੇ ਮਾਹਰ ਲੋਕ ਆਏ ਸੀ, এনवायरमेंटਲੀ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਆਏ ਸੀਗੇ ਜਿਨ੍ਹਾਂ ਨੇ ਬੜੀਆਂ ਸਟਰਗਲ ਕੀਤੀਆਂ, ਸਾਰੇ ਲੋਕ ਦਰਕਨਾਰ ਕਰ ਦਿੱਤੇ ਗਏ ਆ। ਤੇ ਜਿਹੜਾ ਸ਼ਬਦ ਤੁਸੀਂ ਵਰਤਿਆ ਸ਼ੁੱਧ ਰਾਸ਼ਟਰਵਾਦੀ, ਉਹ ਸ਼ਬਦ ਹੈ ਬੜਾ ਸੋਹਣਾ ਹੈ ਕਿ ਸ਼ੁੱਧ ਰਾਸ਼ਟਰਵਾਦੀ ਹੀ ਇਹਨਾਂ ਪਾਰਟੀਆਂ ਦੇ ਵਿੱਚ ਰਹਿ ਸਕਦੇ ਸੀ, ਪਰ ਉਹਨਾਂ ਨੂੰ ਵੀ ਜਗ੍ਹਾ ਨਹੀਂ ਮਿਲ ਰਹੀ। ਸ਼ੁੱਧ ਰਾਸ਼ਟਰਵਾਦੀ ਹੋਣਾ ਵੀ ਮਤਲਬ ਜਿਹੜਾ ਆ ਉਹ ਉਹਨਾਂ ਦੇ ਹੱਕ 'ਚ ਨਹੀਂ ਭੁਗਤਿਆ। ਇਹ ਸ਼ੁੱਧ ਤੋਂ ਅੰਤਰਰਾਸ਼ਟਰਵਾਦੀ ਹੋ ਗਿਆ ਨਾ। ਹੁਣ ਯੂਪੀ ਦੇ ਵਿੱਚ ਆਹੀ ਕੁਛ ਕਰਨ ਲੱਗੇ ਆ। ਯੂਪੀ ਦੇ ਵਿੱਚ ਰਾਮ ਭਰੋਸੇ ਜਿੱਤਣਾ ਕਹਿੰਦੇ ਅਸੀਂ, ਉਹ ਤਾਂ ਕਹਿੰਦਾ ਉਹ ਜਿਹੜਾ ਮਨੀਸ਼ ਸਿਸੋਦੀਆ ਉਹਦਾ ਬਿਆਨ ਆਇਆ ਵੀ ਅਸੀਂ ਯੂਪੀ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੈਣੀਆਂ ਤੇ ਰਾਮ ਭਰੋਸੇ ਅਸੀਂ ਰਾਮ ਦਾ ਨਾਮ ਲੈ ਕੇ ਰਾਮ ਰਾਜ ਸਥਾਪਿਤ ਕਰਾਂਗੇ ਯੂਪੀ 'ਚ। ਉਹਨੇ ਇਹ ਵੀ ਕਹਿ ਦਿੱਤਾ ਵੀ ਦਿੱਲੀ 'ਚ ਜਿਹੜੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ ਉਹ ਵੀ ਰਾਮ ਰਾਜ ਦੀ ਪ੍ਰੇਰਣਾ ਨਾਲ ਹੀ ਬਣੀ ਹੋਈ ਹੈ। ਸੋ ਉਹ ਤਾਂ ਸ਼ੁੱਧ ਰਾਸ਼ਟਰਵਾਦ ਤੋਂ ਅੰਧ ਰਾਸ਼ਟਰਵਾਦ ਦੇ ਉਸੇ ਟਰੈਕ ਤੇ ਨੇ ਜਿਹੜਾ ਆਰਐਸਐਸ ਦਾ ਟਰੈਕ ਹੈ। ਰਾਮ ਭਰੋਸੇ ਦਾ ਮੀਨਿੰਗ ਕੁਝ ਹੋਰ ਵੀ ਹੁੰਦਾ ਨਾ ਜੀ, ਵੀ ਸਾਡੇ ਪੱਲੇ ਪੁੱਲੇ ਤੇ ਨਹੀਂ ਕੁਝ ਵੇਖੀ ਜਾਊਗੀ। ਉਹ ਤਾਂ ਚਲੋ ਉਹ ਤਾਂ ਮੈਂ ਭਰੋਸਾ ਸ਼ਬਦ ਤਾਂ ਮੈਂ ਵਰਤਿਆ, ਉਦਾਂ ਉਹਨਾਂ ਨੇ ਕਿਹਾ ਰਾਮ ਰਾਜ ਦੀ ਪ੍ਰੇਰਣਾ ਤੋਂ ਅਸੀਂ ਲੈ ਕੇ ਮੈਂ ਇਹ ਤਾਂ ਮੈਂ ਹੀ ਕਿਹਾ ਵੀ ਰਾਮ ਭਰੋਸੇ ਦੇ ਵਿੱਚ ਰਹਿਣਾ ਚਾਹੁੰਦੇ। ਅੱਛਾ, ਥੋੜਾ ਜਿਹਾ ਆਪਾਂ ਗੱਲ ਕਰੀਏ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਪਿਛਲੇ ਦਿਨੀ ਕਾਫੀ ਖਿੱਚਿਆ ਸੀਗਾ, ਜਿਹੜੇ ਹੈਗੇ ਨੇ ਰਮੰਨਾ ਹਰੀ, ਉਹਨਾਂ ਨੇ ਫੇਰ ਇਹ ਕਿਹਾ ਆ ਕਿ ਸਰਕਾਰ ਕਹਿੰਦੀ ਆ ਕਿ ਅਸੀਂ ਐਫੀਡੈਵਿਟ ਵੀ ਨਹੀਂ ਦੇਣਾ ਤੇ ਅਸੀਂ ਐਕਸਪਰਟ ਦੀ ਕਮੇਟੀ ਬਣਾ ਦਾਂਗੇ, ਤੇ ਉਹ ਕਾਫੀ ਨਾਰਾਜ਼ ਸੀਗੇ। ਤੇ ਉਹਨਾਂ ਹੁਣ ਕਿਹਾ ਕਿ ਵੀ 2 ਜਾਂ 3 ਦਿਨ ਦੇ ਵਿੱਚ ਮੈਂ ਫੈਸਲਾ ਸੁਣਾ ਦੇਣਾ ਸਰਕਾਰ ਦੇ ਹੱਕ ਜਾਂ ਖਿਲਾਫ, ਜੋ ਵੀ ਫੈਸਲਾ ਹੋਊਗਾ। ਇਹ ਮੈਂ ਜਸੂਸੀ ਕਾਂਡ ਬਾਰੇ ਗੱਲ ਕਰ ਰਿਹਾ। ਉਹਨਾਂ ਨੇ ਜਿਹੜਾ ਉਹ ਹੈਗਾ ਵੱਡਾ ਵਕੀਲ ਹੁੰਦਾ ਜੀ, ਉਹਨੂੰ ਕਿਹਾ ਕਿ ਤੁਸੀਂ ਦੱਸੋ ਵੀ ਤੁਸੀਂ ਇਹ ਜਿਹੜਾ ਸੌਫਟਵੇਅਰ ਵਰਤਿਆ ਜਾਂ ਨਹੀਂ ਵਰਤਿਆ, ਸਵਾਲਾਂ ਦੇ ਜਵਾਬ ਤੇ ਤੁਹਾਡੇ ਕੋਲ ਹੈ ਨਹੀਂ। ਤੇ ਫਿਰ ਉਹਨਾਂ ਨੇ ਅਖੀਰ ਰੱਖ ਕੇ ਕਿਹਾ ਕਿ ਫਿਰ ਅਸੀਂ 2 ਜਾਂ 3 ਦਿਨ 'ਚ ਆਪਣਾ ਫੈਸਲਾ ਸੁਣਾ ਦੇਵਾਂਗੇ। ਇਹ ਖਬਰ ਕਿੱਦਾਂ ਆ? ਇਹਦਾ ਨਾਲ ਕੀ ਮਤਲਬ ਸਰਕਾਰ ਨੂੰ ਕੋਈ ਲੱਗੇਗਾ ਝੁਕੇਗੀ ਜਾਂ ਕੁਝ ਹੋਏਗਾ? ਦੇਖੋ ਸਰਕਾਰ ਇਸ ਟਰੈਕ ਤੇ ਚੱਲ ਰਹੀ ਹੈ ਨਾ ਜੀ, ਲਗਾਤਾਰ ਸੁਪਰੀਮ ਕੋਰਟ ਵੱਲੋਂ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਲਿਆਂਦੀਆਂ ਗਈਆਂ ਜਾਂ ਸੁਪਰੀਮ ਕੋਰਟ ਦੇ ਵੱਖ ਡਿਵੀਜ਼ਨ ਬੈਂਚਸ ਨੇ ਜਿਹੜੀਆਂ ਸਰਕਾਰ ਨੂੰ ਕਈ ਗੱਲਾਂ ਕਹੀਆਂ ਨੇ, ਚਾਹੇ ਉਹ ਕਿਸਾਨ ਅੰਦੋਲਨ ਹੈ ਜਾਂ ਬਾਕੀ ਕੁਝ ਮੁੱਦਿਆਂ ਦੇ ਉੱਤੇ ਪੈਗਾਸਸ ਜਸੂਸੀ ਕਾਂਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇ ਸਰਕਾਰ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਸ਼ਾਇਦ ਜਿੱਦਾਂ ਅਸੀਂ ਕਹਿੰਦੇ ਹੁੰਦੇ ਹਾਂ ਵੀ ਬਾਰੀ ਨੂੰ ਦੀਵਾ ਤਾਂ ਜਗਦਾ ਹੈ ਨਾ, ਤੇ ਸ਼ਾਇਦ ਸੁਪਰੀਮ ਕੋਰਟ ਜਿਹੜੀ ਆ ਕੁਝ ਸਖਤ ਸਟੈਂਡ ਲੈ ਸਕਦੀ ਹੈ। ਤੇ ਅਸੀਂ ਤਾਂ ਬਹੁਤ ਸਾਰੇ ਹੋਰ ਜਿਹੜੇ ਮੁਲਕਾਂ ਦੇ ਵਿੱਚ ਵੀ ਕਈ ਵਾਰੀ ਇੱਦਾਂ ਦੀਆਂ ਘਟਨਾਵਾਂ ਦੇਖੀਆਂ ਜਿੱਥੇ ਜਿਹੜੀ ਸੁਪਰੀਮ ਕੋਰਟ ਜਾਂ ਜਿਹੜੀ ਅਦਾਲਤਾਂ ਜਿਹੜੀਆਂ ਉਹ ਫਿਰ ਕਈ ਸਖਤ ਫੈਸਲੇ ਲੈਂਦੀਆਂ ਰਹੀਆਂ। ਭਾਰਤ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੇ ਮਾਮਲੇ ਸਾਡੇ ਸਾਹਮਣੇ ਰਹੇ ਤੇ ਜਿਹੜਾ ਹਲਫਨਾਮਾ ਦਾਇਰ ਕੀਤਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਐਕਸਪਰਟ ਦੀ ਕਮੇਟੀ ਬਣਾ ਦੇਣੀ ਹੈ ਜੀ। ਤੇ ਆਪਣੇ ਆਪ ਦੇ ਵਿੱਚ ਉਹ ਸ਼ਾਇਦ ਸੁਪਰੀਮ ਕੋਰਟ ਜਾਂ ਰਮੰਨਾ ਸਾਹਿਬ ਜਿਹੜੇ ਨੇ ਉਹ ਇਹਨੂੰ ਤੋਹੀਨ ਸ਼ਾਇਦ ਸਮਝ ਰਹੇ ਨੇ ਵੀ ਸਾਡੇ ਕਹਿਣ ਦੇ ਬਾਵਜੂਦ ਵੀ ਸਰਕਾਰ ਹਲਫਨਾਮਾ ਜਿਹੜਾ ਹੈ ਦਾਖਲ ਕਰਨ ਨੂੰ ਤਿਆਰ ਨਹੀਂ ਹੈ। ਤੇ ਇਸ ਕਰਕੇ 2-3 ਦਿਨ ਤੱਕ ਸ਼ਾਇਦ ਅਸੀਂ ਇਹਦੀ ਚਰਚਾ ਕਰ ਰਹੇ ਹੋਵਾਂਗੇ ਕਿ ਸੁਪਰੀਮ ਕੋਰਟ ਨੇ ਕੋਈ ਸਖਤ ਕਿਸਮ ਦਾ ਕੋਈ ਫੈਸਲਾ ਦਿੱਤਾ ਹੈ ਤੇ ਜਾਂ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ। ਤੇ ਸਰਕਾਰ ਹਰ ਮਾਮਲੇ ਦੇ ਵਿੱਚ ਕੁਝ ਇਸ ਢੰਗ ਦੇ ਨਾਲ ਪੇਸ਼ ਹੋ ਰਹੀ ਹੈ, ਚਾਹੇ ਉਹ ਕਿਸਾਨਾਂ ਦੇ ਅੰਦੋਲਨ ਨਾਲ ਸੰਬੰਧਿਤ ਪਟੀਸ਼ਨਾਂ ਰਹੀਆਂ ਨੇ ਤੇ ਚਾਹੇ ਹੁਣ ਇਹ ਪੈਗਾਸਸ ਜਸੂਸੀ ਕਾਂਡ ਦਾ ਮਾਮਲਾ ਜਾਂ ਇਸ ਤੋਂ ਪਹਿਲਾਂ ਵੀ, ਉਹਦੇ 'ਚ ਸਰਕਾਰ ਦੀ ਨੀਅਤ ਜਿਹੜੀ ਹੈ ਉਹ ਸਾਫ਼ ਨਹੀਂ ਦਿਖਾਈ ਦੇ ਰਹੀ। ਬਹੁਤ ਕੁਝ ਸਰਕਾਰ ਲੁਕਾਉਣਾ ਚਾਹੁੰਦੀ ਹੈ ਤੇ ਬਹੁਤੀ ਦੇਰ ਤੱਕ ਸਰਕਾਰ ਜਿਹੜੀ ਕੋਸ਼ਿਸ਼ ਕਰ ਰਹੀ ਹੈ ਲੁਕਾਉਣ ਦੀ, ਬਹੁਤੀ ਦੇਰ ਤੱਕ ਲੁਕਾਇਆ ਜਾ ਨਹੀਂ ਸਕਦਾ। ਤੋ ਅੱਜ ਨਹੀਂ ਤਾਂ ਕੱਲ ਕੋਈ ਨਾ ਕੋਈ ਸੁਪਰੀਮ ਕੋਰਟ ਤੋਂ ਇੱਦਾਂ ਦੀ ਖਬਰ ਆਉਣ ਵਾਲੀ ਹੈ ਜਿਹੜੀ ਸਰਕਾਰ ਨੂੰ ਸ਼ਾਇਦ ਕਟਹਿਰੇ 'ਚ ਖੜੀ ਕਰ ਸਕਦੀ ਹੈ, ਨਮੋਸ਼ੀ 'ਚ ਪਾ ਸਕਦੀ ਹੈ।
ਬਿਲਕੁਲ। ਅੱਛਾ ਦਸਾਂ ਸਾਹਿਬ, ਇੱਕ ਮੋਗਾ ਘਟਨਾਕ੍ਰਮ ਹੋਇਆ ਸੀ, ਉਹਦਾ ਕਿਸਾਨ ਜਥੇਬੰਦੀਆਂ ਨੇ ਅਲਟੀਮੇਟਮ ਦਿੱਤਾ ਹੋਇਆ ਸੀ ਕੁਝ ਦਿਨਾਂ ਦਾ ਕਿ ਉਹਦਾ ਕੁਝ ਇਨਸਾਫ ਕਰੋ ਤੇ ਕੇਸ ਵਾਪਸ ਲਓ। ਕੋਈ 250 ਤੋਂ 300 ਦੇ ਕਰੀਬ ਕਿਸਾਨਾਂ ਦੇ ਉੱਤੇ ਕੇਸ ਕਾਫੀ ਖਤਰਨਾਕ ਦਰਜ ਕੀਤੇ ਸੀ। ਉਹਨਾਂ ਦੇ ਵਿੱਚ ਨਿਰਭੈ ਵਗੈਰਾ ਜਿਹੜੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਲੀਡਰ ਨੇ, ਉਹਨਾਂ ਦੇ ਉੱਤੇ ਵੀ ਕੇਸ ਨੇ। ਤੇ ਉਹ ਕੇਸ ਵੀ ਜਿਹੜੇ ਆ ਕੋਈ ਕਹਿੰਦੇ ਬੜੇ ਸਖਤ 307 ਲਾਈ ਆ, ਕਿਸੇ ਤੇ ਇਦਾਂ ਦੇ ਲਾਏ ਆ। ਤਾਂ ਕਿਸਾਨ ਜਥੇਬੰਦੀਆਂ ਦਾ ਉਹ ਅਲਟੀਮੇਟਮ ਕਦੋਂ ਤੱਕ ਆ ਤੇ ਉਹਦੇ ਲਈ ਕੋਈ ਕਾਰਵਾਈ ਅੱਗੇ ਹੋਈ ਆ? ਕੋਈ ਗੱਲਬਾਤ, ਮੀਟਿੰਗ, ਜਾਂ ਜੇ ਧਿਆਨ ਸਾਰਾ ਦਿੱਲੀ ਵੱਲ ਲੱਗਾ ਹੋਇਆ ਜੀ? ਨਹੀਂ ਦੇਖੋ, ਇਦਾਂ ਆ, ਉਹਦੇ ਚ 10 ਦਿਨ ਦਾ ਸਮਾਂ ਮੰਗਿਆ ਸੀ ਪ੍ਰਸ਼ਾਸਨ ਨੇ। ਜਿਹੜਾ ਪੁਲਿਸ ਆਫੀਸ਼ੀਅਲਸ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਮੀਟਿੰਗ ਹੋਈ, ਤੇ ਇਹ ਉਸ ਦਿਨ ਦੀ ਗੱਲ ਹੈ ਜਿਸ ਦਿਨ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਜਿਹੜੀਆਂ ਆ ਉਹ ਲੀਡਰਸ਼ਿਪ ਨੂੰ, ਸਿਆਸੀ ਲੀਡਰਸ਼ਿਪ ਨੂੰ ਮਿਲ ਰਹੀਆਂ ਸੀ। ਉਸ ਤੋਂ ਦੂਸਰੇ ਦਿਨ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਕਿਸਾਨ ਜਥੇਬੰਦੀਆਂ ਨੇ ਸਿੰਘੂ ਬਾਰਡਰ ਦੇ ਉੱਤੇ, ਤੇ ਜਿਹਦੇ 'ਚ ਉਹਨਾਂ ਨੇ ਬਕਾਇਦਾ ਐਲਾਨ ਕੀਤੇ ਸੀ 27 ਸਤੰਬਰ ਦੀ ਜਿਹੜੀ ਭਾਰਤ ਬੰਦ ਬਾਰੇ ਵੀ ਗੱਲ ਹੋਈ ਸੀ, ਜਾਂ ਸਿਆਸੀ ਪਾਰਟੀਆਂ ਨਾਲ ਕਿਸ ਤਰੀਕੇ ਦੇ ਨਾਲ ਤਾਲਮੇਲ ਰੱਖਣਾ ਆ, ਉਹਦੇ 'ਤੇ ਚਰਚਾ ਹੋਈ ਸੀ। ਉਸ ਦਿਨ ਹੀ ਉਹ ਦੱਸੀ ਗਈ ਸੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਈ 10 ਦਿਨ ਦਾ ਅਲਟੀਮੇਟਮ, ਮਤਲਬ 7 ਦਿਨ ਹੋ ਗਏ ਨੇ। ਜਦੋਂ ਚੰਡੀਗੜ੍ਹ 'ਚ ਕਿਸਾਨ ਆਗੂ ਮਿਲੇ ਨੇ ਸਿਆਸਤਦਾਨਾਂ ਨੂੰ, ਤਾਂ ਇੱਕ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਉਹਨਾਂ ਨੇ ਮੀਟਿੰਗ ਕਾਲ ਕੀਤੀ ਸੀ। ਤੇ ਫਿਰ 7 ਦਿਨ ਹੋਏ ਨੇ ਇਸ ਗੱਲ ਨੂੰ, ਹਜੇ 3 ਦਿਨ ਰਹਿੰਦੇ ਨੇ। ਪੁਲਿਸ ਪ੍ਰਸ਼ਾਸਨ ਨੇ ਇਹ ਪ੍ਰੋਮਿਸ ਕੀਤਾ ਸੀ ਵੀ 10 ਦਿਨ ਦੇ ਜੋ ਸਾਨੂੰ ਅਸੀਂ ਕਾਗਜ਼ੀ ਕਾਰਵਾਈ ਜਿਹੜੀ ਕਰਨੀ ਹੁੰਦੀ ਹੈ ਉਹਦੇ 'ਚ 10 ਦਿਨ ਲੱਗ ਜਾਣੇ ਆ, ਇਸ ਕਰਕੇ ਸਾਰੇ ਕੇਸ ਅਸੀਂ ਵਾਪਸ ਲਵਾਂਗੇ। ਇਸ ਕਰਕੇ ਕਿਸਾਨਾਂ ਨੇ ਪੋਸਟਪੋਨ ਕਰ ਦਿੱਤਾ ਸੀ। ਮੋਗੇ ਦੇ ਵਿੱਚ ਜਿਹੜਾ ਲਗਾਤਾਰ ਸ਼ਾਇਦ ਮੋਰਚਾ ਜਿਹੜਾ ਕੱਢ ਦੇਣਾ ਸੀ, ਉਹ ਪੋਸਟਪੋਨ ਕੀਤਾ ਸੀ, ਮੁਲਤਵੀ ਕੀਤਾ ਸੀ। 2 ਜਾਂ 3 ਦਿਨ ਤੱਕ ਸਾਰੀਆਂ ਸਥਿਤੀਆਂ ਸਪਸ਼ਟ ਹੋਣਗੀਆਂ ਵੀ ਕੀ ਕਿਸਾਨਾਂ ਤੋਂ ਸਾਰੇ ਪਰਚੇ ਵਾਪਸ ਹੋ ਗਏ ਨੇ, ਤੇ ਫਿਰ ਕਿਸਾਨ ਜਥੇਬੰਦੀਆਂ ਜਿੱਥੇ ਕਿਸ ਕਿਸਮ ਦਾ ਐਕਸ਼ਨ ਲੈਂਦੀਆਂ ਨੇ, ਕੀ ਪਲਾਨ ਕਰਦੀਆਂ ਨੇ। ਹਾਲ ਫਿਲਹਾਲ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਜਿੱਥੇ ਵੀ ਬੈਠੇ ਨੇ, ਲੜ ਰਹੇ ਨੇ, ਧਰਨੇ ਲਾ ਕੇ ਬੈਠੇ ਨੇ, ਉਹਨਾਂ ਨੇ 27 ਸਤੰਬਰ ਦੀ ਜਿਹੜੀ ਭਾਰਤ ਬੰਦ ਦੀ ਕਾਲ ਦਿੱਤੀ ਹੋਈ ਆ, ਉਹਦੀ ਤਿਆਰੀਆਂ ਦੇ ਵਿੱਚ ਜੁਟੇ ਹੋਏ ਨੇ। ਦਸਾਂਝ ਸਾਹਿਬ, ਅਫਗਾਨਿਸਤਾਨ ਤੋਂ ਕੁਝ ਵੀਡੀਓ 1-2 ਸਾਹਮਣੇ ਆਈਆਂ ਨੇ, ਕੁਝ ਜਿਹੜੇ ਇੰਟਰਨੈਸ਼ਨਲ ਮੀਡੀਆ ਉਹਨਾਂ ਨੇ ਉਹਨਾਂ ਨੂੰ ਰਿਲੀਜ਼ ਕੀਤਾ ਆ ਕਿ ਤਾਲਿਬਾਨ ਜਿਹੜੇ ਆ ਉਹ ਜਿਵੇਂ ਕਹਿੰਦੇ ਸੀਗੇ ਕਿ ਅਸੀਂ ਬਿਲਕੁਲ ਨਵੀਂ ਤਰ੍ਹਾਂ ਦੀ ਵਿਵਸਥਾ ਕਰਾਂਗੇ ਤੇ ਆਮ ਲੋਕਾਂ ਨੂੰ ਨਹੀਂ ਮਾਰਾਂਗੇ। ਹੁਣ ਜਿਹੜੀ ਪੰਜਸ਼ੀਰ ਘਾਟੀ ਦੱਸਦੇ ਆ, ਉੱਥੇ ਦੀ ਇੱਕ ਵੀਡੀਓ ਦੀ ਇੱਕ ਚਰਚਾ ਚੱਲ ਰਹੀ ਆ ਕਿ ਇੱਕ ਵਿਅਕਤੀ ਖੜਾ ਆ ਧੂੜ ਭਰੇ ਇਲਾਕੇ 'ਚ ਤੇ ਉਹਨੂੰ ਤਾਲਿਬਾਨ ਜਿਹੜੇ ਉਹ ਘੇਰ ਕੇ ਖੜੇ ਆ, ਤੇ ਮੁੜ ਕੇ ਕੁਝ ਮਿੰਟ ਦੇ ਬਾਅਦ ਉਹ ਤਾਰ ਗੋਲੀਆਂ ਚੱਲਦੀਆਂ ਤੇ ਉਹ ਵਿਅਕਤੀ ਡਿੱਗ ਪੈਂਦਾ। ਇਦਾਂ 20 ਦੇ ਕਰੀਬ ਲੋਕਾਂ ਨੂੰ ਕੱਲੇ ਨੂੰ ਘੇਰ ਕੇ ਉਹਨਾਂ ਨੇ ਦੱਸਿਆ ਜਾਂਦਾ, ਰਿਪੋਰਟਾਂ ਆ ਰਹੀਆਂ ਨੇ ਕਿ ਮਾਰਿਆ। ਜਿਹੜੀਆਂ ਉਹ ਜਿਸ ਤਰ੍ਹਾਂ ISIS ਵਾਲੇ ਕਰਦੇ ਹੁੰਦੇ ਸੀ ਕਿ ਕਾਲੇ ਕੱਪੜੇ ਪਾ ਕੇ ਬੰਦੇ ਦਾ ਗਲ ਵੱਢਦੇ ਦੀ ਤਸਵੀਰ ਦਿਖਾਉਣੀ, ਤੇ ਇਦਾਂ ਦੀਆਂ ਵੀਡੀਓ ਖੁਦ ਹੀ ਰਿਲੀਜ਼ ਕਰ ਰਹੇ ਉਹਨਾਂ ਦਾ ਕਾਡਰ ਥੱਲੇ ਵਾਲਾ। ਤੇ ਇੱਕ ਪਾਸੇ ਉਹ ਕਹਿ ਰਹੇ ਕਿ ਅਸੀਂ ਬੜੇ ਵਧੀਆ ਤਰੀਕੇ ਨਾਲ ਮੁਲਕ ਚਲਾਉਣਾ ਹੈ, ਤੇ ਉਹਦੇ ਤੋਂ ਨਾਰਾਜ਼ਗੀਆਂ ਵੀ ਵੱਧ ਰਹੀਆਂ ਨੇ ਤੇ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦਾ ਵਕਾਰ ਜਿਹੜਾ ਹੋਰ ਖਰਾਬ ਹੋ ਰਿਹਾ। ਕੱਲ ਰਸ਼ੀਆ ਵਾਲਿਆਂ ਨੇ ਉਹਨਾਂ ਦੇ ਵੱਲੋਂ ਸੱਦੀ ਮੀਟਿੰਗ 'ਚ ਜਾਣ ਤੋਂ ਨਾ ਕੀਤੀ ਆ, ਹਾਲਾਂਕਿ ਚਾਈਨਾ ਨੇ ਕਿਹਾ ਕਿ ਰਸ਼ੀਆ ਨੂੰ ਜਾਣਾ ਚਾਹੀਦਾ। ਸੋ ਇਸੇ ਤਰ੍ਹਾਂ ਹੀ ਤੁਰਕੀ ਨੇ, ਕੁਝ ਹੋਰ ਮੁਲਕਾਂ ਨੇ ਵੀ ਇਤਰਾਜ਼ ਕੀਤੇ ਨੇ ਕਈ। ਤੁਹਾਨੂੰ ਕੀ ਲੱਗਦਾ ਹੈ ਕਿ ਤਾਲਿਬਾਨ ਆਪਣੀ ਜਿਹੜੀ ਪਕੜੇ ਬਣਾਈ ਰੱਖਣਗੇ ਜਾਂ ਹੌਲੀ ਫੇਰ ਉਸ ਤਰ੍ਹਾਂ ਹੀ ਸਿਵਲ ਵਾਰ ਵੱਲ ਵੱਧਦੇ ਜਾਣਗੇ, ਲੋਕਾਂ ਨੂੰ ਮਾਰੀ ਜਾਣਗੇ ਤੇ ਆਖਿਰਕਾਰ ਕੋਈ ਨਾ ਕੋਈ ਫੋਰਸ ਫਿਰ ਇਹਦੇ 'ਚ ਦਖਲ ਦੇਗੀ? ਦੇਖੋ, ਮੈਂ ਪਹਿਲੇ ਦਿਨ ਤੋਂ ਮੰਨਦਾ ਕਿ ਤਾਲਿਬਾਨ ਜਿਹੜਾ ਆਪਣੇ ਆਪ ਨੂੰ ਬਦਲਿਆ ਪੇਸ਼ ਕਰਦਾ ਸੀ। ਮੈਂ ਗੱਲ ਕਹੀ ਸੀ, ਮੈਂ ਦੁਹਰਾ ਦਿੰਦਾ ਕਿ ਉਹ ਬਦਲਿਆ ਨਹੀਂ ਹੈ। ਉਹਦੇ ਮੂਲ ਸੁਭਾਅ ਜਿਹੜਾ ਆ, ਮੂਲ ਪ੍ਰਵਿਰਤੀ ਜਿਹੜੀ ਆ, ਉਹ ਬਦਲੀ ਹੀ ਨਹੀਂ ਜਾ ਸਕਦੀ। ਸਰਕਾਰ ਬਣਾਉਣ ਦੇ ਨਾਂ ਦੇ ਉੱਤੇ ਕੁਝ ਐਕਸਰਸਾਈਜ਼ ਜਿਹੜੀ ਉਹਨਾਂ ਨੇ ਕੀਤੀ ਆ, ਉਹ ਕਾਬਲ ਤੋਂ ਜੋ ਆਈ ਜਿਹੜੇ ਆਪਣੀ ਥਾਂ ਤੇ ਆ, ਲੜਕੀਆਂ ਨੂੰ ਪੜ੍ਹਨ ਦੀ ਗੱਲ ਵੀ ਉਹਨਾਂ ਨੇ ਕਹਿ ਦਿੱਤੀ ਵੀ ਯੂਨੀਵਰਸਿਟੀਆਂ 'ਚ ਲੜਕੀਆਂ ਜਾ ਸਕਦੀਆਂ ਪਰ ਬੁਰਕੇ 'ਚ ਜਾਣਗੀਆਂ, ਤੇ ਇੱਦਾਂ ਦੀਆਂ ਗੱਲਾਂ ਕੀਤੀਆਂ। ਪਰ ਮੂਲ ਪ੍ਰਵਿਰਤੀ ਨਹੀਂ ਬਦਲ ਸਕਦੀ। ਜਿਹੜਾ ਹੇਠਾਂ ਆ, ਕਾਬਲ ਤੋਂ ਬਾਹਰ ਤਾਂ ਸਥਿਤੀਆਂ ਬਹੁਤ ਜ਼ਿਆਦਾ ਮਾੜੀਆਂ, ਤੇ ਕਾਬਲ ਤੱਕ ਤਾਂ ਬਹੁਤ ਸਾਰੀਆਂ ਗੱਲਾਂ ਸਾਡੇ ਤੱਕ ਆ ਜਾਂਦੀਆਂ, ਦੁਨੀਆ ਤੱਕ ਆ ਜਾਂਦੀਆਂ। ਆਹ ਜਿਹੜੀਆਂ ਵੀਡੀਓਜ਼ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਸ਼ਾਇਦ ਆਪ ਜਾਰੀ ਕੀਤੀਆਂ ਹੋਈਆਂ ਵੀਡੀਓ ਬਣਾ ਕੇ ਦਹਿਸ਼ਤ ਫੈਲਾਉਣ ਦਾ ਇੱਕ ਤਰੀਕਾ ਹੈ ਇਹਨਾਂ ਨੂੰ ਹੁੰਦਾ ਹੈ। ਜਿੱਦਾਂ ਤੁਸੀਂ ISI ਦਾ ਜ਼ਿਕਰ ਕੀਤਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਦਹਿਸ਼ਤ ਜ਼ਿਆਦਾ ਕਰ ਦਿਓ, ਕੋਈ ਬੋਲੇ ਹੀ ਨਾ, ਤੇ ਸ਼ਾਇਦ ਇਹ ਉਹਨਾਂ ਦਾ ਸੁਭਾਅ ਹੀ ਹੈ ਕਿ ਇਹਦੇ ਤੋਂ ਮੁੜ ਨਹੀਂ ਸਕਦੇ। ਉਹ ਦਖਲ ਦੇ ਮਾਮਲੇ 'ਚ ਮੈਂ ਸਮਝਦਾ ਕਿ ਇਸ ਤਰੀਕੇ ਨਾਲ ਪੇਸ਼ ਚੱਲ ਰਿਹਾ,
ਸੋਵੀਅਤ ਯੂਨੀਅਨ ਦਾ ਵੀ, ਉਸ ਤੋਂ ਬਾਅਦ ਅਮਰੀਕਾ ਦਾ। ਇਸ ਤਰ੍ਹਾਂ ਦਾ ਦਖਲ ਸ਼ਾਇਦ ਉੱਦਾਂ ਦਾ ਦਖਲ ਅਸੀਂ ਨਹੀਂ ਦੇਖ ਸਕਾਂਗੇ ਹੁਣ। ਹਾਂ, ਦਖਲ ਦੇ ਤਰੀਕੇ ਬਦਲ ਸਕਦੇ ਆ, ਕੋਈ ਹੋਰ ਤਰੀਕਾ ਹੋ ਸਕਦਾ ਹੈ, ਪਰ ਆਪਣੀ ਫੌਜ ਉੱਥੇ ਦੀ ਜ਼ਮੀਨ ਤੇ ਉਤਾਰਨੀ ਸ਼ਾਇਦ ਹੁਣ ਔਖਾ ਵੱਖ-ਵੱਖ ਮੁਲਕਾਂ ਵਾਸਤੇ, ਚਾਹੇ ਉਹ ਨਾਟੋ ਹੋਵੇ ਜਾਂ ਕੋਈ ਵੀ ਹੋਰ ਮੁਲਕ ਹੋਵੇ। ਚਾਈਨਾ ਵੀ ਜਿਹੜਾ ਦਖਲ ਦੇਏਗਾ ਉਹ ਆਪਣੇ ਵਪਾਰਕ ਨਜ਼ਰੀਏ ਤੋਂ ਦੇਏਗਾ, ਪਰ ਮਾਨਤਾ ਦੇ ਮਾਮਲੇ ਦੇ ਵਿੱਚ ਹੈ ਜ਼ਰੂਰ ਹੈ ਕਿ ਹਾਲੇ ਸਾਰੀ ਦੁਨੀਆ ਦੇਖ ਰਹੀ ਹੈ ਕਿ ਤਾਲਿਬਾਨ ਕੀ ਕਰ ਰਿਹਾ ਹੈ। ਇਸੇ ਕਰਕੇ ਤੁਰਕੀ ਨੇ ਜਿਹੜੀ ਗੱਲ ਪਹਿਲਾਂ ਕਹੀ ਸੀ ਕਿ ਤਾਲਿਬਾਨ ਦੀ ਹਕੂਮਤ ਨੂੰ ਮਾਨਤਾ ਦੇਣ ਬਾਰੇ ਜਿਹੜਾ ਆ ਉਹਨੂੰ ਬਹੁਤ ਸੋਚ ਸਮਝ ਕੇ ਫੈਸਲਾ ਵੱਖ-ਵੱਖ ਮੁਲਕਾਂ ਨੂੰ ਕਰਨਾ ਚਾਹੀਦਾ ਹੈ। ਜੇ ਰਸ਼ੀਆ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਮਤਲਬ ਕੱਲ ਤੱਕ ਰਸ਼ੀਆ ਦੀ ਜਿਹੜੀ ਨੀਤੀ ਕੋਈ ਹੋਰ ਸੀ, ਹੁਣ ਬਦਲ ਗਈ ਹੋ ਸਕਦੀ ਹੈ, ਥੋੜ੍ਹੀ ਜਿਹੀ ਹੋਵੇ ਭਾਵੇਂ, ਪਰ ਇਹ ਸਾਰਾ ਕੁਝ ਦੇਖ ਪਰਖ ਕੇ ਹੀ ਜਿਹੜਾ ਸ਼ਾਇਦ ਮੁਲਕ ਬਾਕੀ ਮੁਲਕ ਇੱਥੇ ਫੈਸਲਾ ਕਰਨਗੇ। ਪਰ ਫੇਰ ਤੋਂ ਫਿਜ਼ੀਕਲੀ ਕੋਈ ਸਿੱਧੇ ਜਾ ਕੇ ਅਫਗਾਨਿਸਤਾਨ ਦੀ ਜ਼ਮੀਨ 'ਚ ਉਤਰ ਕੇ ਤਾਲਿਬਾਨ ਦੇ ਖਿਲਾਫ ਕੋਈ ਵੱਡੀ ਲੜਾਈ ਦੇਖਣ ਨੂੰ ਮਿਲੇਗੀ, ਇਹਦੀ ਸੰਭਾਵਨਾ ਹਾਲ ਫਿਲਹਾਲ ਤਾਂ ਬਿਲਕੁਲ ਨਹੀਂ ਹੈ। ਪਰ ਇਹ ਜ਼ਰੂਰ ਹੈ ਕਿ ਉੱਥੋਂ ਦੇ ਲੋਕ, ਕਿਉਂਕਿ ਤਾਲਿਬਾਨ ਦੇ ਉੱਤੋਂ ਡਿੱਗੀ ਹੋਈ ਸ਼ਕਤੀ ਤਾਂ ਹੈ ਨਹੀਂ, ਉਹ ਵੀ ਤਾਂ ਉਸੇ ਜ਼ਮੀਨ 'ਚ ਉੱਠੇ ਹੋਏ ਲੋਕ ਨੇ, ਤੇ ਜੇ ਜ਼ੁਲਮ ਦੀ ਇੰਤਹਾ ਹੋਏਗੀ ਤਾਂ ਲੋਕ ਹੀ ਉੱਥੇ ਉਹਨਾਂ ਦਾ ਮੁਕਾਬਲਾ ਕਰਨਗੇ। ਤੇ ਇਹੀ ਤਸਵੀਰਾਂ ਸਾਨੂੰ ਆਉਂਦੇ ਦਿਨਾਂ 'ਚ ਦਿਖਾਈ ਦੇਣਗੀਆਂ। ਸੋ ਦਸਾਂਝ ਸਾਹਿਬ, ਸਮਾਂ ਹੋ ਗਿਆ। ਕੱਲ ਦੇ ਪ੍ਰੋਗਰਾਮ 'ਚ ਮੈਂ ਤੁਹਾਡੇ ਕੋਲ ਪੁੱਛਾਂਗਾ, ਜਿਹੜੀ ਟਰਾਂਸਪੋਰਟ ਦੀ ਹੜਤਾਲ ਸੀਗੀ ਉਹ ਦਾ ਸਮਝੌਤਾ ਹੋ ਗਿਆ ਸਰਕਾਰ ਨਾਲ, ਉਹਦੇ ਬਾਰੇ ਆਪਾਂ ਥੋੜੀ ਜਿਹੀ ਡਿਟੇਲ 'ਚ ਕੱਲ ਗੱਲ ਕਰਾਂਗੇ ਕਿ ਮੁਲਾਜ਼ਮ ਵੀ ਸਿਰਫ ਕੱਚਿਆਂ ਤੋਂ ਪੱਕੇ ਹੋਣ ਤੇ ਥੋੜੇ ਬਹੁਤੇ ਇੰਕਰੀਮੈਂਟ ਲੜਾਈਆਂ ਲੜਦੇ ਨੇ। ਵੱਡੀ ਲੜਾਈ ਵਿੱਢਣੀ ਬਣਦੀ ਆ ਟਰਾਂਸਪੋਰਟ ਨੂੰ ਲੈ ਕੇ। ਟਰਾਂਸਪੋਰਟ ਮਾਫੀਆ ਜਿਹੜਾ ਫੈਲਿਆ, ਅਗਰ ਜੇ ਪੰਜਾਬ ਦੀ ਸਰਕਾਰੀ ਟਰਾਂਸਪੋਰਟ ਬਚਾਉਣੀ ਆ, ਜਿਹੜੇ ਸਰਕਾਰ ਸਹੂਲਤਾਂ ਦੇ ਰਹੀ ਆ, ਉਹਨਾਂ ਦੇ ਉੱਤੇ ਵੀ ਸਵਾਲ ਉੱਠਣੇ ਬਣਦੇ ਆ। ਔਰ ਉਹ ਸਵਾਲ ਜਿਹੜੇ ਆ, ਜਿਹੜੀ ਟ੍ਰੇਡ ਯੂਨੀਅਨ ਹੈ ਮੁਲਾਜ਼ਮਾਂ ਦੀ, ਉਹਦੇ ਵੱਲੋਂ ਉੱਠਣੇ ਬਣਦੇ ਆ। ਬਾਹਰ ਦੇ ਲੋਕ, ਪੱਤਰਕਾਰ, ਤੁਸੀਂ, ਅਸੀਂ, ਬਾਹਰ ਵਾਲੇ ਜੋ ਮਰਜ਼ੀ ਠਾਈ ਜਾਣ, ਜੇ ਪੰਜਾਬ ਦੀ ਟਰਾਂਸਪੋਰਟ ਨੂੰ ਬਚਾਉਣਾ ਆ, ਪੰਜਾਬ ਨੂੰ ਬਚਾਉਣਾ ਆ, ਤੇ ਆਪਣੇ ਨਿੱਜੀ ਹਿੱਤਾਂ ਤੋਂ ਉੱਠ ਕੇ ਵੱਡੀਆਂ ਗੱਲਾਂ ਵੱਲ ਧਿਆਨ ਦੇਣਾ ਪੈਣਾ ਆ। ਖਾਲੀ ਇੱਕ ਇੰਕਰੀਮੈਂਟ ਲੈ ਕੇ ਹੜਤਾਲ ਮੁਕਾ ਦੇਣੀ, ਜਾਂ ਸਿਰਫ ਇਹ ਕਹਿ ਦੇਣਾ ਕਿ ਸਾਡੇ ਥੋੜੇ ਜਿਹੇ ਮੁਲਾਜ਼ਮ ਪੱਕੇ ਕਰ ਲਓ ਜੀ ਤੇ ਫਿਰ ਕੰਮ ਮੁੱਕ ਜੂਗਾ, ਤੇ ਫਿਰ ਜੇ ਟਰਾਂਸਪੋਰਟ ਹੀ ਨਾ ਰਹੀ ਤੇ ਫਿਰ ਮੁਲਾਜ਼ਮ ਵੀ ਨਹੀਂ ਰਹਿਣੇ, ਭਾਵੇਂ ਪੱਕੇ ਹੋਣ ਤੇ ਭਾਵੇਂ ਕੱਚੇ ਹੋਣ। ਮਤਲਬ ਵੱਡੀਆਂ ਲੜਾਈਆਂ ਲਈ ਪੇੜ ਬੰਨਣੇ ਪੈਣੇ ਆ, ਉਹਦੇ ਵੱਲ ਜਿਹੜੀਆਂ ਜਥੇਬੰਦਕ ਤੌਰ ਤੇ ਕੰਮ ਕਰਦੀ ਰਹੋ। ਕੱਲ ਗੱਲ ਕਰਾਂਗੇ। ਤੇ ਸਮਾਜ ਸਮਾਪਤ। ਆਪਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸ਼ੁਕਰੀਆ, ਮਿਹਰਬਾਨੀ।